start. Madhu ji, you can start. All right, जी, thank you. इश्क दी बाजी जितन नालों हर जाइए ते चंगा है, भज्जन नालों विच मैदाने मर जाइए ते चंगा है। खौरे मिले ना मौका फेर इकट्ठियां होवन दा, कल दियां भी अजी गल्लां कर जाइए ते चंगा है। क्यों वेले दी उंगल फड़ के बाल सदाइए लोकां तो, क्यों वेले दी उंगल फड़ के बाल सदाइए लोकां तो, नकलां नालों कोरा परचा धर जाइए ते चंगा है। बाबा नजमी जी ਦੀਆਂ ਇਹਨਾਂ ਲਾਈਨਾਂ ਨਾਲ ਮੈਂ ਤੁਹਾਡਾ ਸਾਰਿਆਂ ਦਾ ਅਦਬੀ ਰਾਹਾਂ 2 ਦੇ ਵਿੱਚ ਸਵਾਗਤ ਕਰਦੀ ਹਾਂ। ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਤੇ, ਹੈਲੋ ਤੇ ਸਲਾਮ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪਿਛਲੀ ਵਾਰ ਅਸੀਂ ਅਦਬੀ ਰਾਹਾਂ ਦੇ ਪਹਿਲੇ ਭਾਗ ਦੇ ਵਿੱਚ ਆਸਟ੍ਰੇਲੀਅਨ ਕਹਾਣੀ ਤੇ ਜਸਵੀਰ ਰਾਣਾ ਜੀ ਤੇ ਜਤਿੰਦਰ ਹੰਸ ਜੀ ਨਾਲ ਕਾਫੀ ਡਿਟੇਲਡ ਗੱਲਬਾਤ ਕੀਤੀ ਸੀ ਤੇ ਉਸ ਪ੍ਰੋਗਰਾਮ ਵਿੱਚ ਸਾਨੂੰ ਕਾਫੀ ਸਾਰੇ ਜਿਹੜੇ ਕੁਐਸਚਨਸ ਆਨਲਾਈਨ ਵੀ ਆਏ, ਮੈਸੇजेस ਦੇ ਵਿੱਚ ਵੀ ਆਏ ਤੇ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਜਿਹੜਾ ਸੀਗਾ ਉਸ ਪ੍ਰੋਗਰਾਮ ਨੂੰ ਅੱਗੇ ਤੱਕ ਨਹੀਂ ਵਧਾ ਸਕੇ ਤੇ ਉਸੇ ਪ੍ਰੋਗਰਾਮ ਦਾ ਦੂਸਰਾ ਹਿੱਸਾ ਲੈ ਕੇ ਅਸੀਂ ਅੱਜ ਸਾਰੇ ਤੁਹਾਡੇ ਨਾਲ ਆ ਤੇ ਸਾਡੇ ਨਾਲ ਨੇ ਜੀ ਇੰਡੀਆ ਤੋਂ ਜਸਵੀਰ ਰਾਣਾ ਜੀ, ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ ਸਾਰੇ ਤੇ ਬਹੁਤ ਸ਼ੁਕਰੀਆ। ਸਵਾਗਤ ਰਾਣਾ ਜੀ। ਅਸੀਂ ਵੇਟ ਕਰ ਰਹੇ ਸੀ ਕਿ ਥੋੜੇ ਜਿਹੇ ਹੋਰ ਸਾਡੇ ਨਾਲ ਜੁੜ ਜਾਣ ਦੋਸਤ ਤੇ ਜਿੰਨਾ ਚਿਰ ਸਾਡੇ ਨਾਲ ਥੋੜੇ ਜਿਹੇ ਲੋਕ ਹੋਰ ਜੁੜਦੇ ਆ ਉਹਨਾਂ ਚਿਰ ਆਪਾਂ ਗੱਲ ਕਰਦੇ ਆ ਕਿ ਕਿਵੇਂ ਅਸੀਂ ਜਿਹੜਾ ਹੈਗਾ ਅੱਜ ਸਾਰਾ ਵਿਸ਼ਵ ਜਿਹੜਾ ਹੈ COVID-19 ਦੇ ਨਾਲ ਜੂਝ ਰਿਹਾ। ਆਸਟ੍ਰੇਲੀਆ ਦੇ ਵਿੱਚ, ਇੰਡੀਆ ਦੇ ਵਿੱਚ ਜਿੰਨੇ ਕੁ ਆਪਾਂ ਕਨੈਕਟ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਸਾਰਾ ਕੁਛ ਪੜ੍ਹਾਈਆਂ, ਮੀਟਿੰਗਾਂ ਆਨਲਾਈਨ ਹੋ ਗਈਆਂ ਨੇ ਤੇ ਬੱਚੇ ਘਰੋਂ ਬਹਿ ਕੇ ਪੜ੍ਹ ਰਹੇ ਨੇ, ਦਫ਼ਤਰ ਵਾਲੇ ਘਰਾਂ ਤੋਂ ਕੰਮ ਕਰ ਰਹੇ ਨੇ ਤੇ ਫਿਰ ਅਸੀਂ ਸੋਚਿਆ ਕਿ ਅਸੀਂ ਜਿਹੜੀ ਸਾਡੀ ਰੂਹ ਦੀ ਖੁਰਾਕ ਹੈ ਸਾਹਿਤ, ਇਹਨੂੰ ਵੀ ਆਨਲਾਈਨ ਕਿਉਂ ਨਾ ਲੈ ਕੇ ਆਈਏ। ਇਹੋ ਜਿਹੀਆਂ ਹੀ ਕੋਸ਼ਿਸ਼ਾਂ ਦੇ ਵਿੱਚ ਪੰਜਾਬੀ ਸਾਥ ਮੈਲਬਨ ਤੇ AUP ਪੰਜਾਬੀ ਚੈਨਲ, ਆਸਟ੍ਰੇਲੀਅਨ ਪੰਜਾਬੀ ਚੈਨਲ ਦੋਨਾਂ ਨੇ ਮਿਲ ਕੇ ਇਹ ਉਦਮ ਕੀਤਾ ਹੈ। 2 ਪ੍ਰੋਗਰਾਮ ਲੈ ਕੇ ਆਉਣੇ ਆ ਅਸੀਂ ਫੋਰਨਾਈਟਲੀ ਤੁਹਾਡੇ ਲਈ, ਅਦਬੀ ਰਾਹਾਂ ਤੇ ਮਹਿਫਿਲੇ ਸੁਖਨ ਤੇ ਸਾਡੀ ਇੱਕ ਪੂਰੀ ਟੀਮ ਜਿਹੜਾ ਹੈ ਇਸ ਦੇ ਲਈ ਕੰਮ ਕਰਦੀ ਆ ਤੇ ਉਮੀਦ ਹੈ ਕਿ ਤੁਸੀਂ ਸਾਰੇ ਜਿਹੜਾ ਹੈਗਾ ਇਸ ਚੇਂਜ ਨੂੰ ਅਸੈਪਟ ਕਰੋਗੇ। ਵੈਸੇ ਇੱਕ ਬਹੁਤ ਵਧੀਆ ਸਟੱਡੀ ਹੋਈ ਹੈ ਇਸ ਬਾਰੇ, ਮੈਨੂਅਲ ਕੈਸਲ ਸਮਾਜ ਵਿਗਿਆਨ ਦੇ ਪ੍ਰੋਫੈਸਰ ਨੇ, ਉਹ ਥਿਊਰੀ ਆਫ ਨੈਟਵਰਕਿੰਗ ਤੇ ਇਨਫੋਰਮੇਸ਼ਨ ਟੈਕਨੋਲੋਜੀ ਤੇ ਸੁਸਾਇਟੀ ਦੇ ਬਾਰੇ ਵਿੱਚ ਕਹਿੰਦੇ ਨੇ ਕਿ ਸਿਰਫ 30% ਲੋਕ ਹੁੰਦੇ ਨੇ ਜਿਹੜੇ ਕਿਸੇ ਚੇਂਜ ਨੂੰ ਬਹੁਤ ਈਜ਼ੀਲੀ ਅਸੈਪਟ ਕਰ ਲੈਂਦੇ ਨੇ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਆਨਲਾਈਨ ਸਿਸਟਮ ਹੈ ਇਹ ਵੀ ਇੱਕ ਬਹੁਤ ਵੱਡੀ ਚੇਂਜ ਹੈ ਜ਼ਮਾਨੇ ਦੇ ਵਿੱਚ। ਈਵਨ ਕਿ ਸਾਡੇ ਘਰ ਦੇ ਵਿੱਚ ਜਦੋਂ 2 ਬੱਚਿਆਂ ਨੂੰ ਸਕੂਲ ਦੀ ਪੜ੍ਹਾਈ ਆਨਲਾਈਨ ਹੋਣ ਲੱਗੀ ਤੇ ਇੱਕ ਬੱਚੇ ਨੇ ਬਹੁਤ ਈਜ਼ੀਲੀ ਅਸੈਪਟ ਕਰ ਲਿਆ ਤੇ ਦੂਸਰੇ ਬੱਚੇ ਨੂੰ ਪ੍ਰੋਬਲਮ ਆਈ। ਇਸੇ ਤਰ੍ਹਾਂ ਹੀ ਜਿਹੜਾ ਸਾਰਾ ਕੁਛ ਆਨਲਾਈਨ ਹੋ ਰਿਹਾ ਇਹ ਬਹੁਤ ਲੋਕ ਇਹਦੇ 'ਚ ਈਜ਼ੀਲੀ ਟ੍ਰਾਂਜ਼ਿਟ ਹੋ ਜਾਣਗੇ ਤੇ ਬਹੁਤ ਲੋਕਾਂ ਨੂੰ ਜਿਹੜਾ ਹੈਗਾ ਇਹਦੇ ਵਿੱਚ ਪ੍ਰੋਬਲਮ ਹੋਏਗੀ। 30% ਲੋਕ ਮੈਨੂਅਲ ਕੈਸਲ ਕਹਿੰਦਾ ਕਿ ਬਹੁਤ ਈਜ਼ੀਲੀ ਇਹਦੇ ਵਿੱਚ ਟ੍ਰਾਂਜ਼ਿਟ ਹੋ ਜਾਂਦੇ ਆ ਤੇ ਬਾਕੀ ਜਿਹੜੇ 70% ਆ ਉਹ ਸਟਰਗਲ ਕਰਦੇ ਆ। ਬਟ ਚੇਂਜ is finally a change and everyone has to accept it. So ਆਪਾਂ ਇਸ ਤੋਂ ਆਪਣੀ ਗੱਲਬਾਤ ਅੱਗੇ ਵਧਾਉਂਦੇ ਆ। ਆਪਾਂ ਸਿੱਧੇ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਅੱਜ ਕੀ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਜੋ ਸ਼ਖਸੀਅਤ ਜੁੜੀ ਹੈ ਜਸਵੀਰ ਰਾਣਾ ਜੀ, ਉਹ ਕਿਸੇ ਵੀ ਤਰ੍ਹਾਂ ਦੀ ਜਿਹੜਾ ਮੁਹਤਾਜ ਨਹੀਂ ਹੈ ਕਿ ਮੈਂ ਉਹਨਾਂ ਬਾਰੇ ਕੁਛ ਵੀ ਦੱਸਾਂ ਤੁਹਾਨੂੰ, ਕਿਉਂਕਿ ਉਹ ਇੱਕ ਬਹੁਤ ਵੱਡਾ ਨਾਮ ਹੈ ਪੰਜਾਬੀ ਕਹਾਣੀ ਦੇ ਵਿੱਚ। ਉਹਨਾਂ ਨੇ ਪੰਜਾਬੀ ਕਹਾਣੀ ਨੂੰ ਇੱਕ ਨਵਾਂ ਨਕਸ਼ ਨੁਹਾਰ ਦਿੱਤਾ ਹੈ। ਮੈਂ ਜਿਹੜੇ ਸਾਡੇ ਨਾਲ ਨਵੇਂ ਦਰਸ਼ਕ ਜੁੜੇ ਨੇ ਜਾਂ ਅਕਸਰ ਫੇਸਬੁੱਕ ਦੇ ਜ਼ਰੀਏ ਬਹੁਤ ਨਵੀਆਂ ਕਲਮਾਂ ਜੁੜਦੀਆਂ ਰਹਿੰਦੀਆਂ ਨੇ ਤੇ ਉਹ ਪੁੱਛਦੇ ਨੇ ਕਿ ਅਸੀਂ ਕਿਹਨੂੰ ਪੜ੍ਹੀਏ, ਕਿੱਥੋਂ ਪੜ੍ਹੀਏ, ਤਾਂ ਮੈਂ ਉਹਨਾਂ ਨੂੰ ਕਹਾਂਗੀ ਕਿ ਜਸਵੀਰ ਰਾਣਾ ਜੀ ਦੀਆਂ ਕਹਾਣੀਆਂ ਜ਼ਰੂਰ ਪੜ੍ਹੋ। ਮੈਂ ਤੁਹਾਡੇ ਨਾਲ ਥੋੜ੍ਹੇ ਜਿਹੇ ਉਹਨਾਂ ਦੇ ਕੰਮ ਸ਼ੇਅਰ ਕਰਦੀ ਹਾਂ ਜੋ ਕਿ ਅਸੀਂ ਜਿਹੜਾ ਹੈਗਾ ਪੰਜਾਬ ਲੈਵਲ ਤੇ ਰਾਸ਼ਟਰੀ ਲੈਵਲ ਤੇ ਜਿਹੜੇ ਨੇ ਰਿਕੋਗਨਾਈਜ਼ ਹੋਏ ਨੇ। ਉਹਨਾਂ ਦੀ ਕਹਾਣੀ ਨਸਲ ਘਾਤ ਪੰਜਾਬੀ ਯੂਨੀਵਰਸਿਟੀ ਪਟਿਆਲੇ ਦੇ BA ਭਾਗ ਦੂਜਾ ਦੇ ਵਿੱਚ ਪੜ੍ਹਾਈ ਜਾਂਦੀ ਹੈ ਸਿਲੇਬਸ ਵਿੱਚ। ਇਸੇ ਤਰ੍ਹਾਂ ਕਹਾਣੀ ਚੂੜੇ ਵਾਲੀ ਵਾਹ ਖਾਲਸਾ ਕਾਲਜ ਅੰਮ੍ਰਿਤਸਰ ਦੇ MA ਪਾਰਟ 1 ਦੇ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਹੈ ਤੇ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਉਹਨਾਂ ਦੀਆਂ ਕਹਾਣੀਆਂ ਦੇ ਉੱਪਰ MPhil PhD ਦੇ ਪੱਧਰ ਤੇ ਖੋਜ ਕਾਰਜ ਚੱਲ ਰਹੇ ਆ। ਜੇ ਆਪਾਂ ਉਹਨਾਂ ਦੇ ਮਾਨ ਸਨਮਾਨਾਂ ਦੀ ਗੱਲ ਕਰੀਏ ਤਾਂ 2001 ਦੇ ਵਿੱਚ ਕਰਨਲ ਨਰੈਣ ਸਿੰਘ ਭੱਠਲ ਯਾਦਗਾਰੀ ਪੁਰਸਕਾਰ ਅਦਾਰਾ ਕਲਾਕਾਰ ਚੰਡੀਗੜ੍ਹ ਵੱਲੋਂ
ਚਾਦਰ ਕਹਾਣੀ ਨੂੰ ਦਿੱਤਾ ਗਿਆ। ਕਹਾਣੀ ਸੰਗ੍ਰਹਿ ਸਿਖਰ ਦੁਪਹਿਰਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਰਸਕਾਰ ਲਈ ਨਾਨਕ ਸਿੰਘ ਪੁਰਸਕਾਰ 2004 ਦੇ ਵਿੱਚ ਦਿੱਤਾ ਗਿਆ। ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ 2004 ਤੇ 2012 ਦੇ ਵਿੱਚ ਜ਼ਿਲ੍ਹਾ ਸਾਹਿਤ ਕੇਂਦਰ ਤੇ ਲੋਕ ਚੇਤਨਾ ਮੰਚ ਗੁਰਦਾਸਪੁਰ ਵੱਲੋਂ ਦਿੱਤਾ ਗਿਆ। ਕਹਾਣੀਕਾਰ ਨਵਤੇਜ ਸਿੰਘ ਪੁਰਸਕਾਰ 2005 ਦੇ ਵਿੱਚ ਪੰਜਾਬੀ ਸਾਹਿਤ ਕਲਾ ਮੰਚ ਪ੍ਰੀਤਨਗਰ ਅੰਮ੍ਰਿਤਸਰ ਵੱਲੋਂ ਦਿੱਤਾ ਗਿਆ। ਸ਼ਾਕਿਰ ਪੁਰਸ਼ਾਰਥੀ ਗਲਫ ਪੁਰਸਕਾਰ 2006 ਦੇ ਵਿੱਚ ਸਾਹਿਤ ਸਭਾ ਜਗਰਾਵਾਂ ਲੁਧਿਆਣਾ ਵੱਲੋਂ ਦਿੱਤਾ ਗਿਆ। ਨਵਾਂ ਜ਼ਮਾਨਾ ਕਹਾਣੀ ਸਰਵੇ ਵਿੱਚ ਚੂੜੇ ਵਾਲੀ ਬਾਂਹ ਕਹਾਣੀ ਨੂੰ ਨੰਬਰ 1 ਆਉਣ ਤੇ ਬੀਬੀ ਸਵਰਨ ਕੌਰ ਯਾਦਗਾਰੀ ਪੁਰਸਕਾਰ 2007 ਦੇ ਵਿੱਚ ਦਿੱਤਾ ਗਿਆ। ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜਨਮ ਸ਼ਤਾਬਦੀ ਕਹਾਣੀ ਪੁਰਸਕਾਰ 2007 ਪੰਜਾਬੀ ਸਾਹਿਤ ਸਭਾ ਧੂਰੀ ਵੱਲੋਂ ਦਿੱਤਾ ਗਿਆ। ਨਵਾਂ ਜ਼ਮਾਨਾ ਕਹਾਣੀ ਸਰਵੇਖਣ ਵਿੱਚ ਪੱਟ ਤੇ ਵਾਹੀ ਮੋਰਨੀ ਕਹਾਣੀ ਨੂੰ ਨੰਬਰ 1 ਆਉਣ ਲਈ 2009 ਦੇ ਵਿੱਚ ਬੀਬੀ ਸਵਰਨ ਕੌਰ ਯਾਦਗਾਰੀ ਪੁਰਸਕਾਰ ਦਿੱਤਾ ਗਿਆ। ਤੇ ਲੋਕ ਕਹਾਣੀਕਾਰ ਸ਼੍ਰੀ ਜਰਨੈਲਪੁਰੀ ਪੁਰਸਕਾਰ 2013 ਦੇ ਵਿੱਚ ਸਾਹਿਤ ਸਭਾ ਸ਼ੇਰਪੁਰ ਸੰਗਰੂਰ ਵੱਲੋਂ ਦਿੱਤਾ ਗਿਆ। ਇਹ ਬਹੁਤ ਲੰਬੀ ਲਿਸਟ ਸੀ ਜੀ, ਤੇ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਜਿਹੜਾ ਹੈਗਾ ਸਭਾਵਾਂ ਅਕਸਰ ਜਸਵੀਰ ਰਾਣਾ ਜੀ ਦਾ ਮਾਨ ਸਨਮਾਨ ਕਰਦਿਆਂ ਰਹਿੰਦੀਆਂ। ਤੇ ਇਹ ਸਾਰਾ ਕੁਝ ਦੱਸਣ ਦੇ ਪਿੱਛੇ ਕੋਈ ਇਹ ਨਹੀਂ ਦੱਸਣਾ ਕਿ ਕੋਈ ਬਹੁਤ ਵੱਡਾ ਨਾਮ ਸਾਡੇ ਨਾਲ ਜੁੜਿਆ। ਇਸ ਦਾ ਮਤਲਬ ਇਹ ਹੈ ਕਿ ਸਾਡੇ ਨਾਲ ਉਹ ਸ਼ਖਸੀਅਤ ਜੁੜੀ ਹੈ ਜੋ ਸਾਡੇ ਸਾਰਿਆਂ ਦੇ ਸਵਾਲਾਂ ਦੇ ਜਵਾਬਾਂ ਨੂੰ ਬਹੁਤ ਚੰਗੀ ਤਰ੍ਹਾਂ, ਬਹੁਤ ਨਿਰਪੱਖਤਾ ਨਾਲ, ਬਹੁਤ ਪਰਪੱਕਤਾ ਨਾਲ ਦੇ ਸਕਦੀ ਹੈ। ਤੇ ਆਓ ਫਿਰ ਆਪਾਂ ਸਾਰੇ ਜੁੜਦੇ ਹਾਂ ਜਸਵੀਰ ਰਾਣਾ ਜੀ ਨਾਲ ਆਪਣੇ ਸਵਾਲਾਂ ਨੂੰ ਲੈ ਕੇ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਨੇ ਤੇ ਪਲੀਜ਼ ਸਾਡੇ ਫੇਸਬੁੱਕ ਪੇਜ ਲਾਈਵ ਦੇ ਉੱਪਰ ਮੈਂਸ਼ਨ ਕਰੋ ਤੇ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਜੇ ਸਮਾਂ ਰਿਹਾ ਤੇ ਅਸੀਂ ਤੁਹਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਜ਼ਰੂਰ ਰਾਣਾ ਜੀ ਤੋਂ ਲਈਏ। ਸਵਾਗਤ ਹੈ ਰਾਣਾ ਜੀ ਤੁਹਾਡਾ। ਬਹੁਤ ਬਹੁਤ ਸ਼ੁਕਰੀਆ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਾਣਾ ਜੀ, ਜਿੱਥੇ ਆਪਾਂ ਪਿਛਲੀ ਵਾਰ ਗੱਲ ਛੱਡੀ ਸੀ ਆਸਟ੍ਰੇਲੀਅਨ ਕਹਾਣੀ ਤੇ ਅੱਜ ਦੇ ਜਿਹੜਾ ਪਹਿਲਾ ਸਵਾਲ ਹੈ ਉਹ ਉੱਥੋਂ ਹੀ ਸ਼ੁਰੂ ਕਰਾਂਗੇ ਆਪਾਂ ਕਿ ਤੁਸੀਂ ਧਰਤੀ ਦੇ ਵੱਖ-ਵੱਖ ਹਿੱਸਿਆਂ ਦੀਆਂ ਕਹਾਣੀਆਂ ਪੜ੍ਹੀਆਂ ਨੇ ਤੇ ਫਿਰ ਤੁਸੀਂ ਹੁਣ ਆਸਟ੍ਰੇਲੀਅਨ ਕਹਾਣੀ ਦੇ ਨਾਲ ਵੀ ਰੂਬਰੂ ਹੋਏ ਹੋ। ਤੁਹਾਨੂੰ ਕੀ ਵਖਰੇਵਾਂ ਨਜ਼ਰ ਆਇਆ ਤੁਹਾਨੂੰ ਧਰਤੀ ਦੇ ਦੂਜੇ ਹਿੱਸੇ ਦੀਆਂ ਪੰਜਾਬੀ ਕਹਾਣੀਆਂ ਦੇ ਵਿੱਚ ਤੇ ਆਸਟ੍ਰੇਲੀਅਨ ਪੰਜਾਬੀ ਕਹਾਣੀ ਦੇ ਵਿੱਚ? ਹਾਂਜੀ, ਬਹੁਤ ਸੋਹਣਾ ਸਵਾਲ ਹੈ ਮਧੂ ਤਨਹਾ ਜੀ, ਬਹੁਤ ਬਹੁਤ ਸ਼ੁਕਰੀਆ ਇਸ ਸਵਾਲ ਵਾਸਤੇ। ਇਸ ਤੋਂ ਪਹਿਲਾਂ ਕਿ ਮੈਂ ਇਸ ਸਵਾਲ ਦਾ ਵਿਧੀਵਤ ਜਵਾਬ ਦੇਵਾਂ, ਮੈਂ ਇਸ ਤੋਂ ਪਹਿਲਾਂ ਵਿਸ਼ੇਸ਼ ਤੌਰ ਦੇ ਉੱਤੇ ਇਸ ਗੱਲ ਦਾ ਧੰਨਵਾਦ ਕਰਨਾ ਚਾਹੂੰਗਾ ਪੰਜਾਬੀ ਸੱਥ ਮੈਲਬੌਰਨ ਤੇ ਅਪ ਟੀਵੀ ਚੈਨਲ, ਇਹਨਾਂ ਦੋਨਾਂ ਸੰਸਥਾਵਾਂ ਦਾ ਜਿਨ੍ਹਾਂ ਨੇ ਰਲ ਕੇ ਦੂਸਰੀ ਵਾਰ ਪੰਜਾਬੀ ਕਹਾਣੀ ਦੇ ਉੱਤੇ ਇੱਕ ਗੰਭੀਰ ਸੰਵਾਦ ਰਚਾਉਣ ਦੀ ਸਫਲ ਕੋਸ਼ਿਸ਼ ਕੀਤੀ ਹੈ। ਇਹ ਕੋਸ਼ਿਸ਼ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਪ੍ਰਮਾਣ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਕਲਮਕਾਰ, ਰਚਨਾਕਾਰ, ਕਹਾਣੀਕਾਰ, ਸ਼ਾਇਰ, ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਨੂੰ ਪਰਨਾਏ ਹੋਏ ਲੇਖਕ ਵਸਦੇ ਨੇ, ਉਹ ਕਿੰਨੇ ਕਮਿਟਮੈਂਟ ਹੈ ਉਹਨਾਂ ਦੀ, ਕਿੰਨੀ ਉਹਨਾਂ ਦੀ ਡੈਡੀਕੇਸ਼ਨ ਹੈ ਤੇ ਕਿੰਨੀ ਉਹਨਾਂ ਦੀ ਸ਼ਿੱਦਤ ਹੈ ਇੱਕ ਪੰਜਾਬੀ ਸਾਹਿਤ ਨੂੰ, ਸਾਹਿਤ ਦੀ ਹਰ ਵਿਧਾ ਨੂੰ ਆਪਣੀ ਮੰਜ਼ਿਲ ਤੱਕ ਵਿਕਾਸ ਕਰਾ ਕੇ ਉੱਪਰ ਤੱਕ ਲੈ ਜਾਣ ਦੀ। ਇਸੇ ਲੜੀ ਦੇ ਵਿੱਚ ਤੁਹਾਡਾ ਜਿਹੜਾ ਇਹ ਦੂਸਰਾ ਕਥਾ ਸੰਵਾਦ ਆਪਾਂ ਨੇ ਰੱਖਿਆ, ਜਿਹੜਾ ਸਵਾਲਾਂ ਜਵਾਬਾਂ ਦੇ ਆਧਾਰਿਤ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਵਾਰ ਮੈਂ ਫੇਰ ਦੁਹਰਾ ਦਿਆਂ, ਇਸ ਗੱਲ ਦੀ ਮਿਸਾਲ ਹੈ, ਪ੍ਰਮਾਣ ਹੈ ਕਿ ਪੰਜਾਬੀ ਸੱਥ ਮੈਲਬੌਰਨ ਤੇ ਅਪ ਟੀਵੀ ਚੈਨਲ ਹੈ ਜਿਹੜਾ, ਇਹ ਦੋਨੇ ਸੰਸਥਾਵਾਂ ਬਹੁਤ ਗੰਭੀਰ ਨੇ, ਸਜਗ ਨੇ। ਜਿਹੜੀਆਂ ਸੰਸਥਾਵਾਂ, ਜਿਹੜੇ ਲੇਖਕ, ਜਿਹੜੇ ਲੋਕ ਗੰਭੀਰ ਹੋਣ, ਜਿਨ੍ਹਾਂ ਦੀ 100% ਕਮਿਟਮੈਂਟ ਤੇ ਡੈਡੀਕੇਸ਼ਨ ਹੋਵੇ ਸਾਹਿਤ ਤੇ ਕਲਾ ਪ੍ਰਤੀ, ਵਿਕਾਸ ਹਰ ਵਿਧਾ ਦਾ ਉੱਥੇ ਹੀ ਹੁੰਦਾ ਹੈ। ਆਸਟ੍ਰੇਲੀਆ ਦੇ ਵਿੱਚ, ਹੁਣ ਮੈਂ ਤੁਹਾਡੇ ਸਵਾਲ ਦੇ ਉੱਤੇ ਆਵਾਂ, ਆਸਟ੍ਰੇਲੀਆ ਦੇ ਵਿੱਚ ਜਦੋਂ ਅਸੀਂ ਪੰਜਾਬੀ ਕਹਾਣੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਸ ਗੱਲ ਨੂੰ ਸਮਝਣ ਵਾਸਤੇ ਕਿ ਹੋਰ ਦੇਸ਼ਾਂ ਦੇ ਵਿੱਚ ਜਿਹੜੀ ਪੰਜਾਬੀ ਕਹਾਣੀ ਲਿਖੀ ਜਾ ਰਹੀ ਹੈ ਉਸ ਦੇ ਸਮਾਨਾਂਤਰ ਆਸਟ੍ਰੇਲੀਆ ਦੇ ਵਿੱਚ ਲਿਖੀ ਜਾ ਰਹੀ ਪੰਜਾਬੀ ਕਹਾਣੀ ਦੀ ਕੀ ਵਿਸ਼ੇਸ਼ਤਾ ਹੈ, ਕੀ ਉਹਨਾਂ ਨਾਲੋਂ ਵਖਰੇਵਾਂ ਹੈ ਤੇ ਕਿੱਥੇ ਕਿ ਇਹ ਸਟੈਂਡ ਕਰਦੀ ਹੈ, ਅਸੀਂ ਇਸ ਦੇ ਬਾਰੇ ਗੱਲ ਕਰੀਏ। ਪਿਛਲੀ ਵਾਰ ਅਸੀਂ ਹਰਵਿੰਦਰ ਕੌਰ ਚਾਹਲ ਤੇ ਜੱਸੀ ਧਾਲੀਵਾਲ, ਦੋ ਆਸਟ੍ਰੇਲੀਅਨ ਪੰਜਾਬੀ ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਆਧਾਰਿਤ ਗੱਲ ਕੀਤੀ ਸੀ। ਉਹਨਾਂ ਕਹਾਣੀਆਂ ਦੇ ਪਾਠ ਤੋਂ ਔਰ ਕਹਾਣੀਆਂ ਦੇ ਵਿਸ਼ਲੇਸ਼ਣ ਤੋਂ ਸੁਣਨ ਵਾਲਿਆਂ ਨੂੰ, ਵੇਖਣ ਵਾਲਿਆਂ ਨੂੰ ਤੇ ਸਾਨੂੰ
ਪੜ੍ਹਨ ਬੋਲਣ ਵਾਲਿਆਂ ਨੂੰ ਸ਼ਿੱਦਤ ਨਾਲ ਇਸ ਗੱਲ ਦਾ ਅਹਿਸਾਸ ਹੋਇਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਕਹਾਣੀ ਜਨਮ ਚੁੱਕੀ ਹੈ। ਜੀ ਪੰਜਾਬੀ ਕਹਾਣੀ ਦਾ ਹੋਰ ਦੇਸ਼ਾਂ ਦੇ ਸਮਾਨਾਂਤਰ ਆਸਟ੍ਰੇਲੀਆ ਦੇ ਵਿੱਚ ਵੀ ਉਦੈ ਤੇ ਆਗਾਜ਼ ਹੋ ਚੁੱਕਿਆ ਹੈ। ਜੀ ਇਹ ਆਪਣੇ ਆਪ ਦੇ ਵਿੱਚ ਇੱਕ ਸ਼ਗਨ ਵਰਗੀ ਸੁਭਾਗੀ ਤੇ ਮਾਣ ਵਾਲੀ ਗੱਲ ਹੈ। ਜਦੋਂ ਅਸੀਂ ਪੰਜਾਬੀ ਕਹਾਣੀ ਦੀ ਮੁੱਖ ਧਾਰਾ ਪਰੰਪਰਾ ਬਹੁਤ ਅਮੀਰ ਹੈ ਜਿਹੜੀ, ਉਸ ਦੇ ਦਿਸ਼ਾ ਦੇ ਵਿੱਚ ਚੱਲਦੇ ਹੋਏ ਕੈਨੇਡਾ ਦੀ ਪੰਜਾਬੀ ਕਹਾਣੀ ਵੱਲ ਦੇਖਦੇ ਹਾਂ, ਅਮਰੀਕਾ ਦੀ ਪੰਜਾਬੀ ਕਹਾਣੀ, ਇੰਗਲੈਂਡ ਦੀ ਪੰਜਾਬੀ ਕਹਾਣੀ ਵੱਲ ਦੇਖਦੇ ਹਾਂ, ਜੀ ਤਾਂ ਦੋਸਤੋ ਉਹ ਕਹਾਣੀ ਹੈ ਜਿਹੜੀ ਮੈਂ ਉਹਨਾਂ ਦਾ ਬਕਾਇਦਾ ਤੌਰ ਦੇ ਉੱਤੇ ਰੈਗੂਲਰ ਪਾਠਕ ਹਾਂ, ਬਕਾਇਦਾ ਤੌਰ ਦੇ ਉੱਤੇ ਉਹਨਾਂ ਬਾਰੇ ਸੋਚ ਵਿਚਾਰ ਤੇ ਚਿੰਤਨ ਕਰਦਾ। ਜੋ ਵੀ ਹੋਰ ਦੋਸਤ ਇੱਕ ਟੀਮ ਵਰਕ ਹੈ, ਇੱਕ ਕਾਫਲਾ ਚੱਲਿਆ ਹੋਇਆ ਕਹਾਣੀਆਂ ਦਾ ਕਰਦੇ ਨੇ, ਮੈਂ ਉਹਨਾਂ ਵੀ ਲਗਾਤਾਰ ਸੁਣਦਾ, ਪੜ੍ਹਦਾ ਤੇ ਵਾਚਦਾ ਰਹਿਣਾ। ਜੀ ਸੋ ਇਸ ਨੁਕਤਾ ਨਿਗਾਹ ਤੇ ਕੈਨੇਡਾ, ਅਮਰੀਕਾ ਤੇ ਇੰਗਲੈਂਡ ਤਿੰਨ ਐਸੇ ਮੁਲਕ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਕਹਾਣੀ ਪੱਕੇ ਪੈਰੀ ਹੋ ਚੁੱਕੀ ਹੈ। ਜੀ ਪੰਜਾਬੀ ਕਹਾਣੀ ਦੀ ਵਿਧਾ ਉਹਨਾਂ ਦੇਸ਼ਾਂ ਦੇ ਵਿੱਚ ਸਥਾਪਿਤ ਹੋ ਚੁੱਕੀ ਹੈ। ਉੱਥੇ ਵਸਦੇ ਕਹਾਣੀਕਾਰ ਇੱਥੇ ਪੰਜਾਬੀ ਕਹਾਣੀ ਦੀ ਜਿਹੜੀ ਮੁੱਖ ਧਾਰਾ ਤੇ ਪਰੰਪਰਾ ਹੈ ਉਸ ਦੇ ਨਾਲ ਵਰ ਮੇਚਦੇ ਨੇ। ਜੀ ਉਹਦੇ ਵਿੱਚ ਉਹਨਾਂ ਦਾ ਨਾਮ ਥਾਮ ਆਉਂਦਾ ਹੈ ਉਹਨਾਂ ਦੀ ਕਹਾਣੀ ਦੇ ਕੰਮ ਦੇ ਆਧਾਰ ਤੇ। ਜੀ ਇਹਨਾਂ ਮੁਲਕਾਂ ਦੇ ਵਿੱਚ ਪੰਜਾਬੀ ਕਹਾਣੀ ਜਿਹੜੇ ਲਿਖ ਰਹੇ ਨੇ ਕਹਾਣੀਕਾਰ, ਉਹਨਾਂ ਦੀਆਂ ਬਹੁਤ ਸਾਰੇ ਕਹਾਣੀ ਸੰਗ੍ਰਹਿ, ਉਹਨਾਂ ਦੇ ਬਹੁਤ ਸਾਰੇ ਨਾਵਲ ਤੇ ਕਹਾਣੀ ਔਰ ਨਾਵਲਾਂ ਦੇ ਉੱਤੇ ਆਲੋਚਨਾ ਦੀਆਂ ਪੁਸਤਕਾਂ ਛਪ ਚੁੱਕੀਆਂ ਨੇ। ਜੀ ਸਾਨੂੰ ਸਮਗਰ ਰੂਪ ਦੇ ਵਿੱਚ ਉੱਥੇ ਭਰਮੀ ਸਮੱਗਰੀ ਮਿਲਦੀ ਹੈ ਕੈਨੇਡਾ, ਅਮਰੀਕਾ, ਇੰਗਲੈਂਡ ਦੀ ਪੰਜਾਬੀ ਕਹਾਣੀ ਬਾਰੇ, ਉਸ ਦੇ ਨਾਵਲ ਬਾਰੇ, ਜਿੰਨਾ ਵੀ ਗਲਪ ਹੈ ਉਸ ਬਾਰੇ। ਉਹ ਕਹਾਣੀ ਸਥਾਪਿਤ ਹੋ ਚੁੱਕੀ ਹੈ, ਕਹਾਣੀਕਾਰ ਸਥਾਪਿਤ ਹੋ ਚੁੱਕੇ ਨੇ, ਇਹ ਵਿਧਾ ਸਥਾਪਿਤ ਹੋ ਚੁੱਕੀ ਹੈ। ਹੁਣ ਉਹ ਕਹਾਣੀ ਤੁਰਦੀ ਹੋਈ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਹੈ। ਸਾਡੇ ਪੰਜਾਬੀ ਲੋਕ ਧਾਰਾ ਦੇ ਵਿੱਚ ਇੱਕ ਬੜਾ ਖੂਬਸੂਰਤ ਕਥਨ ਆਉਂਦਾ ਹੈ, ਉਹਦੇ ਹਵਾਲੇ ਨਾਲ ਮੈਂ ਗੱਲ ਸਮਝਾਉਣੀ ਚਾਹੂੰਗਾ ਕਿ ਪੰਜਾਬੀ ਬੰਦਾ ਗੀਤਾਂ ਦੇ ਵਿੱਚ ਜੰਮਦਾ ਹੈ, ਗੀਤਾਂ ਦੇ ਵਿੱਚ ਪੂਰ ਚੜ੍ਹਦਾ ਹੈ ਤੇ ਗੀਤਾਂ ਦੇ ਵਿੱਚ ਪੂਰਾ ਹੁੰਦਾ ਹੈ। ਬਿਲਕੁਲ ਜੀ। ਹੁਣ ਅਸੀਂ ਗੀਤ ਦੀ ਥਾਵੇਂ ਅਗਰ ਕਹਾਣੀ ਲਾ ਲਈਏ ਤਾਂ ਇਹ ਪਰਿਭਾਸ਼ਾ ਇਸ ਤਰ੍ਹਾਂ ਬਣ ਜਾਂਦੀ ਹੈ ਕਿ ਪੰਜਾਬੀ ਬੰਦਾ ਜਦੋਂ ਜੰਮਦਾ ਹੈ ਤਾਂ ਵੀ ਉਹਦੀ ਇੱਕ ਕਹਾਣੀ ਹੁੰਦੀ ਹੈ, ਜਦੋਂ ਉਹ ਪੂਰ ਚੜ੍ਹਦਾ, ਜਵਾਨ ਹੁੰਦਾ, ਜਿਉਂਦਾ ਹੈ, ਤਦ ਵੀ ਉਹਦੀ ਇੱਕ ਨਹੀਂ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ। ਜਦੋਂ ਉਹ ਪੂਰਾ ਹੁੰਦਾ ਹੈ ਤਾਂ ਉਸਦੇ ਪੂਰੇ ਹੋਣ ਦੀ ਵੀ ਇੱਕ ਕਹਾਣੀ ਹੁੰਦੀ ਹੈ। ਬਿਲਕੁਲ ਜੀ। ਕਹਿਣ ਤੋਂ ਮੁਰਾਦ ਕਿ ਪੰਜਾਬੀ ਬੰਦਾ ਜਿੱਥੇ ਜਿੱਥੇ ਵੀ ਜਾਂਦਾ ਹੈ, ਜਨਮ ਤੋਂ ਲੈ ਕੇ ਮੌਤ ਤੱਕ ਵਿੱਚ ਜੀਵਨ ਆ ਗਿਆ, ਉਸ ਦੇ ਨਾਲ ਕਹਾਣੀਆਂ ਵੀ ਜਾਂਦੀਆਂ ਨੇ। ਹੁਣ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਮੈਂ ਜਦੋਂ ਉਹ ਮੁਲਕਾਂ ਦੀ ਕਹਾਣੀ ਦੇ ਸਮਾਨਾਂਤਰ ਦੇਖਦਾ, ਇਹ ਮੇਰੀ ਪੜ੍ਹਨ ਦੀ ਸੀਮਾ ਹੋ ਸਕਦੀ ਹੈ, ਮੇਰੇ ਗਿਆਨ ਦੀ ਘਾਟ ਹੋ ਸਕਦੀ ਹੈ, ਮੇਰੀ ਸਮਰੱਥਾ ਦੀ ਕਮੀ ਹੋ ਸਕਦੀ ਹੈ ਕਿ ਮੈਨੂੰ ਆਸਟ੍ਰੇਲੀਆ ਦੀ ਜਿਹੜੀ ਪੰਜਾਬੀ ਕਹਾਣੀ ਹੈ, ਹੁਣ ਮੈਂ ਜਿਹਦਾ ਨਾਮ ਲੈਣ ਲੱਗਿਆ, ਇਸ ਤੋਂ ਬਿਨਾਂ ਹੋਰ ਵੀ ਹੋਵੇ ਜੇਕਰ, ਉਹ ਮੇਰੀ ਸੀਮਾ ਹੈ, ਉਹ ਮੇਰੀ ਘਾਟ ਹੈ, ਉਹ ਮੇਰੀ ਸਮਰੱਥਾ ਦੀ ਘਾਟ ਹੈ ਕਿ ਮੈਨੂੰ ਉਸ ਬਾਰੇ ਪਤਾ ਨਹੀਂ। ਪਰ ਪਿਛਲੀ ਵਾਰ ਜਿਹੜਾ ਅਸੀਂ ਕਥਾ ਸੰਵਾਦ ਕਹਾਣੀ ਪਾਠ ਦਾ ਪ੍ਰੋਗਰਾਮ ਕੀਤਾ, ਉਸ ਦੇ ਵਿੱਚ ਮਧੂ ਤਨਹਾ ਜੀ, ਜੱਸੀ ਧਾਲੀਵਾਲ ਤੇ ਹਰਵਿੰਦਰ ਚਾਹਲ ਦੋ ਕਹਾਣੀਕਾਰ ਆਸਟ੍ਰੇਲੀਆ ਦੇ ਨੇ ਜਿਨ੍ਹਾਂ ਨੇ ਕਹਾਣੀਆਂ ਪੜ੍ਹੀਆਂ। ਇਹਨਾਂ ਦੋਵਾਂ ਦੇ ਵਿੱਚੋਂ ਜੱਸੀ ਧਾਲੀਵਾਲ ਵਾਹਦ ਇੱਕ ਐਸੀ ਕਹਾਣੀਕਾਰ ਹੈ, ਇੱਕ ਐਸੀ ਗਲਪਕਾਰ ਸਾਡੇ ਸਾਹਮਣੇ ਆਉਂਦੀ ਹੈ ਆਸਟ੍ਰੇਲੀਆ ਦੇ ਵਿੱਚੋਂ, ਜਿਹਦੇ ਦੋ ਕਹਾਣੀ ਸੰਗ੍ਰਹਿ ਮੇਰੇ ਹੱਥਾਂ ਦੇ ਵਿੱਚ ਨੇ। ਇਹਦਾ ਇੱਕ ਕਹਾਣੀ ਸੰਗ੍ਰਹਿ ਹੈ ਬਾਕੀ ਸੁੱਖ ਸਾਂਦ ਹੈ ਤੇ ਦੂਸਰਾ ਜਿਹੜਾ ਛਪਣ ਅਧੀਨ ਹੈ ਟਰੋਫੀ ਵਾਈਫ। ਉਹਦੇ ਵਿੱਚ ਇੱਕ ਵੱਜਵੇਂ ਰੂਪ ਵਿੱਚ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਸਾਡੇ ਸਾਹਮਣੇ ਆਉਂਦੀ ਹੈ। ਵਿਸ਼ੇਸ਼ ਤੌਰ ਦੇ ਉੱਤੇ ਮੈਂ ਆਪਣੀ ਗੱਲ ਕਰਾਂ, ਮੇਰੇ ਕੋਲ ਆਉਂਦੀ ਹੈ। ਜੱਸੀ ਧਾਲੀਵਾਲ ਦੇ ਹੀ ਦੋ ਨਾਵਲ ਸੁਖਨ ਲੋਕ ਤੇ ਪੋਸਟ ਕਾਰਡ ਛਪ ਕੇ ਸਾਡੇ ਸਾਹਮਣੇ ਆਉਂਦੇ ਨੇ। ਇਹ ਇੱਕ ਮੰਨੀ ਪਰਮੰਨੀ ਧਾਰਨਾ ਹੈ ਕਿ ਜਿੰਨਾ ਚਿਰ ਕਿਸੇ ਵਿਧਾ ਦੇ ਵਿੱਚ ਲੇਖਕ ਦੀ ਕਿਤਾਬ ਨਹੀਂ ਛਪਦੀ, ਉਹਦੀ ਗਤੀ ਨਹੀਂ ਹੁੰਦੀ, ਨਾ ਲੇਖਕ ਦੀ ਨਾ ਉਸ ਵਿਧਾ ਦੀ। ਸੋ ਹੁਣ ਗਤੀ ਦੇ ਵਿੱਚ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਆਈ ਹੈ ਇਹਨਾਂ ਕਹਾਣੀ ਸੰਗ੍ਰਹਿਾਂ ਨਾਲ, ਇਹਨਾਂ ਨਾਵਲਾਂ ਨਾਲ। ਔਰ ਇਸ ਆਧਾਰ ਤੇ ਮੈਂ ਕਹਿ ਸਕਦਾ ਕਿ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਸਬਜੈਕਟ, ਵਿਸ਼ੇ ਬਹੁਤ ਸੋਹਣੇ ਲੈ ਰਹੀ ਹੈ। ਜਿਹੜੇ ਸਰੋਕਾਰ, ਜਿਹੜੇ ਸੰਕਟ, ਜਿਹੜੇ ਮਸਲੇ, ਜਿਹੜੀਆਂ ਅੰਤਰ ਤੇ ਬਾਹਰੀ ਸਮੱਸਿਆਵਾਂ ਜਿਨ੍ਹਾਂ ਨਾਲ ਆਸਟ੍ਰੇਲੀਆ ਦੇ ਵਿੱਚ ਵਸਦਾ ਪੰਜਾਬੀ ਮਨੁੱਖ ਦੋ ਚਾਰ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਉਹ ਬਹੁਤ ਹੀ
ਦਿਲ ਟੁੰਬਵੇਂ ਬਲਕਿ ਹਿਰਦੇ ਵੇਦਿਕ ਤੁਹਾਨੂੰ ਝੰਜੋੜ ਦੇਣ ਵਾਲੇ ਵਿਸ਼ੇ ਇਹਨਾਂ ਕਹਾਣੀਆਂ ਦੇ ਵਿੱਚ ਆ ਰਹੇ ਨੇ। ਜੱਸੀ ਧਾਲੀਵਾਲ ਤੇ ਹਰਵਿੰਦਰ ਚਾਹਲ ਦੀਆਂ ਹੀ ਮੈਂ ਫਿਲਹਾਲ ਪੜ੍ਹੀਆਂ ਨੇ, ਇਹਨਾਂ ਦੇ ਆਧਾਰ ਤੇ ਕਹਿ ਰਿਹਾ। ਔਰ ਜੱਸੀ ਦੇ ਨਾਵਲਾਂ ਦੇ ਵਿੱਚ ਵੀ ਇਹ ਪੜ੍ਹ ਕੇ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ, ਗਿਆਨ ਹੁੰਦਾ, ਸਾਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਹੋਰ ਮੁਲਕਾਂ ਦੀ ਪੰਜਾਬੀ ਕਹਾਣੀ ਦੇ ਮੁਕਾਬਲੇ ਉਦੈ ਹੋਈ ਹੈ, ਇਸ ਦਾ ਜਨਮ ਹੋਇਆ, ਇਹਦੀ ਗਤੀ ਸ਼ੁਰੂ ਹੋਈ ਹੈ, ਇਹਨੇ ਅਜੇ ਵਿਕਾਸ ਕਰਨਾ ਹੈ, ਇਹਨੇ ਸਿਖਰ ਤੇ ਪਹੁੰਚਣਾ ਹੈ, ਇਹਨੇ ਨਵੇਂ ਕੀਰਤੀਮਾਨ ਸਥਾਪਿਤ ਕਰਨੇ ਨੇ ਪੰਜਾਬੀ ਕਹਾਣੀ 'ਚ। ਫਿਲਹਾਲ ਮੈਨੂੰ ਹਾਲ ਦੀ ਘੜੀ ਇਸ ਤਰ੍ਹਾਂ ਦਾ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਬਾਰੇ ਦ੍ਰਿਸ਼ ਹੈ ਜਿਹੜਾ ਉਹ ਨਜ਼ਰ ਆ ਰਿਹਾ ਹੈ। ਜੀ ਜੀ, ਥੈਂਕ ਯੂ ਸੋ ਮਚ ਰਾਣਾ ਜੀ। ਬਿਲਕੁਲ ਸਹੀ ਗੱਲ ਕਹੀ ਤੁਸੀਂ ਕਿ ਇੱਕ ਪਿਰਤ ਪੈ ਚੁੱਕੀ ਹੈ, ਨਾਮ ਜਿਹੜਾ ਹੈਗਾ ਜੁੜ ਚੁੱਕਿਆ ਕਿ ਆਸਟ੍ਰੇਲੀਆ ਦੇ ਵਿੱਚ ਕਹਾਣੀ ਲਿਖੀ ਜਾ ਰਹੀ ਹੈ। ਇਹ ਬਿਲਕੁਲ ਸੱਚੀ ਗੱਲ ਹੈ ਕਿ ਜਦੋਂ ਅਸੀਂ ਵੀ ਭਾਗ ਪਹਿਲੇ ਲਈ ਜਿਹੜਾ ਕਹਾਣੀਕਾਰਾਂ ਨੂੰ ਲੱਭ ਰਹੇ ਸੀ ਤਾਂ ਅਸੀਂ ਵੱਖ-ਵੱਖ ਗਰੁੱਪਾਂ ਦੇ ਵਿੱਚ ਪਾਇਆ ਤੇ ਕੋਈ ਸਾਡੇ ਸਾਹਮਣੇ ਨਹੀਂ ਆਇਆ ਕਿ ਹਾਂ ਮੈਂ ਕਹਾਣੀਆਂ ਲਿਖ ਰਿਹਾ ਜਾਂ ਮੈਂ ਬਹੁਤ ਚਿਰ ਤੋਂ ਲਿਖ ਰਿਹਾ, ਮੈਂ ਆਸਟ੍ਰੇਲੀਆ ਦੇ ਵਿੱਚ ਹਾਂ, ਮੈਂ ਆਸਟ੍ਰੇਲੀਅਨ ਕਹਾਣੀ ਲਿਖ ਰਿਹਾ। ਤੇ ਅਸੀਂ ਮੁਸ਼ਕਿਲ ਨਾਲ ਹਰਵਿੰਦਰ ਜੀ ਨੂੰ ਤੇ ਜੱਸੀ ਤਾਂ ਪਹਿਲਾਂ ਹੀ ਨਾਮ ਜਿਹੜਾ ਆਪਣਾ ਸਥਾਪਿਤ ਕਰ ਚੁੱਕੇ ਨੇ, ਸਾਨੂੰ ਹਰਵਿੰਦਰ ਜੀ ਲੱਭੇ, ਹਨਾ। ਤੇ ਬਿਲਕੁਲ ਇਹ ਸਹੀ ਗੱਲ ਹੈ ਕਿ ਰੀਤ ਸ਼ੁਰੂ ਹੋ ਗਈ ਹੈ, ਪਿਰਤ ਸ਼ੁਰੂ ਹੋ ਗਈ ਹੈ ਤੇ ਉਮੀਦ ਹੈ ਕਿ ਅੱਗੇ ਅੱਗੇ ਇਸ ਰਸਤੇ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਨਵੇਂ ਕਹਾਣੀਕਾਰ ਚੱਲਣਗੇ। ਇਸੇ ਗੱਲ ਤੋਂ ਮੇਰਾ ਜਿਹੜਾ ਹੈਗਾ ਦੂਸਰਾ ਪ੍ਰਸ਼ਨ ਦਾ ਉੱਤਰ ਜਿਹੜਾ ਮੈਂ ਤੁਹਾਡੇ ਤੋਂ ਲੱਭਣਾ ਚਾਹਾਂਗੀ ਕਿ ਅਸੀਂ ਕੀ ਕਰੀਏ ਆਸਟ੍ਰੇਲੀਆ ਦੇ ਵਿੱਚ, ਕਿ ਅਸੀਂ ਨਵੇਂ ਪੰਜਾਬੀ ਕਹਾਣੀਕਾਰਾਂ ਨੂੰ ਉਤਸ਼ਾਹਿਤ ਕਰੀਏ, ਉਹਨਾਂ ਨੂੰ ਅੱਗੇ ਲੈ ਕੇ ਆਈਏ ਜਾਂ ਮੋਟੀਵੇਟ ਕਰੀਏ ਕਿ ਜੇ ਕਿਸੇ ਕੋਲ ਪੈਸ਼ਨ ਹੈ ਲਿਖਣ ਦਾ ਆਸਟ੍ਰੇਲੀਆ ਦੇ ਵਿੱਚ, ਉਹ ਇੰਨੇ ਬਿਜ਼ੀ ਸ਼ਡਿਊਲ ਦੇ ਵਿੱਚ ਜਿਹੜਾ ਹੈਗਾ ਲਿਖੇ, ਕਹਾਣੀਆਂ ਲਿਖੇ, ਸਮਾਜਿਕ ਮੁੱਦਿਆਂ ਨੂੰ ਛੂਹੇ। ਕੀ ਕੀਤਾ ਜਾ ਸਕਦਾ ਹੈ? ਕਿਉਂਕਿ ਅਸੀਂ ਪੰਜਾਬੀ ਸਾਥ ਮੈਲਬਰਨ ਚਲਾ ਰਹੇ ਹਾਂ, ਆਸਟ੍ਰੇਲੀਅਨ ਪੰਜਾਬੀ ਚੈਨਲ ਬਹੁਤ ਵਧੀਆ ਉਦਮ ਕਰ ਰਿਹਾ ਸਾਹਿਤ ਦੇ ਵਿੱਚ, ਤੇ ਅਸੀਂ ਨਵੀਆਂ ਕਲਮਾਂ ਨੂੰ ਜਿਹੜਾ ਹੈਗਾ ਅਕਸਰ ਸਾਡੇ ਵਰਗੇ ਲੋਕ ਜਿਹੜੇ ਇਹਨਾਂ ਮੰਚਾਂ ਨਾਲ ਜੁੜ ਕੇ ਜਿਹੜਾ ਹੈਗਾ ਵੈਲਿਊਡ ਫੀਲ ਕਰਦੇ ਆ, ਤੇ ਅਸੀਂ ਹੋਰ ਕੀ ਕਰ ਸਕਦੇ ਹਾਂ ਕਿ ਜਿਹੜੇ ਨਵੀਆਂ ਕਲਮਾਂ ਜੁੜਨ ਦੇ ਉਤਸ਼ਾਹਿਤ ਹੋਣ? ਹਾਂਜੀ, ਮਧੂ ਤਨਹਾ ਜੀ ਸਾਡੇ ਸਮਾਜ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਕਲਾ ਤੇ ਸਾਹਿਤ ਦੇ ਸਮਾਜ ਵਿੱਚ ਵੀ ਆਮ ਸਮਾਜ ਵਾਂਗ ਦੋ ਕਿਸਮ ਦੇ ਲੋਕ ਨੇ। ਇੱਕ ਕਿਸਮ ਦੇ ਉਹ ਲੋਕ ਨੇ ਜਿਹੜੇ ਪੁਲ ਉਸਾਰਦੇ ਨੇ, ਇੱਕ ਉਹ ਨੇ ਜਿਹੜੇ ਪੁਲ ਤੋੜਦੇ ਨੇ। ਇੱਕ ਉਹ ਨੇ ਜਿਹੜੇ ਨਵੇਂ ਸਾਹਿਤਕਾਰਾਂ ਦੀ, ਰਚਨਾਕਾਰਾਂ ਦੀ, ਕਲਾਕਾਰਾਂ ਦੀ ਤਲਾਸ਼ ਕਰਦੇ ਨੇ। ਇੱਕ ਉਹ ਨੇ ਜਿਹੜੇ ਮੰਚ ਦੇ ਉੱਤੇ ਕੰਮ ਕਰ ਰਹੇ ਆਏ ਹੋਏ ਕਲਾਕਾਰਾਂ, ਸਾਹਿਤਕਾਰਾਂ ਤੇ ਅਦੀਬਾਂ ਨੂੰ ਮੰਚ ਦੇ ਉੱਤੋਂ ਗਾਇਬ ਕਰਦੇ ਨੇ, ਵਿਦਾ ਕਰਦੇ ਨੇ, ਰੁਖਸਤ ਕਰਦੇ ਨੇ, ਉਹਨਾਂ ਨੂੰ ਮੇਟਦੇ ਨੇ। ਦੋ ਕਿਸਮ ਦੇ ਸਾਡੇ ਕੋਲ ਧਿਰਾਂ ਸਮਾਜ ਦੇ ਵਿੱਚ, ਖਾਸ ਤੌਰ ਤੇ ਸਾਹਿਤ ਦੇ ਸਮਾਜ ਦੇ ਵਿੱਚ ਸਾਹਮਣੇ ਆਉਂਦੀਆਂ ਨੇ। ਹੁਣ ਲਾਜ਼ਮੀ ਤੌਰ ਦੇ ਉੱਤੇ ਮੈਂ ਨਿਰਪੱਖ ਤੌਰ ਦੇ ਉੱਤੇ ਕਿਸੇ ਧਿਰ ਤੋਂ ਮੈਂ ਕੁਝ ਵੀ ਲੈਣਾ ਦੇਣਾ ਨਹੀਂ, ਮੈਂ ਸਾਰਿਆਂ ਦਾ ਬਹੁਤ ਮੁਦਈ ਹਾਂ, ਰਿਣੀ ਹਾਂ, ਪ੍ਰਸ਼ੰਸਕ ਹੈ ਜੀ। ਫਿਲਹਾਲ ਇਸ ਟਾਈਮ ਪੰਜਾਬੀ ਸਾਥ ਮੈਲਬੌਰਨ ਤੇ ਅਪ ਟੀਵੀ ਚੈਨਲ ਹੈ ਜਿਹੜਾ, ਇਹ ਦੋ ਐਸੀਆਂ ਸੰਸਥਾਵਾਂ ਮੇਰੇ ਵਾਸਤੇ ਘੱਟੋ ਘੱਟ ਮੇਰੇ ਸਾਹਮਣੇ ਨੇ ਜਿਨ੍ਹਾਂ ਦੇ ਰਾਹੀਂ ਮੈਂ ਆਸਟ੍ਰੇਲੀਆ ਦੇ ਵਿੱਚ ਵਸਦੇ ਪੰਜਾਬੀ ਕਹਾਣੀਕਾਰਾਂ ਦੇ ਰੂਬਰੂ ਹੋਇਆ। ਮੈਂ ਉਹਨਾਂ ਕਹਾਣੀਕਾਰਾਂ ਨੂੰ ਸੁਣਿਆ, ਮੈਂ ਉਹਨਾਂ ਦੀਆਂ ਕਹਾਣੀਆਂ ਪੜ੍ਹੀਆਂ ਨੇ, ਉਹਨਾਂ ਬਾਰੇ ਗੱਲ ਕੀਤੀ ਹੈ ਜੀ। ਇਹ ਜਿਹੜਾ ਕਾਰਜ ਹੈ ਇਹ ਅਸਲ ਦੇ ਵਿੱਚ ਪੁਲ ਉਸਾਰਨ ਵਾਲਾ ਕਾਰਜ ਹੈ। ਇਹ ਨਵੇਂ ਲੇਖਕਾਂ ਨੂੰ ਮੰਚ ਪ੍ਰਦਾਨ ਕਰਨ ਵਾਲਾ, ਉਹਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਕਾਰਜ ਹੈ। ਇਹ ਕਾਰਜ ਕਰਨਾ ਬਹੁਤ ਔਖਾ ਹੈ। ਇਸ ਦੇ ਲਈ ਤੁਹਾਨੂੰ ਕੰਡਿਆਂ ਤੇ ਤੁਰਨਾ ਪੈਂਦਾ ਹੈ। ਇਸ ਵਾਸਤੇ ਤੁਹਾਨੂੰ ਬਹੁਤ ਸਾਰੇ ਵਿਰੋਧੀ ਧਿਰਾਂ ਨੇ ਜਿਹੜੀਆਂ ਦਿਸਦੀਆਂ, ਅਣਦਿਸਦੀਆਂ, ਕਹੀਆਂ, ਅਣਕਹੀਆਂ, ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ। ਇਹਦਾ ਮੰਚ, ਜਿਹੜਾ ਚੈਨਲ, ਜਿਹੜੀ ਸੱਥ, ਇਹ ਸਾਰੇ ਕਾਸੇ ਨੂੰ ਪਾਰ ਕਰਕੇ ਆਪਣਾ ਲਕਸ਼ ਹੈ ਜਿਹੜਾ ਧਿਆਨ ਉਸ ਤੇ ਰੱਖਦੀ ਹੈ, ਤੁਰਦੀ ਰਹਿੰਦੀ ਹੈ ਲਗਾਤਾਰ, ਇੱਕ ਦਿਨ ਸਫਲ ਹੁੰਦੀ ਹੈ, ਨਵੇਂ ਕਹਾਣੀਕਾਰਾਂ ਨੂੰ ਤਲਾਸ਼ ਕੇ ਲਿਆਉਂਦੀ ਹੈ ਜੀ। ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੇ ਕਹਾਣੀਕਾਰ ਨੇ ਜਿਹੜੇ ਬਤੌਰ ਕਹਾਣੀਕਾਰ ਮੇਰੇ ਵਾਂਗ ਇੰਟਰੋਵਰਟ ਨੇ, ਅੰਤਰਮੁਖੀ ਨੇ, ਲੁਕੇ ਹੋਏ ਨੇ, ਘਰਾਂ ਦੇ ਵਿੱਚ, ਵੱਖ-ਵੱਖ ਇਲਾਕਿਆਂ ਦੇ ਵਿੱਚ, ਵੱਖ-ਵੱਖ ਕੰਮਾਂਕਾਰਾਂ ਦੇ ਵਿੱਚ, ਜ਼ਿੰਦਗੀ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਲੁਕੇ ਹੋਏ ਨੇ, ਛੁਪੇ ਹੋਏ ਨੇ। ਸੱਥ ਦਾ, ਮੰਚ ਦਾ, ਚੈਨਲ ਦਾ, ਤੁਹਾਡਾ, ਸਾਡਾ, ਆਪਣਾ ਸਾਰਿਆਂ ਦਾ ਸਭ ਤੋਂ ਪਹਿਲਾ ਤੇ ਆਖਰੀ ਇਖਲਾਕੀ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਤਲਾਸ਼ ਕਰਕੇ ਲੱਭ ਕੇ ਲੈ ਕੇ ਆਈਏ ਔਰ ਇਸ ਕਾਫਲੇ ਦੇ ਵਿੱਚ ਜੋੜੀਏ ਤਾਂ ਕਿ ਕਹਾਣੀਕਾਰਾਂ ਦਾ ਕਾਫਲਾ, ਕਥਾ ਕਾਫਲਾ ਵਿਸ਼ਾਲ ਹੋਵੇ, ਕਹਾਣੀ ਵੱਡੇ ਪੱਧਰ ਦੇ ਉੱਤੇ ਲਿਖੀ ਜਾਵੇ, ਛਪ ਕੇ ਆਵੇ ਤੇ ਉਹਦੀ ਗੱਲ ਹੋਵੇ।
ਜੀ ਤਾਂ ਕਿ ਅਸੀਂ ਬਾਕੀ ਮੁਲਕਾਂ ਦੀ ਪੰਜਾਬੀ ਕਹਾਣੀ ਦੇ ਮੁਕਾਬਲੇ ਵਰ ਮੇਚ ਸਕੀਏ, ਸਥਾਪਿਤ ਹੋ ਸਕੀਏ ਔਰ ਗੁਣਵੱਤਾ ਦਾ ਜਿਹੜਾ ਮਸਲਾ ਹੁੰਦਾ ਪੰਜਾਬੀ ਕਹਾਣੀ 'ਚ ਉਸ ਤੇ ਖਰੇ ਉਤਰ ਸਕੀਏ। ਹੁਣ ਬਿਲਕੁਲ ਤੁਸੀਂ ਜਿਹੜੀ ਗੱਲ ਪੁੱਛੀ ਹੈ ਮੈਂ ਉਸ ਦੇ ਉੱਤੇ ਵੀ ਆਉਣਾ ਜੀ ਕਿ ਬਹੁਤ ਸਾਰੇ ਕਹਾਣੀਕਾਰ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਵੀ ਲਿਖਦੇ ਹੋਣਗੇ, ਮੇਰੇ ਵਾਂਗ ਜਿਨ੍ਹਾਂ ਨੇ ਲਿਖ ਲਿਖ ਕੇ ਡਾਇਰੀਆਂ ਦੇ ਉੱਤੇ, ਕਾਗਜ਼ਾਂ ਦੇ ਉੱਤੇ ਲੁਕੋ ਕੇ ਰੱਖੀਆਂ ਹੋਣਗੀਆਂ ਕਹਾਣੀਆਂ। ਹਮ ਬਹੁਤ ਸਾਰੇ ਐਸੇ ਰਚਨਾਕਾਰ ਹੋਣਗੇ ਜਿਨ੍ਹਾਂ ਨੇ ਕਹਾਣੀਆਂ ਲਿਖੀਆਂ ਨਹੀਂ, ਪਰ ਜਿਨ੍ਹਾਂ ਦੇ ਜ਼ਿਹਨ 'ਚ ਬਹੁਤ ਜ਼ਬਰਦਸਤ ਕਹਾਣੀਆਂ ਨੇ। ਹਮ ਉਹ ਸਮਾਂ, ਉਹ ਮੌਕਾ, ਉਹ ਕਾਰਨ ਅਜੇ ਬਣਿਆ ਨਹੀਂ ਜਦੋਂ ਉਹਨਾਂ ਦੀ ਕਹਾਣੀ ਬਾਹਰ ਆਉਣੀ ਹੈ। ਜੀ ਇੱਕ ਉਹ ਵੀ ਲੋਕ ਨੇ ਰਚਨਾਕਾਰ ਜਿਹੜੇ ਇਸ ਟਾਈਮ ਕਹਾਣੀਆਂ ਜਿਉ ਰਹੇ ਨੇ, ਹੰਢਾ ਰਹੇ ਨੇ, ਜੀ ਉਹਨਾਂ ਦਾ ਸਾਹਮਣਾ ਕਰ ਰਹੇ ਨੇ ਜ਼ਿੰਦਗੀ 'ਚ। ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਸ ਨੂੰ ਕਾਗਜ਼ ਦੇ ਉੱਤੇ ਉਤਾਰਨਗੇ, ਕਿਤਾਬ 'ਚ ਲੈ ਕੇ ਆਉਣਗੇ, ਜ਼ੁਬਾਨ ਤੇ ਲੈ ਕੇ ਆਉਣਗੇ, ਕਲਮ ਦੀ ਨੋਕ ਹੇਠਾਂ ਰੱਖਣਗੇ। ਜੀ ਇਹ ਲਾਜ਼ਮੀ ਤੌਰ ਤੇ ਹੈ ਕਿਉਂਕਿ ਉਦੈ ਹੋ ਚੁੱਕਿਆ, ਆਗਾਜ਼ ਹੋ ਚੁੱਕਿਆ। ਆਸਟ੍ਰੇਲੀਅਨ ਪੰਜਾਬੀ ਕਹਾਣੀ ਗਤੀ ਫੜ ਚੁੱਕੀ ਹੈ ਜੀ ਔਰ ਇਸ ਦੀ ਰਫ਼ਤਾਰ ਵੀ ਹੋਊਗੀ ਔਰ ਉਹ ਖੂਬਸੂਰਤ ਹੋਊਗੀ। ਹੁਣ ਇਹਦੇ ਵਾਸਤੇ ਅਸੀਂ ਜਿਹੜੇ 2-4 ਕੰਮ ਕਰ ਸਕਦੇ ਹਾਂ ਜਿਹਦੇ ਨਾਲ ਲੁਕੇ ਹੋਏ, ਮੈਂ ਕਿਹਾ, ਖਾਮੋਸ਼ ਬੈਠੇ ਨੇ, ਸਾਡੇ ਨਾਲ ਰਾਬਤਾ ਨਹੀਂ ਕਰਦੇ, ਕਿਸੇ ਮੌਕੇ ਦੀ, ਕਿਸੇ ਮੰਚ ਦੀ ਤਲਾਸ਼ ਵਿੱਚ ਨੇ, ਉਡੀਕ ਵਿੱਚ ਨੇ ਕਿ ਉਹਨਾਂ ਨੂੰ ਆਵਾਜ਼ ਮਾਰੇ, ਕੋਈ ਉਹਨਾਂ ਦਾ ਹੱਥ ਫੜੇ, ਕੋਈ ਉਹਨਾਂ ਨੂੰ ਜਾ ਕੇ ਕਹੇ ਕਿ ਚੱਲ ਉੱਠ, ਕਹਾਣੀ ਪੜ੍ਹੀਏ, ਕਹਾਣੀ ਲਿਖੀਏ, ਕਹਾਣੀ ਦੀਆਂ ਗੱਲਾਂ ਕਰੀਏ। ਜੀ ਮਧੂ ਤਨਹਾ ਜੀ ਇਸ ਵਾਸਤੇ ਅਸੀਂ 3-4 ਜਿਹੜੇ ਸਾਡੇ ਕੋਲ ਬੜੇ ਪਾਪੂਲਰ, ਬੜੇ ਪ੍ਰਮਾਣਿਕ ਵੀ ਨੇ ਜੀ ਤਰੀਕੇ ਨੇ ਉਹ ਵਰਤ ਸਕਦੇ ਹਾਂ। ਨੰਬਰ 1, ਅਸੀਂ ਨਵੇਂ ਪੰਜਾਬੀ ਕਹਾਣੀਕਾਰਾਂ ਨੂੰ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਉਤਸ਼ਾਹਿਤ ਕਰਨ ਵਾਸਤੇ, ਲੱਭਣ ਵਾਸਤੇ ਕਹਾਣੀ ਮੁਕਾਬਲੇ ਕਰਾ ਸਕਦੇ ਹਾਂ। ਹਮ ਅਸੀਂ ਆਸਟ੍ਰੇਲੀਅਨ ਪੰਜਾਬੀ ਕਹਾਣੀ ਦੇ ਮੁਕਾਬਲੇ ਕਰਾਈਏ, ਕਹਾਣੀਆਂ ਦੀ ਮੰਗ ਕਰੀਏ, ਉਹਨਾਂ ਦੇ ਵਿੱਚ ਪਹਿਲੇ, ਦੂਜੇ, ਤੀਜੇ ਨੰਬਰ ਦੇ ਲੱਭੀਏ ਤੇ ਫਿਰ 10 ਤੱਕ, ਪਹਿਲੇ, ਦੂਜੇ, ਤੀਜੇ ਤੱਕ ਹੀ ਸੀਮਤ ਨਾ ਰਹੀਏ, ਬਲਕਿ 10 ਕਹਾਣੀਆਂ ਜਿਹੜੀਆਂ ਪਹਿਲੀਆਂ ਵਧੀਆ ਨੇ, 50 ਚੋਂ ਮੰਨ ਲਓ, 100 ਚੋਂ ਮੰਨ ਲਓ, 20 ਚੋਂ, ਜੀ ਅਸੀਂ ਉਹਨਾਂ ਸਾਰੀਆਂ ਕਹਾਣੀਆਂ ਦੇ ਕਹਾਣੀਕਾਰਾਂ ਨੂੰ ਸਨਮਾਨਿਤ ਕਰੀਏ, ਉਹਨਾਂ ਦੀਆਂ ਕਹਾਣੀਆਂ ਦੀਆਂ ਗੱਲਾਂ ਕਰੀਏ। ਜੀ ਇਸ ਨਾਲ ਉਹ ਉਤਸ਼ਾਹਿਤ ਹੋਣਗੇ, ਹੌਸਲੇ ਚਾਉਣਗੇ, ਦੂਜੀ, ਤੀਜੀ, ਚੌਥੀ, ਪੰਜਵੀਂ, 10ਵੀਂ, 20ਵੀਂ, 100ਵੀਂ ਕਹਾਣੀ ਲਿਖਣਗੇ। ਵਾਹ ਜਿਹੜੀਆਂ ਮੁਕਾਬਲਿਆਂ ਦੇ ਵਿੱਚ ਕਹਾਣੀਆਂ ਉੱਭਰ ਕੇ ਸਾਹਮਣੇ ਆਉਣਗੀਆਂ ਚੰਗੀਆਂ ਵਿਸ਼ਾ ਤੇ ਕਲਾ ਪੱਖ ਤੋਂ। ਦੂਸਰਾ ਕੰਮ ਅਸੀਂ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਹ ਕਰ ਸਕਦੇ ਹਾਂ ਕਿ ਉਹ ਕਹਾਣੀਆਂ 10 ਦਾ 12 ਵੀ ਹੋ ਸਕਦੀਆਂ ਨੇ, 15 ਵੀ, ਆਪੋ ਆਪਣੀ ਵਿੱਤ ਤੇ ਸਮਰੱਥਾ ਅਨੁਸਾਰ ਹੈ। ਜੀ ਅਸੀਂ ਉਹਨਾਂ ਕਹਾਣੀਆਂ ਦੀ, ਕਹਾਣੀਕਾਰਾਂ ਨੂੰ ਉਤਸ਼ਾਹਿਤ ਕਰਨ ਵਾਸਤੇ, ਇੱਕ ਹੋਰ ਗਤੀ, ਰਫ਼ਤਾਰ ਦੇਣ ਵਾਸਤੇ ਉਹ ਕਹਾਣੀਆਂ ਦੀ ਇੱਕ ਕਿਤਾਬ ਐਡਿਟ ਕਰ ਸਕਦੇ ਹਾਂ। ਵਾਹ ਹਰ ਸਾਲ ਕਰ ਸਕਦੇ ਹਾਂ, 4 ਸਾਲ ਕਰ ਸਕਦੇ ਹਾਂ, 10 ਸਾਲ ਕਰ ਸਕਦੇ ਹਾਂ, ਆਪਣੀ ਸਮਰੱਥਾ ਹੈ। ਇੱਕ ਹੋਰ ਅਸੀਂ ਜਿਹੜੀ ਗੱਲ ਕਰ ਸਕਦੇ ਹਾਂ ਕਿ ਕਹਾਣੀ ਗੋਸ਼ਟੀਆਂ, ਕਹਾਣੀ ਦਰਬਾਰ, ਜਿਹਦੇ ਵਿੱਚ ਕਹਾਣੀ ਦਾ ਪਾਠ ਹੋਵੇ, ਕਹਾਣੀ ਦਾ ਵਿਸ਼ਲੇਸ਼ਣ ਹੋਵੇ, ਉਹਦੇ ਉੱਤੇ ਚੰਗੀਆਂ ਮਾੜੀਆਂ ਗੱਲਾਂ ਹੋਣ, ਤਾਂ ਕਿ ਕਹਾਣੀ ਲਿਖਣ ਤੇ ਪੜ੍ਹਨ ਵਾਲੇ ਨੂੰ, ਸੁਣਨ ਵਾਲੇ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਆਸਟ੍ਰੇਲੀਅਨ ਪੰਜਾਬੀ ਕਹਾਣੀ ਦਾ ਇਹ ਕਹਾਣੀਕਾਰ, ਇਸ ਦੀ ਆਹ ਕਹਾਣੀ ਜਿਹੜੀ ਇਹਨੇ ਪੜ੍ਹੀ ਹੈ, ਕਿੱਥੇ ਠਹਿਰਦੀ ਆ, ਕਿੱਥੇ ਸਟੈਂਡ ਕਰਦੀ ਆ, ਕਿੰਨੇ ਕੁ ਇਹਦੇ ਵਿੱਚ ਗੁਣ ਨੇ, ਕਿੰਨੇ ਕੁ ਹੋਰ ਸੁਧਾਰ ਦੀ ਲੋੜ ਆ। ਅਸੀਂ ਕਹਾਣੀ ਪਾਠ ਕਰਾ ਸਕਦੇ ਹਾਂ ਤੇ ਇਹ 3-4 ਜਿਹੜੇ ਕੰਮ ਨੇ ਕਰਨਯੋਗ ਨੇ ਇਸ ਟਾਈਮ ਤੁਹਾਡੇ ਵਾਸਤੇ। ਮੈਂ ਸੱਥ ਤੇ ਜਿਹੜੇ ਤੁਹਾਡੇ ਮਨ 'ਚ ਨੇ ਇਹਨਾਂ ਨੂੰ ਸੰਬੋਧਿਤ ਹੈ ਇਹ ਗੱਲ ਨੂੰ ਲੈ ਕੇ, ਸੁਣਨ ਵਾਲਿਆਂ ਨੂੰ ਵੀ, ਕਿ ਅਸੀਂ ਇਸ ਤਰ੍ਹਾਂ ਦੇ ਇਹਦੇ ਵਿੱਚ ਕੋਈ ਹੋਰ ਵਾਧਾ ਕੀਤਾ ਜਾ ਸਕਦਾ, ਸਾਨੂੰ ਨਵੇਂ ਆਈਡੀਏ, ਖਿਆਲ, ਵਿਚਾਰ ਆ ਸਕਦੇ ਨੇ, ਪਰ ਮੂਲ ਰੂਪ ਦੇ ਵਿੱਚ ਕਰਨ ਵਾਲੇ ਆਹੀ ਨੇ 3 ਕਿ ਕਹਾਣੀ ਮੁਕਾਬਲੇ ਕਰਾ ਕੇ ਉਹਨਾਂ ਨੂੰ ਆਵਾਜ਼ ਮਾਰੀ ਜਾਵੇ, ਫਿਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ, ਕਹਾਣੀ ਦਾ ਪਾਠ ਹੋਵੇ, ਉਸ ਕਹਾਣੀ ਬਾਰੇ ਡਿਸਕਸ਼ਨ ਤੇ ਵਿਸ਼ਲੇਸ਼ਣ ਹੋਵੇ, ਐਟ ਲਾਸਟ ਲੱਭੀਆਂ ਗਈਆਂ ਚੰਗੀਆਂ ਕਹਾਣੀਆਂ ਦੀ ਇੱਕ ਕਿਤਾਬ ਐਡਿਟ ਕਰਕੇ ਛਾਪੀ ਜਾਵੇ, ਰਿਲੀਜ਼ ਕੀਤੀ ਜਾਵੇ, ਉਹਦੇ ਵਿੱਚ ਸ਼ਾਮਿਲ ਕਹਾਣੀਕਾਰ ਸਾਰੇ ਮੰਚ ਦੇ ਉੱਤੇ ਲੋਕ ਅਰਪਣ ਸਮਾਰੋਹ ਦੇ ਵਿੱਚ ਸ਼ਾਮਿਲ ਕੀਤੇ ਜਾਣ। ਮੈਨੂੰ ਲੱਗਦਾ ਹੈ ਕਿ ਇਹ ਗੱਲਾਂ ਨੇ ਜਿਹੜੀਆਂ ਵੇਖਣ ਨੂੰ ਛੋਟੀਆਂ-ਛੋਟੀਆਂ ਲੱਗਦੀਆਂ ਨੇ, ਪਰ ਜਿਸ ਨਾਲ ਵਾਪਰਦੀਆਂ ਨੇ ਵੱਡਾ ਹੌਸਲਾ ਦਿੰਦੀਆਂ ਨੇ, ਉਹਨੂੰ ਹੋਰ ਲਿਖਣ ਵਾਸਤੇ, ਤੁਰਨ ਵਾਸਤੇ ਕਹਿੰਦੀਆਂ ਨੇ। ਇਸ ਤਰ੍ਹਾਂ ਅਸੀਂ ਕਰ ਸਕਦੇ ਹਾਂ। ਹਾਂਜੀ, ਬਹੁਤ ਤੁਸੀਂ ਸਾਨੂੰ ਬਹੁਤ ਵਧੀਆ ਸੁਝਾਅ ਦਿੱਤੇ ਰਾਣਾ ਜੀ। ਹਾਂਜੀ, ਬਹੁਤ ਸ਼ੁਕਰੀਆ।
ਹਾਂਜੀ ਬਿਲਕੁਲ ਇਹਨਾਂ ਸੁਝਾਵਾਂ ਤੋਂ ਹੀ ਅੱਗੇ ਆਪਾਂ ਜਿਹੜਾ ਹੈਗਾ ਅਗਲਾ ਕੁਐਸਚਨ ਜੋ ਕੱਢਾਂਗੇ ਉਹ ਇਹ ਹੈ ਕਿ ਅਸੀਂ ਨਵੇਂ ਸਾਹਿਤਕਾਰਾਂ ਨੂੰ ਜਾਂ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਾਂਗੇ, ਉਹ ਲਿਖਣਗੇ, ਪਰ ਅੱਜ ਕੱਲ ਬਹੁਤ ਸੰਵੇਦਨਸ਼ੀਲ ਮੁੱਦੇ ਹੋ ਜਾਂਦੇ ਨੇ, ਜਾਂ ਜਦੋਂ ਕੋਈ ਲਿਖਦਾ ਤੇ ਲੋਕ ਉਹਨੂੰ ਅਕਸਰ ਬਹੁਤ ਜੱਜਮੈਂਟਲ ਲੈਂਦੇ ਨੇ। ਕੋਈ ਕਹਾਣੀ ਲਿਖਦਾ ਤੇ ਅਕਸਰ ਸੋਚਿਆ ਜਾਂਦਾ ਕਿ ਉਹਦੀ ਆਪਦੀ ਪਰਸਨਲ ਲਾਈਫ ਦਾ ਹੀ ਪ੍ਰਤੀਕ ਹੈ। ਕੋਈ ਕਵਿਤਾ ਲਿਖਦਾ ਤਾਂ ਉਹ ਵੀ ਲੱਗਦਾ ਕਿ ਸ਼ਾਇਦ ਇਹਦੀ ਸਾਰੀ ਨਿੱਜੀ ਜ਼ਿੰਦਗੀ ਹੈ। ਤੇ ਅਕਸਰ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜੱਜਮੈਂਟਲ ਸੋਚ ਤੋਂ ਡਰ ਜਾਂਦੇ ਨੇ। ਸ਼ਾਇਦ ਬਹੁਤ ਸਾਰੀਆਂ ਕਲਮਾਂ ਇਸੇ ਕਰਕੇ ਰੁਕ ਜਾਂਦੀਆਂ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਣਗੀਆਂ। ਤੇ ਮੇਰਾ ਅਗਲਾ ਕੁਐਸਚਨ ਤੁਹਾਨੂੰ ਇਹੀ ਨਿਕਲਦਾ ਹੈ ਕਿ ਜਦੋਂ ਕੋਈ ਵੀ ਲੇਖਕ ਸੰਵੇਦਨਸ਼ੀਲ ਮੁੱਦਿਆਂ ਤੇ ਲਿਖਦੇ ਨੇ ਜਾਂ ਲਿਖਣਾ ਚਾਹੁੰਦੇ ਨੇ, ਤੇ ਉਹ ਕਿਵੇਂ ਆਪਣਾ ਮਨੋਬਲ ਉੱਚਾ ਰੱਖਣ ਤੇ ਕਿਵੇਂ ਉਹ ਲੋਕਾਂ ਦੀ ਜੱਜਮੈਂਟਲ ਸੋਚ ਦਾ ਸਾਹਮਣਾ ਕਰਨ ਤਾਂ ਕਿ ਉਹ ਲਗਾਤਾਰ ਲਿਖਦੇ ਰਹਿਣ। ਪਰਮ ਸਤਿਕਾਰਯੋਗ ਮਧੂ ਤਨਹਾ ਜੀ, ਤੁਸੀਂ ਜਿਹੜਾ ਇਹ ਸਵਾਲ ਪੁੱਛਿਆ, ਇਹ ਸਾਡੇ ਸਮਿਆਂ ਦਾ ਸਭ ਤੋਂ ਵੱਡਾ ਤੇ ਭਖਵਾਂ ਸਵਾਲ ਹੈ ਜੀ। ਇਸ ਦੇ ਪਿੱਛੇ ਜਿਹੜੀ ਗੱਲ ਲੁਕੀ ਹੋਈ ਹੈ, ਉਸ ਗੱਲ ਤੋਂ ਬਹੁ ਗਿਣਤੀ ਲੇਖਕ ਨੇ ਜਿਹੜੇ ਇੱਧਰਲੇ ਪੰਜਾਬ ਦੇ ਵੀ, ਹੋਰ ਮੁਲਕਾਂ ਦੇ ਵਿੱਚ ਵੀ, ਆਸਟ੍ਰੇਲੀਆ ਦੇ ਵਿੱਚ ਵੀ, ਜਿੰਨੇ ਪੰਜਾਬੀ ਸਾਹਿਤਕਾਰ ਨੇ ਵੱਖ-ਵੱਖ ਰੂਪਾਂ ਤੇ ਮਾਤਰਾਵਾਂ ਦੇ ਵਿੱਚ ਪੀੜਤ ਨੇ, ਸਾਹਮਣਾ ਕਰਦੇ ਨੇ, ਜਿਹਦੇ ਨਾਲ ਮਨੋਬਲ ਦੇ ਉੱਤੇ ਸੱਟ ਵੱਜਦੀ ਹੈ ਜੀ। ਇਸ ਦੇ ਜਵਾਬ ਵਿੱਚ ਮੈਂ ਸਭ ਤੋਂ ਪਹਿਲੀ ਗੱਲ, ਤਿੰਨ ਗੱਲਾਂ ਕਹੂੰਗਾ। ਸਭ ਤੋਂ ਪਹਿਲੀ ਗੱਲ ਇਹ ਸਾਨੂੰ ਸਮਝ ਲੈਣੀ ਚਾਹੀਦੀ ਹੈ, ਸਪਸ਼ਟ ਹੋ ਜਾਣਾ ਚਾਹੀਦਾ ਹੈ ਜੀ ਕਿ ਸਾਹਿਤ ਦੀ ਰਚਨਾ ਉਹੀ ਲੇਖਕ ਕਰਦਾ ਹੈ ਜਿਸ ਦਾ ਮਨੋਬਲ ਉੱਚਾ ਹੁੰਦਾ ਹੈ। ਜੀ। ਕਿਸੇ ਵੀ ਲੇਖਕ ਵੱਲੋਂ ਕਿਸੇ ਵੀ ਵਿਧਾ ਦੇ ਵਿੱਚ ਕੀਤੀ ਗਈ ਰਚਨਾ ਇਸ ਗੱਲ ਦਾ ਪ੍ਰਮਾਣ ਹੁੰਦੀ ਹੈ ਕਿ ਰਚਨਾਕਾਰ ਉੱਚੇ ਮਨੋਬਲ ਦਾ ਮਾਲਕ ਹੈ। ਜੀ। ਇੰਨੇ ਉੱਚੇ ਮਨੋਬਲ ਦਾ ਮਾਲਕ ਹੈ ਕਿ ਛੋਟੀਆਂ-ਮੋਟੀਆਂ ਗੱਲਾਂ, ਕਮੈਂਟਾਂ, ਟਿੱਪਣੀਆਂ, ਜਜਮੈਂਟਾਂ, ਇਹਨਾਂ ਦੇ ਨਾਲ ਉਹਦਾ ਮਨੋਬਲ ਡਿੱਗਣ ਵਾਲਾ ਨਹੀਂ। ਜੀ। ਬਲਕਿ ਉਹਦਾ ਮਨੋਬਲ ਇੰਨਾ ਉੱਚਾ ਹੁੰਦਾ ਰਚਨਾਕਾਰ ਦਾ ਕਿ ਉਹ ਡਿੱਗੇ ਹੋਏ ਮਨੋਬਲ ਵਾਲੇ ਲੋਕਾਂ ਨੂੰ ਵੀ ਆਪਣੀਆਂ ਰਚਨਾਵਾਂ ਪੜ੍ਹਾ ਕੇ ਠਾਲ ਦਿੰਦਾ ਹੈ, ਖੜੇ ਕਰ ਦਿੰਦਾ ਹੈ। ਜੀ। ਇਹ ਸਾਡੇ ਪੰਜਾਬੀ ਲੋਕਾਂ ਦੀ ਵੀ, ਪੰਜਾਬੀ ਸਾਹਿਤਕਾਰ ਦੀ ਵੀ ਇੱਕ ਬਹੁਤ ਲੰਬੀ ਪਰੰਪਰਾ ਹੈ। ਸਭ ਤੋਂ ਪਹਿਲੀ ਗੱਲ ਸਾਨੂੰ ਇਹ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਸਾਹਿਤਕਾਰੀ ਤੇ ਰਚਨਾਕਾਰੀ ਕਰਦਾ ਹੀ ਉਹੀ ਬੰਦਾ ਹੈ ਜਿਹਦਾ ਮਨੋਬਲ ਬਹੁਤ ਉੱਚਾ ਹੈ। ਜੀ। ਜਿਹਦਾ ਮਨੋਬਲ ਜ਼ੀਰੋ ਹੈ, ਸਿਫਰ ਹੈ, ਉਹ ਰਚਨਾ ਨਹੀਂ ਕਰੂਗਾ, ਉਹ ਵਿਰਚਨਾ ਕਰੂਗਾ। ਦੂਸਰੀ ਗੱਲ, ਜਿਹੜੇ ਲੇਖਕ ਨੇ, ਰਚਨਾਕਾਰ ਨੇ, ਖਾਸ ਤੌਰ ਦੇ ਉੱਤੇ ਸੰਵੇਦਨਸ਼ੀਲ ਮੁੱਦਿਆਂ ਤੇ ਆਪਣੀਆਂ ਰਚਨਾਵਾਂ ਲਿਖਦੇ ਨੇ, ਨਵੇਂ ਲੇਖਕ ਨੇ ਉਹ, ਉਹਨਾਂ ਦੀਆਂ ਰਚਨਾਵਾਂ ਦੋ ਤਰੀਕਿਆਂ ਨਾਲ ਸਾਡੇ ਸਾਹਮਣੇ ਆਉਂਦੀਆਂ ਨੇ। ਇੱਕ ਪ੍ਰਿੰਟ ਮੀਡੀਆ ਦੇ ਰੂਪ 'ਚ, ਇੱਕ ਆਨਲਾਈਨ ਮੀਡੀਆ ਦੇ ਰੂਪ 'ਚ, ਸੋਸ਼ਲ ਮੀਡੀਆ ਦੇ ਰੂਪ 'ਚ। ਸੋਸ਼ਲ ਮੀਡੀਆ ਦੇ ਰੂਪ ਦੇ ਵਿੱਚ ਲਾਜ਼ਮੀ ਤੌਰ ਦੇ ਉੱਤੇ ਸਾਡੇ ਵਾਸਤੇ ਨਵੇਂ ਪ੍ਰਵੇਸ਼ ਦੁਆਰ ਖੁੱਲੇ ਨੇ ਜੀ। ਇਹਨਾਂ ਵਿੱਚ ਦੀ ਲੰਘ ਕੇ ਰਚਨਾਕਾਰ ਆਪਣੀ ਰਚਨਾ ਲੈ ਕੇ ਬਹੁਤ ਦੂਰ ਤੱਕ ਚੱਲਿਆ ਜਾਂਦਾ ਬੜੀ ਛੇਤੀ। ਜੀ। ਪਰ ਇਸ ਦੇ ਵਿੱਚ ਸਮੱਸਿਆ ਇਹ ਆ ਰਹੀ ਹੈ, ਮੈਂ ਦੇਖਿਆ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਕਹਾਣੀ ਸੁਣਾਉਣਾ। ਇੱਕ ਵਾਰ ਇੱਕ ਬੰਦਾ ਆਪਣੇ ਮੋਢੇ ਦੇ ਉੱਤੇ ਮੇਮਣਾ ਚੱਕੀ ਤੁਰਿਆ ਜਾ ਰਿਹਾ ਹੈ। ਜੀ। ਰਸਤੇ ਦੇ ਵਿੱਚ ਤਿੰਨ ਠੱਗ ਬੰਦੇ ਖੜੇ ਸੀ। ਜੀ। ਉਹਨਾਂ ਦੇ ਮਨ 'ਚ ਆਇਆ ਕਿ ਬੜਾ ਸੋਹਣਾ ਮੇਮਣਾ ਹੈ, ਇਸ ਬੰਦੇ ਤੋਂ ਲੈ ਕੇ ਕਿਸੇ ਤਰੀਕੇ ਨਾਲ ਇਹਦਾ ਮੀਟ ਬਣਾ ਕੇ ਖਾਧਾ ਜਾਵੇ। ਫਿਰ ਉਹਨਾਂ ਨੇ ਇੱਕ ਜੁਗਤ ਤਿਆਰ ਕੀਤੀ। ਤਿੰਨੇ ਵੱਖ-ਵੱਖ ਫਾਸਲਿਆਂ ਦੇ ਉੱਤੇ ਖੜੇ ਹੋ ਗਏ। ਜਦੋਂ ਮੇਮਣੇ ਵਾਲਾ ਬੰਦਾ ਪਹਿਲੇ ਬੰਦੇ ਕੋਲ ਦੀ ਲੰਘਿਆ ਤਾਂ ਉਹ ਬੰਦਾ ਮੇਮਣੇ ਵਾਲੇ ਬੰਦੇ ਨੂੰ ਕਹਿੰਦਾ ਭਾਈ ਸਾਹਿਬ, ਆ ਕੁੱਤਾ ਕਿਉਂ ਚੱਕਿਆ ਮੋਢੇ ਤੇ? ਅੱਛਾ ਜੀ। ਇਹਨੂੰ ਤੋੜ ਕੇ ਕਿਉਂ ਨਹੀਂ ਲੈ ਕੇ ਜਾਂਦੇ? ਜੀ। ਉਹ ਕਹਿੰਦਾ ਭਾਈ ਸਾਹਿਬ, ਇਹ ਕੁੱਤਾ ਨਹੀਂ ਮੇਮਣਾ ਹੈ। ਜੀ। ਉਹ ਠੱਗ ਹੈ ਜਿਹੜਾ ਚੁੱਪ ਕਰ ਗਿਆ, ਕਹਿੰਦਾ ਕਮਾਲ ਹੈ, ਮੈਨੂੰ ਕੁੱਤੇ ਤੇ ਮੇਮਣੇ ਦਾ ਫਰਕ ਨਹੀਂ ਪਤਾ, ਤੇਰੀ ਮਰਜ਼ੀ। ਤੁਰਨ ਵਾਲਾ ਜਦੋਂ ਅੱਗੇ ਗਿਆ ਤਾਂ ਥੋੜੇ ਫਾਸਲੇ ਤੇ ਦੂਸਰਾ ਠੱਗ ਖੜਾ ਹੈ। ਉਸਨੇ ਉਹਨੂੰ ਸਵਾਲ ਕੀਤਾ, ਕਹਿੰਦਾ ਕੀ ਗੱਲ ਭਾਈ ਸਾਹਿਬ, ਇਹ ਕੁੱਤਾ ਬਿਮਾਰ ਹੈ, ਇਸ ਨੂੰ ਚੱਕੀ ਜਾ ਰਹੇ ਹੋ, ਤੋੜ ਕੇ ਕਿਉਂ ਨਹੀਂ ਲਿਜਾਂਦੇ? ਬੜੇ ਔਖੇ ਹੋ ਰਹੇ ਹੋ। ਉਹ ਕਹਿੰਦਾ ਨਹੀਂ, ਇਹ ਕੁੱਤਾ ਨਹੀਂ, ਇਹ ਮੇਮਣਾ ਹੈ, ਔਰ ਇਹ ਮੇਮਣਾ ਬਿਮਾਰ ਨਹੀਂ, ਮੇਰਾ ਪਿਆਰਾ ਹੈ, ਇਸ ਲਈ ਚੱਕਿਆ ਹੋਇਆ। ਉਹ ਕਹਿੰਦਾ ਕਮਾਲ,
ਦੂਸਰੇ ਠੱਗ ਨੇ ਵੀ ਉਹਨੂੰ ਜਾਣ ਦਿੱਤਾ। ਜਦੋਂ ਉਹ ਤੀਸਰੇ ਠੱਗ ਦੇ ਕੋਲ ਪਹੁੰਚਿਆ, ਲੰਘਣ ਲੱਗਿਆ, ਤਾਂ ਮਧੂ ਤਨਹਾ ਜੀ ਉਹ ਕਮਾਲ ਦੀ ਗੱਲ ਕਰਦਾ ਹੈ। ਕਹਿੰਦਾ, ਇਹ ਭਾਈ ਸਾਹਿਬ, ਇਹ ਕੁੱਤਾ ਵੇਚਣਾ ਹੈ? ਕਿੰਨੇ ਦਾ? ਉਹ ਬੰਦਾ ਬੜਾ ਇਰੀਟੇਟ ਹੋ ਗਿਆ, ਫਰਸਟ੍ਰੇਟ ਹੋ ਗਿਆ। ਉਹਨੇ ਸੋਚਿਆ, ਕਹਿੰਦਾ ਪਹਿਲੇ ਬੰਦੇ ਨੇ ਵੀ ਇਹਨੂੰ ਕੁੱਤਾ ਕਿਹਾ, ਦੂਸਰੇ ਨੇ ਵੀ ਕੁੱਤਾ ਕਿਹਾ, ਤੀਸਰਾ ਵੀ ਉਹੀ ਗੱਲ ਕਹਿੰਦਾ ਹੈ। ਉਸ ਦਾ ਮਨੋਬਲ ਡਿੱਗ ਗਿਆ, ਉਹਦਾ ਆਤਮ ਵਿਸ਼ਵਾਸ ਗਵਾਇਆ ਗਿਆ। ਜਿਹੜੀ ਇਸ ਤਰ੍ਹਾਂ ਇੱਕ ਸਾਜ਼ਿਸ਼ ਦੇ ਅਧੀਨ, ਚਾਲ ਦੇ ਤਹਿਤ, ਕਿਸੇ ਟੈਕਟ ਦੇ ਤਹਿਤ, ਕਿਸੇ ਮਾੜੀ ਮਨਸ਼ਾ ਨੂੰ ਲੈ ਕੇ ਕੀਤੀ ਹੋਈ ਗੱਲਬਾਤ ਸੀ ਠੱਗਾਂ ਦੀ ਉਹਦੇ ਨਾਲ, ਉਹਨੇ ਉਹਦਾ ਮਨੋਬਲ ਡੇਗ ਦਿੱਤਾ, ਉਹਦਾ ਆਤਮ ਵਿਸ਼ਵਾਸ ਡੁੱਲ ਗਿਆ। ਉਸ ਬੰਦੇ ਨੇ ਮੇਮਣੇ ਨੂੰ ਹੇਠਾਂ ਉਤਾਰਿਆ। ਕਹਿੰਦਾ, ਕਿੰਨੀ ਦੂਰ ਤੋਂ ਮੇਮਣੇ ਦੇ ਭੁਲੇਖੇ ਕੁੱਤਾ ਹੀ ਚੱਕੀ ਆ ਰਿਹਾ। ਮੂਰਖ ਹੈ ਮੈਂ। ਇਹ ਠੀਕ ਕਹਿੰਦੇ ਨੇ, ਇੱਕ ਬੰਦਾ ਗਲਤ ਕਹਿ ਸਕਦਾ, ਦੋ ਗਲਤ ਕਹਿ ਸਕਦੇ ਨੇ, ਤਿੰਨ ਨਹੀਂ ਕਹਿ ਸਕਦੇ। ਇਹ ਠੀਕ ਕਹਿੰਦੇ ਨੇ। ਉਹ ਬੰਦੇ ਨੇ ਮਧੂ ਜੀ ਮੇਮਣਾ ਹੇਠਾਂ ਰੱਖ ਦਿੱਤਾ, ਆਪ ਅੱਗੇ ਲੰਘ ਗਿਆ। ਠੱਗਾਂ ਨੇ ਮੇਮਣਾ ਚੱਕਿਆ, ਮੀਟ ਬਣਾ ਕੇ ਖਾ ਗਏ, ਜਿਹੜਾ ਉਹਨਾਂ ਦਾ ਮਕਸਦ ਸੀ। ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੇ ਲੋਕ ਸਮਾਜ ਦੇ ਵਿੱਚ, ਜ਼ਿੰਦਗੀ ਦੇ ਵਿੱਚ ਥਾਂ ਥਾਂ ਦੇ ਉੱਤੇ ਸਾਨੂੰ ਮਿਲਦੇ ਨੇ ਕਿ ਸਾਡੀ ਚੱਕੀ ਹੋਈ, ਸਾਡੀ ਲਿਖੀ ਹੋਈ, ਸਾਡੀ ਬੋਲੀ ਹੋਈ ਜਿਹੜੀ ਕਿਰਤ ਹੈ, ਕਲਾਕਾਰੀ ਹੈ, ਉਸ ਨੂੰ ਸਾਡੇ ਹੱਥਾਂ ਚੋਂ, ਸਾਡੇ ਜ਼ਿਹਨ ਚੋਂ ਸਿਟਵਾਉਣ ਦੀ ਕੋਸ਼ਿਸ਼ ਕਰਦੇ ਨੇ ਜੀ ਕਿ ਤੂੰ ਇਹ ਠੀਕ ਨਹੀਂ ਲਿਖੀ, ਤੂੰ ਇਹ ਗਲਤ ਲਿਖੀ ਹੈ, ਤੈਨੂੰ ਲਿਖਣਾ ਨਹੀਂ ਆਉਂਦਾ, ਤੈਨੂੰ ਹੋਰ ਪੜ੍ਹਨ ਦੀ ਲੋੜ ਆ, ਤੈਨੂੰ ਆਪਣੇ ਗਿਆਨ ਦੇ ਵਿੱਚ ਇਜ਼ਾਫਾ ਕਰਨ ਦੀ ਲੋੜ ਆ, ਤੂੰ ਕੱਚਾ ਹੈ, ਤੈਨੂੰ ਅਜੇ ਪੱਕਣ ਦੀ ਲੋੜ ਆ, ਇੰਤਜ਼ਾਰ ਕਰ, ਆਊਟ ਹੋ ਜਾ, ਇਹ ਮੰਚ ਤੇਰੇ ਵਾਸਤੇ ਨਹੀਂ। ਬਹੁਤ ਸਾਰੀਆਂ ਗੱਲਾਂ ਜਜਮੈਂਟਾਂ ਦੇ ਰੂਪ ਦੇ ਵਿੱਚ ਫਤਵੇ ਦਿੱਤੇ ਜਾਂਦੇ ਨੇ, ਸਾਹਮਣੇ ਆਉਂਦੀਆਂ ਨੇ। ਔਰ ਇੱਕ ਨਵਾਂ ਲੇਖਕ ਹੈ ਜਿਹੜਾ ਖਾਸ ਤੌਰ ਤੇ ਸੰਵੇਦਨਸ਼ੀਲ ਵੀ ਹੈ, ਜਿਹਦੀ ਰਚਨਾਕਾਰੀ ਦੇ ਵਿੱਚ ਮੁੱਦੇ ਹੀ ਸੰਵੇਦਨਸ਼ੀਲ ਨੇ, ਉਹਦਾ ਮਨੋਬਲ ਲੜਖੜਾ ਜਾਂਦਾ ਹੈ, ਆਤਮ ਵਿਸ਼ਵਾਸ ਡੁੱਲ ਜਾਂਦਾ ਹੈ। ਐਸੀ ਸਥਿਤੀ ਦੇ ਵਿੱਚ ਕਿ ਮਨੋਬਲ ਡੋਲੇ ਨਾ, ਆਤਮ ਵਿਸ਼ਵਾਸ ਡੋਲੇ ਨਾ, ਸਾਨੂੰ ਸਭ ਤੋਂ ਪਹਿਲਾਂ ਤਾਂ ਇਸ ਗੱਲ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ, ਪਛਾਣ ਕਰਨੀ ਚਾਹੀਦੀ ਹੈ ਕਿ ਟਿੱਪਣੀ, ਕਮੈਂਟ ਜਾਂ ਜਜਮੈਂਟ ਦੇਣ ਵਾਲਾ ਹੈ ਕੌਣ ਜੀ। ਉਸ ਬੰਦੇ ਦਾ ਉਸ ਵਿਧਾ ਦੇ ਵਿੱਚ ਕੀ ਨਾਮ ਹੈ, ਕੀ ਥਾਂ ਹੈ, ਉਹਨੇ ਕਿੰਨਾ ਕੰਮ ਕੀਤਾ, ਉਸ ਦੇ ਅਧਿਐਨ ਦੀ ਰੂਪਰੇਖਾ ਕੀ ਹੈ ਜੀ। ਦੂਸਰਾ ਅਸੀਂ ਦੇਖਣਾ ਕਿ ਉਸ ਦੇ ਸਾਹਮਣੇ ਮੋਟਿਵ ਕੀ ਹੈ, ਉਦੇਸ਼ ਕੀ ਹੈ, ਮਕਸਦ ਕੀ ਹੈ ਉਹਦਾ ਇਹ ਗੱਲ ਕਹਿਣ ਦਾ। ਤੀਸਰੀ ਗੱਲ ਅਸੀਂ ਦੇਖਣਾ ਹੈ ਕਿ ਉਹ ਗੱਲ ਸਾਡੇ ਤੇ ਲਾਗੂ ਹੁੰਦੀ ਹੈ ਜਾਂ ਨਹੀਂ ਹੁੰਦੀ। ਜੇਕਰ ਲਾਗੂ ਹੁੰਦੀ ਹੈ ਤਾਂ ਉਹਦਾ ਧੰਨਵਾਦ, ਉਹਨੇ ਕੁਝ ਵੀ ਗਲਤ ਨਹੀਂ ਕਿਹਾ। ਜੇ ਲਾਗੂ ਨਹੀਂ ਹੁੰਦੀ ਤਾਂ ਸਾਨੂੰ ਲਾਜ਼ਮੀ ਤੌਰ ਦੇ ਉੱਤੇ ਉਸ ਬੰਦੇ ਦੀ ਗੱਲ ਅਣਸੁਣੀ ਕਰਕੇ, ਜਿਹੜੀ ਜਜਮੈਂਟ ਦੇ ਰੂਪ ਚ ਆਈ ਹੈ, ਅੱਗੇ ਤੁਰਨਾ ਚਾਹੀਦਾ, ਕਿਉਂਕਿ ਇੱਕ ਰਚਨਾਕਾਰ ਦਾ, ਇੱਕ ਸੱਚੇ ਲੇਖਕ ਦਾ ਜਿਹੜਾ ਮਾਰਗ ਹੈ, ਉਹ ਵਿਕਾਸ ਮਾਰਗ ਹੁੰਦਾ ਹੈ ਜੀ। ਕਦੇ ਵੀ ਉਹ ਪੁੱਠੇ ਪੈਰੀਂ ਵਾਪਸ ਨਹੀਂ ਤੁਰਦਾ। ਜਿਵੇਂ ਤਲਵਾਰ ਮਿਆਨ ਦੇ ਵਿੱਚੋਂ ਨਿਕਲਦੀ ਹੈ ਤੇ ਫਿਰ ਹਮਲਾ ਕਰਨ ਤੋਂ ਬਾਅਦ ਹੀ ਵਾਪਸ ਪੈਂਦੀ ਹੈ ਉਹਦੇ ਵਿੱਚ, ਐਸੇ ਤਰ੍ਹਾਂ ਜਦੋਂ ਇੱਕ ਲੇਖਕ ਕਲਮ ਚੱਕਦਾ ਹੈ ਤਾਂ ਉਹ ਕੁਝ ਲਿਖੇ ਬਿਨਾ, ਕੋਈ ਵਿਕਾਸ ਕੀਤੇ ਬਿਨਾ, ਕਿਸੇ ਵਿਧਾ ਦੇ ਵਿੱਚ ਕਾਫਲਾ ਬਣਾਏ ਬਿਨਾ ਥੱਲੇ ਨਹੀਂ ਰੱਖੀ ਜਾਂਦੀ ਹੱਥ ਚੋਂ। ਨਵਾਂ ਲੇਖਕ ਹੈ ਜਿਹੜਾ, ਉਸ ਦਾ ਮਨੋਬਲ ਹਰ ਹਾਲਤ ਦੇ ਵਿੱਚ ਉਹਨੇ ਉੱਚਾ ਰੱਖਣਾ ਹੈ। ਜ਼ਰੂਰੀ ਨਹੀਂ ਹੈ ਕਿ ਜਿਹੜੀਆਂ ਜਜਮੈਂਟਾਂ, ਟਿੱਪਣੀਆਂ, ਕਮੈਂਟ ਦਿੱਤੇ ਗਏ ਨੇ, ਇਹ ਤੁਰੇ ਜਾਂਦੇ ਲੋਕਾਂ ਤੋਂ ਮੇਮਣਾ ਸਟਾਉਣ ਵਾਲੀ ਗੱਲ ਹੈ। ਇਹ ਇੱਕ ਸਾਜ਼ਿਸ਼ ਹੈ, ਇਹ ਇੱਕ ਠੱਗੀ ਹੈ। ਇਹ ਤੁਹਾਡੀ ਰਚਨਾ ਨੂੰ ਜਾਣ ਬੁੱਝ ਕੇ ਤਾਰ ਪੀਡੋ ਕਰਨ ਦੀ ਇੱਕ ਬਹੁਤ ਹੀ ਘਟੀਆ ਹਰਕਤ ਹੁੰਦੀ ਹੈ। ਮੈਂ ਮਹਿਸੂਸ ਕਰਦਾ, ਦੇਖੀ ਵੀ ਹੈ, ਮੇਰੇ ਆਪਣੇ ਨਾਲ ਵੀ ਬੜਾ ਇਸ ਦਾ ਸਾਹਮਣਾ ਕਰਨਾ ਪਿਆ, ਹਰੇਕ ਨਾਲ ਹੁੰਦਾ ਹੈ। ਪਰ ਲੇਖਕ ਉਹੀ ਹੈ ਜਿਹਦਾ ਮਨੋਬਲ ਉੱਚਾ ਹੁੰਦਾ, ਜਿਹਦਾ ਆਤਮ ਵਿਸ਼ਵਾਸ ਪਹਾੜ ਜਿੱਡਾ ਹੁੰਦਾ ਹੈ। ਉਹ ਪਹਾੜ ਤੇ ਚੜ੍ਹਨ ਦੀਆਂ, ਉਸ ਨੂੰ ਚੀਰ ਦੇਣ ਦੀਆਂ ਗੱਲਾਂ ਕਰਦਾ। ਕਹਿੰਦਾ, ਕਲਮ ਹਥਿਆਰ ਨਹੀਂ ਹੁੰਦੀ, ਜ਼ੁਲਮ ਸੰਗ ਲੜ ਨਹੀਂ ਸਕਦੀ, ਕਲਮ ਦੇ ਸਾਹਮਣੇ ਫਿਰ ਕਿਉਂ ਇਹ ਸ਼ਸਤਰ ਡੋਲ ਜਾਂਦੇ ਨੇ। ਵਾਹ ਵਾਹ। ਮਧੂ ਤਨਹਾ ਜੀ, ਲਾਜ਼ਮੀ ਤੌਰ ਦੇ ਉੱਤੇ ਇਹ ਜ਼ਰੂਰੀ ਹੈ ਕਿ ਲੇਖਕ ਕੋਲ ਅਨੁਭਵ ਹੋਣਾ ਚਾਹੀਦਾ ਹੈ। ਉਹਦੀ ਰਚਨਾ ਦਾ ਮੁੱਦਾ, ਵਿਸ਼ਾ, ਸਰੋਕਾਰ, ਪਾਤਰ, ਘਟਨਾ ਕਿਤੋਂ ਨਾ ਕਿਤੋਂ ਸਮਾਜ ਦੇ ਵਿੱਚੋਂ ਆਉਂਦੀ ਹੈ, ਜਿਹੜਾ ਸਮਾਜ ਉਹਦੇ ਸਵੈ ਤੋਂ ਲੈ ਕੇ ਪੂਰੀ ਦੁਨੀਆ ਤੱਕ ਫੈਲਿਆ ਹੁੰਦਾ ਹੈ ਜੀ। ਪਰ ਜਦੋਂ ਕੋਈ ਬੰਦਾ ਉਸ ਨੂੰ ਇਹ ਸਮਝ ਕੇ ਲੈਂਦਾ ਗੱਲ ਨੂੰ ਕਿ ਇਹ ਇਹਦੀ ਨਿੱਜੀ ਆਪਣੀ ਹੈ, ਇਹ ਇਹਦੀ ਆਪਣੀ ਕਹਾਣੀ ਹੈ, ਇਹਦੇ ਵਿੱਚ ਇਹ ਆਪ ਪਾਤਰ ਹੈ, ਇਹ ਘਟਨਾ ਇਹਦੇ ਨਾਲ ਘਟੀ ਹੋਈ ਹੈ, ਉਹ ਲੇਖਕ ਦੀ ਰਚਨਾ ਨੂੰ, ਕਹਾਣੀ ਨੂੰ, ਕਹਾਣੀਕਾਰ ਦੇ ਨਿੱਜ ਨਾਲ ਜੋੜ ਕੇ ਦੇਖਦਾ ਜਦੋਂ,
ਤਾਂ ਇੱਥੇ ਸਮਝ ਆਉਂਦੀ ਹੈ ਕਿ ਟਿੱਪਣੀ ਕਰਨ ਵਾਲੇ ਨੂੰ ਆਪਣੇ ਗਿਆਨ 'ਚ ਇਜ਼ਾਫਾ ਕਰਨ ਦੀ ਲੋੜ ਹੈ। ਉਸ ਨੂੰ ਆਪਣੇ ਅਧਿਐਨ ਦਾ ਘੇਰਾ ਹੈ ਜਿਹੜਾ ਉਹ ਵਿਸ਼ਾਲ ਕਰਨ ਦੀ ਲੋੜ ਹੈ। ਉਹਨੂੰ ਅਜੇ ਹੋਰ ਚਿੰਤਨ ਦੀ ਲੋੜ ਹੈ। ਉਹਨੂੰ ਵਿਸ਼ਲੇਸ਼ਣ ਦੀਆਂ, ਆਲੋਚਨਾ ਦੀਆਂ ਜਿਹੜੀਆਂ ਬਰੀਕੀਆਂ ਨੇ ਉਹਨਾਂ ਦਾ ਗਿਆਨ ਨਹੀਂ। ਇਸ ਗੱਲ ਦੀ ਸੂਹ ਮਿਲਦੀ ਹੈ ਸਾਨੂੰ ਇਸ ਤਰ੍ਹਾਂ ਦੀ ਜੱਜਮੈਂਟ ਸੁਣਨ ਤੋਂ ਬਾਅਦ। ਮੈਂ ਮਿਸਾਲ ਦੇਵਾਂ ਕਿ ਜੇਕਰ ਅਸੀਂ ਕਿਸੇ ਕਾਤਲ ਬਾਰੇ ਕਹਾਣੀ ਲਿਖਣੀ ਹੈ, ਕਾਤਲ ਦਾ ਪਾਤਰ ਪੇਸ਼ ਕਰਨਾ ਕਹਾਣੀ ਦੇ ਵਿੱਚ, ਜ਼ਰੂਰੀ ਨਹੀਂ ਕਿ ਅਸੀਂ ਪਹਿਲਾਂ ਕਤਲ ਕਰੀਏ, ਅਨੁਭਵ ਪ੍ਰਾਪਤ ਕਰੀਏ, ਫਿਰ ਕਹਾਣੀ ਲਿਖੀਏ ਜੀ। ਅਸੀਂ ਕੋਈ ਰੇਪਿਸਟ ਬਾਰੇ, ਰੇਪ ਬਾਰੇ ਕਹਾਣੀ ਲਿਖਣੀ ਹੈ, ਜ਼ਰੂਰੀ ਨਹੀਂ ਕਿ ਅਸੀਂ ਪਹਿਲਾਂ ਰੇਪ ਹੋਏ ਆ ਜਾਂ ਰੇਪ ਕੀਤਾ ਜਾਂ ਕਰਨਾ ਹੈ ਕਰਕੇ ਦੇਖੀਏ, ਫਿਰ ਅਸੀਂ ਅਨੁਭਵ ਲੈ ਕੇ ਕਹਾਣੀ ਲਿਖੀਏ। ਅਸੀਂ ਚੋਰ ਬਾਰੇ ਕਹਾਣੀ ਲਿਖਣੀ ਹੈ, ਜ਼ਰੂਰੀ ਨਹੀਂ ਪਹਿਲਾਂ ਚੋਰੀ ਕਰੀਏ ਜੀ। ਲੇਖਕ ਆਪਣੀ ਕਲਪਨਾ ਨਾਲ, ਆਪਣੀ ਸੰਵੇਦਨਸ਼ੀਲਤਾ ਨਾਲ, ਆਪਣੇ ਹੁਨਰ ਨਾਲ, ਆਪਣੀ ਅੰਤਰਦ੍ਰਿਸ਼ਟੀ ਨਾਲ ਔਰ ਆਪਣੀ ਜਿਹੜੀ ਕਥਾ ਦ੍ਰਿਸ਼ਟੀ ਹੈ ਉਸ ਦੇ ਨਾਲ ਜਿਹੜੇ ਪਰਾਏ ਅਹਿਸਾਸ ਹੁੰਦੇ ਨੇ, ਜਿਹੜੇ ਪਰ ਅਹਿਸਾਸ ਹੁੰਦੇ ਨੇ, ਸਮਾਜ ਦੇ ਵਿੱਚ ਹੋਰ ਲੋਕਾਂ ਨਾਲ ਵੱਖ-ਵੱਖ ਰੰਗਾਂ ਰੂਪਾਂ 'ਚ ਵਾਪਰਦੀਆਂ ਘਟਨਾਵਾਂ ਨੇ, ਉਹਨਾਂ ਨੂੰ ਲੈ ਕੇ, ਉਹਨਾਂ ਦੇ ਵਿੱਚੋਂ ਪਾਤਰ ਲੈ ਕੇ ਇੱਕ ਕੋਲਾਜ ਬਣਾਉਂਦਾ ਹੈ, ਇੱਕ ਕਲਾਕ੍ਰਿਤੀ ਸਿਰਜਦਾ ਹੈ। ਔਰ ਚੰਗਾ ਲੇਖਕ ਹਮੇਸ਼ਾ ਉਹੀ ਹੁੰਦਾ ਹੈ, ਰਚਨਾਕਾਰ, ਕਹਾਣੀਕਾਰ ਉਹੀ ਹੁੰਦਾ ਹੈ ਜਿਹੜਾ ਪਾਤਰਾਂ ਨੂੰ, ਘਟਨਾਵਾਂ ਨੂੰ ਵਾਪਰਨ ਦੇਵੇ, ਕਹਾਣੀ ਦੇ ਵਿੱਚ ਦ੍ਰਿਸ਼ ਖੁੱਲਾ ਛੱਡ ਦੇਵੇ, ਅੰਤ ਤੱਕ ਆਪ ਉਹਦੇ ਵਿੱਚੋਂ ਗਾਇਬ ਹੋ ਜਾਵੇ। ਉਹ ਉਹਨਾਂ ਨੂੰ ਰਿਮੋਟ ਨਾਲ ਉਹਨਾਂ ਨੂੰ ਇਸ ਤਰ੍ਹਾਂ ਚਲਾਵੇ ਨਾ, ਆਪ ਮੁਹਾਰੇ ਕੁਦਰਤੀ ਢੰਗ ਨਾਲ ਜਿਸ ਤਰ੍ਹਾਂ ਜ਼ਿੰਦਗੀ ਵਾਪਰਦੀ ਹੈ, ਕਹਾਣੀ ਦੇ ਵਿੱਚ ਘਟਨਾਵਾਂ, ਪਾਤਰ, ਅਹਿਸਾਸ, ਵਾਰਤਾਲਾਪ, ਵਰਤਾਰੇ ਨੇ ਜਿਹੜੇ ਉਹ ਵਰਤਨ ਸ਼ੁਰੂ ਤੋਂ ਲੈ ਕੇ ਅਖੀਰ ਤੱਕ। ਕਹਾਣੀਕਾਰ ਕੋਸ਼ਿਸ਼ ਕਰੇ ਕਿ ਉਹ ਇੱਕ ਸਾਖਸ਼ੀ ਭਾਵ ਨਾਲ ਦੂਰ ਖੜ ਕੇ ਉਹਨਾਂ ਨੂੰ ਦੇਖੇ ਕਿ ਕੀ ਕਰਦੇ ਨੇ ਇਹ ਜੀ। ਜਿੱਥੇ ਜਿੱਥੇ ਉਹਨਾਂ ਨੂੰ ਛੋਹਾਂ ਦੀ, ਗਾਈਡੈਂਸ ਦੀ, ਮਾਰਗਦਰਸ਼ਨ ਦੀ ਲੋੜ ਹੈ ਦਵੇ। ਫਜ਼ੂਲ ਦੀ ਇੰਟਰਫੀਅਰੈਂਸ ਉਹਦੇ ਵਿੱਚ ਨਾ ਕਰੇ, ਵਾਧੂ ਦਖਲਅੰਦਾਜ਼ੀ ਨਾ ਕਰੇ। ਇਸ ਦੇ ਨਾਲ ਇੱਕ ਖਦਸ਼ਾ ਪੈਦਾ ਹੋ ਜਾਂਦਾ ਹੈ ਕਿ ਲੇਖਕ ਸਾਨੂੰ ਕਈ ਵਾਰ ਵਿੱਚ ਉਹਨਾਂ ਨੂੰ ਗਾਈਡ ਕਰਦਾ ਦਿਖਾਈ ਦਿੰਦਾ ਹੈ, ਜਿਹਦੇ ਨਾਲ ਜਜਮੈਂਟ ਦੇਣ ਵਾਲਾ, ਪੜ੍ਹਨ ਵਾਲਾ, ਟਿੱਪਣੀ ਕਰਨ ਵਾਲਾ ਬੰਦਾ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦਾ ਹੈ ਕਿ ਸ਼ਾਇਦ ਇਹ ਲੇਖਕ ਦੀ ਆਪਣੀ ਕਹਾਣੀ ਹੈ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਲੇਖਕ ਦੇ ਸਵੈ ਤੋਂ ਲੈ ਕੇ ਸਮਾਜ ਤੱਕ ਕੁੱਲ ਜੋੜ ਦੀ ਕਹਾਣੀ, ਕਵਿਤਾ ਤੇ ਹਰ ਵਿਧਾ ਨਾਵਲ ਹੁੰਦੀ ਹੈ। ਮਧੂ ਜੀ, ਇਸ ਬਾਰੇ ਮੈਂ ਇੰਨਾ ਕੁ ਕਹਿਣਾ ਸੀ ਜੀ। ਬਹੁਤ ਸੋਹਣਾ। ਅਸੀਂ ਤੇ ਜਵਾਬ ਸੁਣਦੇ ਸੁਣਦੇ ਮੰਤਰ ਮੁਗਧ ਹੋ ਗਏ ਤੇ ਮੈਨੂੰ ਯਕੀਨ ਹੈ ਕਿ ਮੇਰੇ ਵਾਂਗੂ ਹੋਰ ਬਹੁਤ ਸਾਰੀਆਂ ਨਵੀਆਂ ਕਲਮਾਂ ਨੂੰ ਜਿਹੜਾ ਹੈਗਾ ਬਹੁਤ ਸਾਰਾ ਹੌਸਲਾ ਮਿਲੇਗਾ ਤੁਹਾਡੀਆਂ ਗੱਲਾਂ ਤੋਂ। ਤੇ ਤੁਹਾਡੀ ਜਿਹੜੀ ਮੇਮਣੇ ਵਾਲੀ ਕਹਾਣੀ ਹੈ ਉਹ ਸਾਡੇ ਲਈ ਇੱਕ ਮਿਸਾਲ ਬਣ ਕੇ ਰਹੇਗੀ ਹਮੇਸ਼ਾ, ਕਿ ਕਈ ਵਾਰੀ ਠੱਗਾਂ ਦਾ ਗਰੁੱਪ ਜਿਹੜਾ ਹੈਗਾ ਉਹ ਮਿਲ ਕੇ ਤੁਹਾਨੂੰ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ। ਤੇ ਅੱਜ ਦੇ ਜ਼ਮਾਨੇ 'ਚ ਜੇ ਭੀੜ ਵੀ ਤੁਹਾਨੂੰ ਗਲਤ ਠਹਿਰਾਉਂਦੀ ਹੈ ਤਾਂ ਤੁਸੀਂ ਇਹ ਨਾ ਸੋਚੋ ਕਿ ਤੁਸੀਂ ਗਲਤ ਹੋ, ਕਿਉਂਕਿ ਕਈ ਵਾਰੀ ਭੀੜ ਜਿਹੜੀ ਹੁੰਦੀ ਹੈ ਉਹ ਕੋਈ ਗਲਤ ਗੈਂਗ ਹੋ ਸਕਦਾ ਤੁਹਾਨੂੰ ਭਰਮਾਉਣ ਲਈ, ਤੁਹਾਨੂੰ ਰਸਤਾ ਭਟਕਾਉਣ ਲਈ। ਤੁਸੀਂ ਆਪਣਾ ਰਸਤਾ ਜਿਹੜਾ ਹੈਗਾ ਖੁਦ ਚੁਣਨਾ ਹੈ, ਖੁਦ ਜੱਜਮੈਂਟ ਕਰਨੀ ਹੈ ਕਿ ਤੁਸੀਂ ਜਿਹੜਾ ਹੈਗਾ ਸਹੀ ਰਸਤੇ ਤੇ ਜਾ ਰਹੇ ਹੋ, ਸਹੀ ਮਾਰਗ ਕਰ ਰਹੇ ਹੋ, ਤੁਹਾਡੀ ਮਨਸ਼ਾ ਸਹੀ ਹੈ ਜਾਂ ਨਹੀਂ ਹੈ। ਤੇ ਜਿਹੜਾ ਹੈਗਾ ਦੁਨੀਆ ਦੇ ਵਿੱਚ ਰਾਹ ਚੱਲਦੇ ਠੱਗਾਂ ਨੂੰ ਜਿਹੜਾ ਹੈਗਾ ਤੁਹਾਨੂੰ ਲੁੱਟਣ ਦਾ ਇੰਨਾ ਸੌਖਾ ਮੌਕਾ ਨਾ ਦਿਓ। ਉਮੀਦ ਹੈ ਕਿ ਬਾਕੀ ਸਾਰਿਆਂ ਨੂੰ ਵੀ ਮੇਰੇ ਵਾਂਗੂ ਜਿਹੜਾ ਹੈਗਾ ਇਹ ਕਹਾਣੀ ਜ਼ਿੰਦਗੀ ਭਰ ਲਈ ਇੱਕ ਮਿਸਾਲ ਬਣ ਕੇ ਜ਼ਿੰਦ ਦੇ ਵਿੱਚ ਰਹਿਣ ਵਾਲੀ ਆ। ਬਹੁਤ ਬਹੁਤ ਸ਼ੁਕਰੀਆ ਰਾਣਾ ਜੀ, ਇਹ ਬਹੁਤ ਮਤਲਬ ਤੁਸੀਂ ਸਾਨੂੰ ਉਤਸ਼ਾਹ ਦਿੱਤਾ ਇਸ ਆਨਸਰ ਦੇ ਜ਼ਰੀਏ। ਤੇ ਆਪਾਂ ਹੁਣ ਅਗਲੇ ਕੁਐਸਚਨ ਵੱਲ ਵੱਧਦੇ ਹਾਂ। ਜਿਹੜਾ ਅਗਲਾ ਪ੍ਰਸ਼ਨ ਹੈਗਾ ਉਹ ਬਹੁਤ ਕ੍ਰੀਏਟੀਵਿਟੀ ਨਾਲ ਜੁੜਿਆ ਹੋਇਆ ਕੁਐਸਚਨ ਹੈ ਕਿ ਖਾਸ ਕਰਕੇ ਜਦੋਂ ਅਸੀਂ ਆਸਟ੍ਰੇਲੀਆ ਦੇ ਵਿੱਚ ਕਹਾਣੀਕਾਰ ਲੱਭਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਦੇਖਿਆ ਕਿ ਹਰ ਸੈਕਿੰਡ ਜਿਹੜਾ ਪਰਸਨ ਹੈ ਉਹ ਕਵਿਤਾ ਤਾਂ ਰਚ ਰਿਹਾ, ਚਾਹੇ ਉਹ ਖੁੱਲੀ ਕਵਿਤਾ ਹੈ, ਗਜ਼ਲ ਹੈ, ਨਜ਼ਮ ਹੈ, ਅਲੱਗ-ਅਲੱਗ ਰੂਪ ਨੇ, ਹਨਾ। ਤੇ ਬਟ ਜਿਹੜੀ ਕਵਿਤਾ ਹੈ ਉਹ ਬਹੁਤ ਘੱਟ ਰਚੀ ਜਾ ਰਹੀ ਹੈ। ਫਿਰ ਜੇ ਅਸੀਂ ਇਹਨੂੰ ਇੱਕ ਓਵਰਆਲ ਵਰਲਡ ਸਿਨਾਰੀਓ ਤੇ ਦੇਖੀਏ ਤੇ ਅਸੀਂ ਦੇਖਦੇ ਹਾਂ ਕਿ ਕਵਿਤਾ ਨੂੰ ਜਿਹੜਾ ਹੈਗਾ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ, ਚਾਹੇ ਉਹ ਖੁੱਲੀ ਕਵਿਤਾ ਦੇ ਰੂਪ ਦੇ ਵਿੱਚ ਹੋਵੇ, ਕਹਾਣੀ ਜਾਂ ਵਾਰਤਕ ਲਿਖਣ ਨਾਲੋਂ। ਤੇ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਕਿ ਤੁਹਾਡੇ ਖਿਆਲ ਦੇ ਵਿੱਚ ਅਜਿਹਾ ਕਿਉਂ ਹੈ ਕਿ ਅੱਜ ਕਹਾਣੀ ਘੱਟ ਤੇ ਕਵਿਤਾ ਵੱਧ ਰਚੀ ਜਾ ਰਹੀ ਹੈ? ਹਾਂਜੀ, ਇਹ ਬੜਾ ਖੂਬਸੂਰਤ ਸਵਾਲ ਹੈ। ਮੈਂ ਵਿਸ਼ੇਸ਼ ਤੌਰ ਦੇ ਉੱਤੇ ਇਹਦੇ ਬਾਰੇ ਗੱਲ ਕਰਨੀ ਚਾਹੁੰਦਾ ਸੀ ਜੀ। ਸਭ ਤੋਂ ਪਹਿਲੀ ਗੱਲ ਕਿ ਬੰਦਾ ਹੈ ਜਿਹੜਾ, ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਸੀ ਕਿ ਗੀਤਾਂ ਦੇ ਵਿੱਚ ਜੰਮਦਾ, ਗੀਤਾਂ 'ਚ ਪੂਰ ਚੜ੍ਹਦਾ, ਪੂਰਾ ਹੁੰਦਾ ਗੀਤਾਂ ਦੇ ਵਿੱਚ ਜੀ। ਇਸੇ ਤਰ੍ਹਾਂ ਉਹਦੀ ਕਹਾਣੀ ਵੀ ਹੁੰਦੀ ਹੈ ਤਿੰਨਾਂ ਸਮਿਆਂ ਦੀ। ਤੇ ਇਸੇ ਤਰ੍ਹਾਂ
ਕਵਿਤਾ ਹੈ ਜਿਹੜੀ ਸ਼ੁਰੂ ਤੋਂ ਲੈ ਕੇ ਆਦ ਤੋਂ ਲੈ ਕੇ ਅੱਜ ਤੱਕ ਬੰਦੇ ਦੇ ਨਾਲ ਨਾਲ ਤੁਰਦੀ ਆਈ ਹੈ। ਕਵਿਤਾ ਮਨੁੱਖ ਦਾ ਬੁਨਿਆਦੀ ਆਦ ਰੂਪ ਹੈ। ਕਵਿਤਾ ਉਹਦੇ ਖਿਆਲਾਂ ਨੂੰ ਜ਼ੁਬਾਨ ਦਿੰਦੀ ਹੈ, ਉਹਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੀ ਹੈ, ਉਸ ਦੇ ਦਿਲ ਵਿੱਚ ਜਿਹੜੀ ਹਲਚਲ ਹੁੰਦੀ ਹੈ ਉਸ ਨੂੰ ਕਾਲਗਤ ਕਰਦੀ ਹੈ ਜੀ। ਕਵਿਤਾ ਕਿਉਂਕਿ ਆਕਾਰ ਪੱਖੋਂ ਅਸੀਂ ਗੱਲ ਕਰਾਂਗੇ, ਜਦੋਂ ਗੁਣ ਪੱਖੋਂ ਇੱਕ ਚੰਗੀ ਕਵਿਤਾ ਲਿਖਣ ਵਾਸਤੇ ਵੀ ਬਹੁਤ ਸਮਾਂ ਲੱਗਦਾ ਹੈ। ਇੱਕ ਚੰਗੀ ਕਵਿਤਾ ਬਹੁਤ ਅਧਿਐਨ ਦੀ, ਬਹੁਤ ਅਭਿਆਸ ਦੀ ਤੇ ਬਹੁਤ ਵੱਡੀ ਕਲਾ ਦੀ ਸਾਤੋਂ ਮੰਗ ਕਰਦੀ ਹੈ ਜੀ। ਪਰ ਇਸ ਦੇ ਲਈ ਸਾਲਾਂ ਦੇ ਸਾਲ, ਇਸ ਦੇ ਲਈ ਮਹੀਨਿਆਂ ਦੇ ਮਹੀਨੇ, ਇਸ ਦੇ ਲਈ ਉਮਰਾਂ ਦੀਆਂ ਉਮਰਾਂ ਲੱਗ ਜਾਂਦੀਆਂ ਨੇ ਇੱਕ ਚੰਗੀ ਕਵਿਤਾ ਲਿਖਣ ਵਾਸਤੇ, ਸਿੱਖਣ ਵਾਸਤੇ, ਉਹਦਾ ਹੁਨਰ ਹੈ ਜਿਹੜਾ। ਜੀ। ਹੁਣ ਇਸ ਦੇ ਵਾਸਤੇ ਸਾਡੇ ਕੋਲ ਬੜੀ ਸਹਿਜਤਾ, ਬੜਾ ਠਹਿਰਾਅ, ਬੜਾ ਠਰਮਾ, ਬੜੀ ਸ਼ਾਂਤੀ ਚਾਹੀਦੀ ਹੈ, ਜਿਹੜੀ ਆਧੁਨਿਕ ਜੀਵਨ ਸ਼ੈਲੀ ਨੇ ਸਾਤੋਂ ਐ ਝਪਟ ਮਾਰ ਕੇ ਖੋਲੀ ਤੇ ਬਦਲੇ 'ਚ ਸਾਨੂੰ ਦਿੱਤਾ ਫਰਸਟ੍ਰੇਸ਼ਨ, ਭੱਜ ਦੌੜ, ਅਸ਼ਾਂਤੀ ਤੇ ਟਿਕਾ ਨਹੀਂ ਹੈ ਮਨ ਦਾ ਦੌੜ। ਬੰਦਾ ਬਹੁਤ ਜ਼ਿਆਦਾ ਹਿੱਲਿਆ ਹੋਇਆ ਜੀ। ਉਸ ਦੇ ਪੈਰਾਂ ਹੇਠਲੇ ਧਰਾਤਲ ਨੇ ਜਿਹੜੇ ਐ ਥਰ ਥਰ ਕੰਬ ਰਹੇ ਨੇ ਜੀ, ਜਿਨ੍ਹਾਂ ਦੇ ਉੱਤੇ ਉਹ ਜਿਉ ਰਿਹਾ ਹੈ। ਹੁਣ ਜਦੋਂ ਉਹ ਆਪਣੀ ਇਸ ਹਲਚਲ ਨੂੰ, ਖਿਆਲਾਂ ਨੂੰ, ਭਾਵਨਾਵਾਂ ਨੂੰ, ਦਿਲ ਦੀਆਂ ਗੱਲਾਂ ਨੂੰ ਕਵਿਤਾ ਦੇ ਵਿੱਚ ਲਿਖਦਾ ਹੈ ਤਾਂ ਮੈਂ ਦੇਖਿਆ ਕਿ ਸਾਡੇ ਸੋਸ਼ਲ ਮੀਡੀਆ ਨੇ, ਜਿਵੇਂ ਫੇਸਬੁੱਕ ਹੋ ਗਿਆ, ਵਟਸਐਪ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਜਿੰਨੇ ਵੀ ਤੁਸੀਂ ਨਾਮ ਲਵੋ, ਸੋਸ਼ਲ ਮੀਡੀਆ ਦੇ ਰੂਪ ਜਿਹੜੇ ਮੰਚ ਲੈ ਕੇ ਸਾਡੇ ਕੋਲ ਆਏ, ਉਹਨਾਂ ਦੇ ਨਾਲ ਲੇਖਕ ਦੇ ਲਈ ਸਭ ਤੋਂ ਮਾੜੀ ਗੱਲ ਇਹ ਵਾਪਰੀ ਕਿ ਸਹਿਜਤਾ, ਸ਼ਾਂਤੀ, ਠਰਮਾ, ਉਡੀਕ, ਠਹਿਰਾ, ਇਹ ਚੀਜ਼ਾਂ ਹੋਰ ਜ਼ਿਆਦਾ ਘਟ ਗਈਆਂ ਜੀ। ਉਸ ਦਾ ਕਿਤਾਬ ਨਾਲੋਂ, ਉਸ ਦਾ ਉਡੀਕ ਨਾਲੋਂ, ਉਸ ਦਾ ਅਧਿਐਨ ਨਾਲੋਂ, ਉਸ ਦਾ ਸੋਧ ਸੁਧਾਈ ਨਾਲੋਂ, ਉਸ ਦਾ ਵਿਕਾਸ ਕਰਨ ਨਾਲੋਂ, ਸਾਹਿਤ ਦੀ ਮੁੱਖ ਧਾਰਾ ਨੂੰ ਲੈ ਕੇ ਕੰਮ ਕਰਨ ਦਾ ਜਿਹੜਾ ਵੱਡਾ ਲਕਸ਼ ਹੁੰਦਾ ਰਚਨਾਕਾਰ ਦਾ, ਉਹਦੇ ਨਾਲੋਂ ਨਾਤਾ ਤੋੜ ਦਿੱਤਾ ਹੈ ਜੀ। ਹੁਣ ਤੱਟ ਕੋਈ ਫਟਾਫਟ ਰਾਤੋਂ ਰਾਤ ਕਾਹਲ ਬੜੀ ਹੈ। ਕਹਿੰਦਾ ਗੱਡੀ ਚੜਨ ਦੀ ਕਾਹਲ ਬੜੀ ਸੀ, ਕੀ ਕੁਛ ਰਹਿ ਗਿਆ ਉੱਥੇ, ਕਈ ਹਜ਼ਾਰ ਰੁਲਦੀਆਂ ਚਿੱਠੀਆਂ ਤੇ ਮੇਰਾ ਸਿਰਨਾਮਾ, ਚੱਲ ਪਾਤਰ ਕਿਤੇ ਢੂੰਡਣ ਚੱਲੀਏ ਭੁੱਲੀਆਂ ਹੋਈਆਂ ਰਾਹਾਂ। ਬਿਲਕੁਲ। ਬਹੁਤ ਸਾਰੀਆਂ ਰਾਹਾਂ ਨੇ ਜਿਹੜੀਆਂ ਸਾਨੂੰ ਉਹ ਭੁੱਲ ਚੁੱਕੀਆਂ ਨੇ ਜੀ। ਇਸ ਦੌੜ ਦੇ ਵਿੱਚ, ਇਸ ਧਰਾਤਲ ਦੇ ਉੱਤੇ ਖੜ ਕੇ। ਉਹਦੇ ਵਿਰੋਧੀ ਜਿਹੜੀਆਂ ਚੀਜ਼ਾਂ ਨੇ ਸਾਡੇ ਹੱਥ ਦੇ ਵਿੱਚ ਨੇ, ਜਿਨ੍ਹਾਂ ਕਾਰਨ ਤਟਫਟ ਰਾਤੋਂ ਰਾਤ ਬੜੀ ਕਾਹਲ 'ਚ ਕਮੈਂਟਸ ਲੈਣ ਵਾਸਤੇ, ਟਿੱਪਣੀਆਂ ਲੈਣ ਵਾਸਤੇ, ਰਾਤੋਂ ਰਾਤ ਛਾ ਜਾਣ ਵਾਸਤੇ, ਹੋਰ ਜਿਹੜੇ ਕੋਈ ਨਿੱਜੀ ਮਕਸਦ ਨੇ ਉਹਨਾਂ ਦੀ ਪੂਰਤੀ ਵਾਸਤੇ ਬੰਦਾ ਫਟਾਫਟ ਜਲਦੀ ਜਲਦੀ ਸਭ ਤੋਂ ਪਹਿਲਾਂ ਕਵਿਤਾ ਨੂੰ ਆਪਣੀ ਰਚਨਾ ਵਸਤੂ ਬਣਾਉਂਦਾ ਹੈ, ਇਸ ਵਿਧਾ ਦੀ ਚੋਣ ਕਰਦਾ ਹੈ। ਜਦੋਂ ਮੈਂ ਮਧੂ ਜੀ ਕਹਾਣੀ ਦੇ ਖੇਤਰ 'ਚ ਆਇਆ ਤਾਂ ਸਭ ਤੋਂ ਪਹਿਲਾਂ ਮੈਂ ਵੀ ਕਵਿਤਾ ਹੀ ਲਿਖਣੀ ਸ਼ੁਰੂ ਕਰੀ ਸੀ ਜੀ। ਪਰ ਉਸ ਵਕਤ ਮੰਚ ਹੋਰ ਸੀ, ਉਸ ਵਕਤ ਦ੍ਰਿਸ਼ ਹੈ ਜਿਹੜਾ ਸਾਹਿਤ ਦਾ ਹੋਰ ਸੀ, ਇਸ ਲਈ ਉਹ ਜਲਦੀ ਜਲਦੀ ਜਿਹੜੀਆਂ ਵਿਧਾਵਾਂ ਨੇ ਉਹ ਚੇਂਜ ਹੁੰਦੀਆਂ ਹੁੰਦੀਆਂ ਵੱਡੀ ਕਹਾਣੀ ਤੇ ਨਾਵਲ ਤੱਕ ਪਹੁੰਚ ਗਈਆਂ ਜੀ। ਇਹ ਵਿਕਾਸ ਹੈ ਜਿਹੜਾ ਹਰੇਕ ਲੇਖਕ ਵਾਸਤੇ ਜ਼ਰੂਰੀ ਹੈ। ਅਗਰ ਉਹਨੇ ਲੇਖਕ ਬਣਨਾ ਹੈ, ਉਹਦੇ ਲੇਖਕ ਦੇ ਤੌਰ ਤੇ ਜਿੰਦਾ ਰਹਿਣਾ ਹੈ, ਉਹਦੀ ਰਚਨਾ ਨੇ। ਹੁਣ ਉਹ ਕਾਹਲ ਦੇ ਵਿੱਚ ਫਟਾਫਟ ਜਿਹੜੀ ਕਵਿਤਾ ਲਿਖੀ ਜਾ ਰਹੀ ਹੈ, ਇਸ ਲਈ ਵੱਡੀ ਪੱਧਰ ਦੇ ਉੱਤੇ ਲਿਖੀ ਜਾ ਰਹੀ ਹੈ। ਹਰੇਕ ਬੰਦੇ ਨੂੰ ਲੱਗਦਾ ਹੈ ਕਿ ਮੇਰੇ ਨਾਲ ਮੇਰਾ ਦਿਲ ਜਿਹੜਾ ਟੁੱਟਿਆ ਜਾਂ ਮੇਰੇ ਦਿਲ ਤੇ ਜਿਹੜੀ ਵਾਪਰੀ ਹੈ, ਮੇਰੀਆਂ ਭਾਵਨਾਵਾਂ ਦਾ ਜਿਹੜਾ ਹਨਨ ਹੋਇਆ, ਮੇਰੇ ਖਿਆਲਾਂ ਦੇ ਵਿੱਚ ਜਿਹੜਾ ਵਿਘਨ ਪਿਆ, ਆਹ ਮੇਰੇ ਅਹਿਸਾਸ ਜਿਹੜੇ ਦਰੜੇ ਗਏ ਨੇ, ਮੈਂ ਲੋਕਾਂ ਦੇ ਨਾਲ ਇਹ ਸ਼ੇਅਰ ਕਰਾਂ ਲਈ ਉਹਨੂੰ ਪਤਾ ਹੈ ਕਿ ਆਹ ਡਿਜ਼ਾਈਨ ਹੈ ਜਿਹੜਾ ਇਹ ਕਵਿਤਾ ਦਾ, ਇਸ ਤਰ੍ਹਾਂ ਕਵਿਤਾ ਲਿਖ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿਓ, ਦੋਸਤਾਂ ਨੂੰ ਭੇਜ ਦਿਓ, ਵਾਹ ਵਾਹ ਹੋ ਗਈ, ਗੱਲ ਖਤਮ ਹੋ ਗਈ, ਉਹਦਾ ਕਥਾਰਸਿਸ ਹੋ ਗਿਆ ਭਾਵਾਂ ਦਾ, ਉਹਨੂੰ ਨੀਂਦ ਆ ਗਈ ਜੀ। ਪਰ ਚੰਗਾ ਲੇਖਕ ਹਮੇਸ਼ਾ ਜਾਗਦਾ ਰਹਿੰਦਾ ਹੈ, ਉਹ ਸੌਂਦਾ ਨਹੀਂ। ਨੀਂਦ ਆਉਣ ਵਾਲੀ ਗੱਲ ਇੱਥੇ ਬਿਲਕੁਲ ਗਲਤ ਹੈ। ਕਹਾਣੀ ਹੈ ਜਿਹੜੀ ਉਹ ਤੁਹਾਡੀ ਨੀਂਦ ਉਡਾ ਦਿੰਦੀ ਹੈ, ਤੁਹਾਨੂੰ ਜਾਗਣ ਦੇ ਲਈ ਮਜਬੂਰ ਕਰਦੀ ਹੈ, ਤੁਹਾਤੋਂ ਵੱਧ ਮਿਹਨਤ ਦੀ ਮੰਗ ਕਰਦੀ ਹੈ, ਜ਼ਿਆਦਾ ਅਧਿਐਨ ਦੀ ਮੰਗ ਕਰਦੀ ਹੈ। ਕਹਾਣੀ ਲਿਖਣ ਵਾਸਤੇ ਸਮਾਂ ਲੱਗਦਾ ਹੈ, ਇਹ ਤੁਹਾਨੂੰ ਸੁੱਧਣੀ ਪੈਂਦੀ ਹੈ, ਇਸ ਵਾਸਤੇ ਸਾਲ ਮਹੀਨੇ ਲੱਗ ਜਾਂਦੇ ਨੇ, ਇੱਕ ਲੰਬੀ ਉਡੀਕ ਦੇ ਵਿੱਚੋਂ ਦੀ ਲੰਘਣਾ ਪੈਂਦਾ ਹੈ। ਉਸ ਤੋਂ ਬਾਅਦ ਵੀ ਜ਼ਰੂਰੀ ਨਹੀਂ ਹੈ ਕਿ ਤੁਹਾਡੀ ਕਹਾਣੀ ਪਾਸ ਹੋ ਜਾਵੇ, ਫੇਲ ਵੀ ਹੁੰਦੀ ਹੈ। ਇੱਕ ਜਿਗਰਾ, ਇੱਕ ਸਹਿਣਸ਼ੀਲਤਾ, ਇੱਕ ਸੱਚੇ ਵਿਦਿਆਰਥੀ ਦੀ, ਕਹਾਣੀ ਦੇ ਵਿਦਿਆਰਥੀ ਦੀ ਭਾਵਨਾ ਜਿਹੜੀ ਉਹ ਕੁੱਟ-ਕੁੱਟ ਕੇ ਜਿਸ ਬੰਦੇ ਦੇ ਅੰਦਰ ਭਰੀ ਹੁੰਦੀ ਹੈ, ਕਹਾਣੀ ਉਹੀ ਲਿਖਦਾ ਹੈ।
ਕਹਾਣੀ ਇਹਨਾਂ ਕਾਰਨਾਂ ਕਰਕੇ ਜਿਹੜੇ ਮੈਂ ਗਿਣੇ ਨੇ ਘੱਟ ਲਿਖੀ ਜਾ ਰਹੀ ਹੈ। ਕਵਿਤਾ ਹੈ ਜਿਹੜੀ ਉਹਨਾਂ ਕਾਰਨਾਂ ਕਰਕੇ ਉਹ ਜਲਦੀ ਔਰ ਜ਼ਿਆਦਾ ਲਿਖੀ ਜਾ ਰਹੀ ਹੈ। ਲਿਖੀਆਂ ਦੋਵੇਂ ਜਾਣੀਆਂ ਚਾਹੀਦੀਆਂ ਨੇ, ਪਰ ਉਹਦੇ ਵਾਸਤੇ ਜਿਹੜੀਆਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਸਾਤੋਂ ਅਸੂਲਨ ਮੰਗ ਕਰਦੀਆਂ ਨੇ, ਜਿਨ੍ਹਾਂ ਧਰਮ ਪਾਲਣਾ ਦੀ, ਸਾਡੇ ਸਿਦਕ ਪਾਲਣ ਦੀ, ਸਾਡੀ ਮਿਹਨਤ ਦੀ, ਸਾਡੀ ਡੈਡੀਕੇਸ਼ਨ ਦੀ, ਸਾਡੀ ਕਮਿਟਮੈਂਟ ਦੀ, ਸਾਡਾ ਸਭ ਤੋਂ ਵੱਡਾ ਲਕਸ਼ ਕੀ ਹੈ ਲਿਖਣ ਦਾ, ਇਸ ਦੀ ਜਿਹੜੀਆਂ ਮੰਗ ਕਰਦੀਆਂ ਨੇ, ਸਾਨੂੰ ਉਹ ਮੰਗ ਪੂਰੀ ਕਰਨੀ ਪੈਣੀ ਹੈ। ਜਿੰਨਾ ਚਿਰ ਅਸੀਂ ਮੰਗ ਪੂਰੀ ਨਹੀਂ ਕਰਾਂਗੇ, ਸਾਡਾ ਰਚਿਆ ਹੋਇਆ ਸਾਹਿਤ ਖਪਤ ਸਾਹਿਤ ਹੋਊਗਾ, ਕੰਜ਼ਿਊਮ ਹੋ ਜਾਊਗਾ। ਟਾਈਮ ਬੀਤਿਆ, ਨਾਲ ਹੀ ਉਹ ਸਾਹਿਤ ਬੀਤ ਗਿਆ, ਚਾਹੇ ਕਵਿਤਾ ਹੈ ਚਾਹੇ ਕਹਾਣੀ ਹੈ। ਠਹਿਰੂਗੀ ਉਹੀ ਚੀਜ਼ ਜਿਹਦੇ ਵਿੱਚ ਜਾਨ ਹੋਊਗੀ। ਜਾਨ ਪਾਉਣ ਵਾਸਤੇ ਤੁਹਾਨੂੰ ਆਪਣੀ ਜਾਨ ਹੈ ਜਿਹੜੀ ਉਹ ਐ ਰਚਨਾ ਦੇ ਵਿੱਚ ਪਾ ਦੇਣੀ ਹੁੰਦੀ ਹੈ, ਗੁੰਨ ਕੇ, ਅੱਖਰਾਂ ਦੇ ਰਾਹੀਂ, ਸ਼ਬਦਾਂ ਦੇ ਰਾਹੀਂ, ਵਿਚਾਰਾਂ ਦੇ ਰਾਹੀਂ, ਜੁਗਤਾਂ ਦੇ ਰਾਹੀਂ। ਆਸਟ੍ਰੇਲੀਆ ਦੇ ਵਿੱਚ ਜਿਹੜੇ ਕਹਾਣੀਕਾਰ ਕਹਾਣੀ ਲਿਖਣ ਲੱਗੇ ਨੇ, ਲਾਜ਼ਮੀ ਤੌਰ ਦੇ ਉੱਤੇ ਇੱਕ ਦਿਨ ਆਊਗਾ ਬੜਾ ਜਲਦੀ ਹੀ, ਜਦੋਂ ਇੱਥੇ ਕਹਾਣੀਆਂ ਦਾ ਕਾਫਲਾ ਤੁਰੂਗਾ, ਜਦੋਂ ਇਸ ਮੰਚ ਦੇ ਉੱਤੇ ਹੋਰ ਲੋਕ ਗੱਲਾਂ ਕਰਨਗੇ, ਹੋਰ ਕਹਾਣੀਆਂ ਪੜ੍ਹਨਗੇ। ਸ਼ੁਰੂਆਤ ਹੋ ਚੁੱਕੀ ਹੈ, ਵਿਕਾਸ ਵੀ ਹੋਊਗਾ, ਔਰ ਮੰਜ਼ਿਲ ਦੇ ਉੱਤੇ ਵੀ ਪੰਜਾਬੀ ਕਹਾਣੀ ਆਸਟ੍ਰੇਲੀਆ ਦੇ ਵਿੱਚ ਪਹੁੰਚੂਗੀ। ਜੀ ਬਹੁਤ ਬਹੁਤ ਧੰਨਵਾਦ ਰਾਣਾ ਜੀ। ਬਿਲਕੁਲ ਸ਼ੁਰੂਆਤ ਹੋ ਚੁੱਕੀ ਹੈ, ਰਸਤੇ ਬਣਨੇ ਸ਼ੁਰੂ ਹੋ ਗਏ ਨੇ, ਤੇ ਉਮੀਦ ਹੈ ਕਿ ਹੋਰ ਕਹਾਣੀਕਾਰ ਇਹਨਾਂ ਰਸਤਿਆਂ ਤੋਂ ਦੀ ਲੰਘਣਗੇ ਤੇ ਆਸਟ੍ਰੇਲੀਅਨ ਕਹਾਣੀ ਨੂੰ ਇੱਕ ਨਵੀਆਂ ਮੰਜ਼ਿਲਾਂ ਤੇ ਲੈ ਕੇ ਜਾਣਗੇ। ਰਾਣਾ ਜੀ ਅਕਸਰ ਬਹੁਤ ਸਾਰੇ ਹੋਰ ਲੇਖਕਾਂ ਦੀਆਂ ਕਹਾਣੀਆਂ ਜਾਂ ਰਚਨਾਵਾਂ ਪੜ੍ਹਦੇ ਰਹਿੰਦੇ ਨੇ ਤੇ ਉਹਨਾਂ ਨੂੰ ਗਾਈਡ ਵੀ ਕਰਦੇ ਰਹਿੰਦੇ ਨੇ। ਤੇ ਰਾਣਾ ਜੀ ਦੀ ਇੱਕ ਬਹੁਤ ਜਿਹੜੀ ਖਾਸੀਅਤ ਮੈਨੂੰ ਗੱਲ ਲੱਗਦੀ ਹੈ ਕਿ ਉਹ ਉਤਸ਼ਾਹ ਬਹੁਤ ਦਿੰਦੇ ਨੇ ਨਵੀਆਂ ਕਲਮਾਂ ਨੂੰ, ਜਾਂ ਈਵਨ ਕਿ ਜਿਹੜੇ ਆਲਰੇਡੀ ਆਪਣਾ ਨਾਮ ਬਣਾ ਚੁੱਕੇ ਨੇ। ਬਹੁਤ ਥੋੜੇ ਲੋਕ ਹੁੰਦੇ ਨੇ ਜਿਹੜੇ ਤੁਹਾਨੂੰ ਉਤਸ਼ਾਹ ਨਾਲ ਭਰ ਸਕਦੇ ਨੇ। ਜ਼ਿਆਦਾਤਰ ਤੁਹਾਨੂੰ ਜਿਹੜਾ ਹੈਗਾ ਇਹੀ ਕਹਿਣ ਵਾਲੇ ਹੁੰਦੇ ਨੇ ਕਿ ਹਜੇ ਉਡੀਕ ਕਰ, ਹਜੇ ਰਾਈਟ ਸਮਾਂ ਨਹੀਂ ਹੈ, ਹੋਰ ਪ੍ਰੈਕਟਿਸ ਕਰੋ, ਹੋਰ ਪੜ੍ਹੋ। ਪਰ ਰਾਣਾ ਜੀ ਦੀਆਂ ਮੈਂ ਅਕਸਰ ਸੋਸ਼ਲ ਮੀਡੀਆ ਤੇ ਦੂਸਰੇ ਕਹਾਣੀਕਾਰਾਂ ਵੱਲੋਂ ਪਾਏ ਹੋਏ ਕਮੈਂਟ ਪੜ੍ਹਦੀ ਰਹਿੰਦੀ ਹਾਂ, ਤੇ ਮੈਨੂੰ ਬੜੀ ਉਹਨਾਂ ਦੀ ਵਿਅਕਤੀਤਵ ਦੀ ਇਹ ਗੱਲ ਬਹੁਤ ਪੋਜ਼ਿਟਿਵ ਲੱਗੀ ਕਿ ਉਹ ਬਹੁਤ ਪੋਜ਼ਿਟਿਵਿਟੀ ਵੰਡਦੇ ਨੇ ਨਵੀਆਂ ਕਲਮਾਂ ਨੂੰ। ਤੇ ਕਿਉਂਕਿ ਉਹ ਬਹੁਤ ਸਾਰੇ ਹੋਰ ਨਵੇਂ ਲੇਖਕਾਂ ਨੂੰ ਪੜ੍ਹਦੇ ਰਹਿੰਦੇ ਆ। ਮੇਰਾ ਕੁਐਸਚਨ ਜਿਹੜਾ ਹੈਗਾ ਉਹ ਇਹਨਾਂ ਦੀ ਇਸੇ ਬਿਰਤੀ ਚ ਉਪਜਦਾ ਹੈ ਕਿ ਜਦੋਂ ਇਹ ਬਹੁਤ ਸਾਰੇ ਹੋਰ ਲੇਖਕਾਂ ਨੂੰ ਪੜ੍ਹਦੇ ਨੇ, ਜਿਹਦੇ ਚ ਮਰਦ ਲੇਖਕ ਵੀ ਨੇ, ਔਰਤ ਲੇਖਕ ਵੀ ਨੇ, ਤਾਂ ਕੀ ਰਾਣਾ ਜੀ ਤੁਸੀਂ ਮਰਦ ਕਹਾਣੀਕਾਰ ਤੇ ਔਰਤ ਕਹਾਣੀਕਾਰ ਦੀ ਸਿਰਜਣਾ ਸ਼ਕਤੀ ਜਾਂ ਸਿਰਜਣਾ ਵਿਧੀ ਦੇ ਵਿੱਚ ਕੋਈ ਵਿਖਰੇਵਾਂ ਵੇਖਦੇ ਹੋ? ਜੇ ਹਾਂ ਤਾਂ ਕਿਉਂ ਤੇ ਕਿਵੇਂ? ਤੇ ਇਹ ਫਿਰ ਸਮਾਜ ਨੂੰ ਇਹ ਕੀ ਦਿੰਦਾ, ਜਿਹੜਾ ਇਹ ਵਖਰੇਵਾਂ ਜਾਂ ਇਹ ਜਿਹੜੀ ਔਰਤ ਕਹਾਣੀਕਾਰ ਤੇ ਮਰਦ ਕਹਾਣੀਕਾਰ ਦੀ ਜਿਹੜੀ ਸੋਚ ਹੈ, ਇਹ ਸਮਾਜ ਨੂੰ ਫਿਰ ਕੀ ਸਿੱਧ ਦਿੰਦੀ ਹੈ? ਓਵਰ ਜੀ। ਜੀ ਜੀ ਹਾਂਜੀ ਮਧੂ ਤਨਹਾ ਜੀ, ਜਿਹੜਾ ਤੁਸੀਂ ਸਵਾਲ ਪੁੱਛਿਆ ਇਹ ਬਹੁਤ ਹੀ ਭਖਵਾਂ ਤੇ ਮੁੱਲਵਾਨ ਸਵਾਲ ਹੈ। ਮਰਦ ਕਹਾਣੀਕਾਰ, ਔਰਤ ਕਹਾਣੀਕਾਰ, ਕੀ ਇਹਨਾਂ ਦੀ ਸਿਰਜਣ ਸ਼ਕਤੀ ਜਾਂ ਸਿਰਜਣ ਵਿਧੀ ਵਿੱਚ ਕੋਈ ਵਖਰੇਵਾਂ ਹੈ? ਜੇ ਹੈ ਤਾਂ ਕੀ ਹੈ ਔਰ ਕਿਉਂ ਹੈ? ਹੁਣ ਇਸ ਦੇ ਸੰਬੰਧ ਵਿੱਚ ਸਾਨੂੰ ਬੁਨਿਆਦੀ ਤੌਰ ਤੇ 3-4 ਗੱਲਾਂ ਸਮਝ ਲੈਣੀਆਂ ਜ਼ਰੂਰੀ ਨੇ, ਅਗਰ ਅਸੀਂ ਇਸ ਸਵਾਲ ਨੂੰ ਚੰਗੇ ਤਰੀਕੇ ਨਾਲ ਸਮਝਣਾ ਚਾਹੁੰਦੇ ਹਾਂ। ਜੀ, ਇੱਕ ਅਧਿਆਪਕ ਹੁੰਦਾ ਹੈ, ਔਰਤ ਮਰਦ ਬਾਅਦ ਚ ਹੁੰਦਾ ਹੈ। ਇੱਕ ਡਾਕਟਰ ਪਹਿਲਾਂ ਹੁੰਦਾ ਹੈ, ਔਰਤ ਮਰਦ ਬਾਅਦ ਚ ਹੁੰਦਾ ਹੈ। ਜੀ, ਇਸੇ ਤਰ੍ਹਾਂ ਇੱਕ ਕਹਾਣੀਕਾਰ ਪਹਿਲਾਂ ਹੁੰਦਾ ਹੈ, ਔਰਤ ਕਹਾਣੀਕਾਰ, ਮਰਦ ਕਹਾਣੀਕਾਰ ਉਹ ਬਾਅਦ ਚ ਹੁੰਦਾ ਹੈ। ਜੀ, ਜਦੋਂ ਅਸੀਂ ਥੋੜਾ ਜਿਹਾ ਫਿਲਾਸਫੀ ਦੇ ਪੱਖ ਤੋਂ, ਚਿੰਤਨ ਦੇ ਪੱਖ ਤੋਂ ਇਸ ਨੂੰ ਵੇਖਦੇ ਹਾਂ ਗੱਲ ਨੂੰ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਕੋਲ ਇੱਕ ਅਰਧ ਨਾਰੀਸ਼ਵਰ ਦਾ ਸੰਕਲਪ ਹੈ। ਇਹਦਾ ਅਰਥ ਹੈ ਕਿ ਹਰੇਕ ਮਰਦ ਦੇ ਅੰਦਰ ਅੱਧਾ ਹਿੱਸਾ ਔਰਤ ਦਾ ਹੁੰਦਾ ਹੈ, ਹਰੇਕ ਔਰਤ ਦੇ ਅੰਦਰ ਅੱਧਾ ਹਿੱਸਾ ਮਰਦ ਹੁੰਦਾ ਹੈ। ਜੀ, ਦੋਨੇ ਜੁੜ ਕੇ ਇੱਕ ਵਿਅਕਤੀ ਬਣਦਾ ਹੈ, ਇੱਕ ਮਨੁੱਖ ਬਣਦਾ ਹੈ। ਔਰ ਆਪੋ ਆਪਣਾ ਅੱਧ ਜਿਹੜਾ ਇੱਕ ਦੂਸਰੇ ਦੇ ਵਿੱਚ ਉਹਨਾਂ ਦਾ ਹੈਗਾ, ਉਹਦੀ ਢੂੰਡ ਭਾਲ ਵਾਸਤੇ, ਤਲਾਸ਼ ਵਾਸਤੇ ਉਹ ਇੱਕ ਦੂਸਰੇ ਦੇ ਨਾਲ ਜੁੜਦੇ ਨੇ, ਕੰਮ ਕਰਦੇ ਨੇ, ਗੱਲਾਂ ਕਰਦੇ ਨੇ, ਜ਼ਿੰਦਗੀ ਜਿਉਂਦੇ ਨੇ। ਠੀਕ ਇਹੀ ਗੱਲ ਹੈ ਜਿਹੜੀ ਉਹ ਕਹਾਣੀਕਾਰਾਂ ਦੇ ਉੱਤੇ ਵੀ ਲਾਗੂ ਹੁੰਦੀ ਹੈ। ਜੀ, ਜਦੋਂ ਕੋਈ ਕਹਾਣੀਕਾਰ ਕਹਾਣੀ ਲਿਖਦਾ ਹੈ ਤਾਂ ਉਸ ਦੇ ਜ਼ਿਹਨ ਦੇ ਵਿੱਚ ਇਹ ਗੱਲ ਬਾਅਦ ਚ ਹੁੰਦੀ ਹੈ ਕਿ ਮੈਂ ਮਰਦ ਹਾਂ, ਮੈਂ ਔਰਤ ਹਾਂ। ਉਸ ਦੇ ਅੰਦਰ ਸਭ ਤੋਂ ਪਹਿਲਾਂ ਇਹ ਗੱਲ ਹੁੰਦੀ ਹੈ ਕਿ ਮੈਂ ਕਹਾਣੀ ਲਿਖਣੀ ਹੈ। ਜੀ,
ਮੈਂ ਮਰਦ ਕਹਾਣੀ ਲਿਖਣੀ ਹੈ, ਮੈਂ ਔਰਤ ਦੀ ਕਹਾਣੀ ਲਿਖਣੀ ਹੈ, ਇਹ ਨਹੀਂ ਹੁੰਦਾ ਦਿਮਾਗ 'ਚ। ਜੀ ਉਹਦੇ ਦਿਮਾਗ 'ਚ ਪਾਤਰ ਹੁੰਦੇ ਨੇ, ਵਿਸ਼ਾ ਹੁੰਦਾ ਹੈ, ਘਟਨਾਵਾਂ ਹੁੰਦੀਆਂ ਨੇ, ਕਲਾਈਮੈਕਸ ਹੁੰਦਾ ਹੈ, ਸ਼ੁਰੂਆਤ ਹੁੰਦੀ ਹੈ, ਸ਼ਬਦ ਹੁੰਦੇ ਨੇ, ਕਥਾ ਜੁਗਤਾਂ ਹੁੰਦੀਆਂ ਨੇ, ਵਿਧੀਆਂ ਹੁੰਦੀਆਂ ਨੇ। ਜੀ ਬਾਅਦ ਦੇ ਵਿੱਚ ਅਸੀਂ ਪੜ੍ਹਨ ਵਾਲੇ ਇਸ ਗੱਲ ਨੂੰ ਦੇਖਦੇ ਨੇ ਕਿ ਇਹ ਔਰਤ ਨੇ ਲਿਖੀ ਹੈ ਜਾਂ ਮਰਦ ਨੇ ਲਿਖੀ ਹੈ। ਬਿਲਕੁਲ ਯਾ ਵਿਸ਼ਲੇਸ਼ਣ ਕਰਨ ਵਾਲੇ ਆਪਣੀ ਵਰਗ ਵੰਡ ਵਾਸਤੇ ਜਾਂ ਸੌਖ ਵਾਸਤੇ ਜਾਂ ਗੱਲ ਨੂੰ ਇੱਕ ਫਰੇਮ ਦੇ ਵਿੱਚ ਰੱਖ ਕੇ ਕਰਨ ਵਾਸਤੇ ਉਹ ਇਸ ਤਰ੍ਹਾਂ ਦੇ ਵਿਸ਼ੇਸ਼ਣਾਂ ਦੇ ਨਾਲ ਅਸੀਂ ਸੰਬੋਧਿਤ ਹੁੰਦੇ ਆ। ਜੀ ਪਰ ਅਗਰ ਅਸੀਂ ਇਸ ਨੂੰ ਇਹ ਗੱਲ ਦੇ ਤੌਰ ਤੇ ਲਈਏ ਕਿ ਮਰਦ ਕਹਾਣੀਕਾਰ, ਔਰਤ ਕਹਾਣੀਕਾਰ, ਜਿਵੇਂ ਸਮਾਜ ਦੇ ਵਿੱਚ, ਆਮ ਸਮਾਜ ਦੇ ਵਿੱਚ ਔਰਤ ਤੇ ਮਰਦ ਦੇ ਬਾਰੇ ਅਸੀਂ ਇੱਕ ਨਾਰੀਵਾਦੀ ਨੁਕਤੇ ਤੋਂ ਡਿਬੇਟ ਸੁਣਦੇ ਆ ਕਿ ਬਹੁਤ ਵੱਡਾ ਫਰਕ ਹੈ, ਬਹੁਤ ਵੱਡੀਆਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਦੀ, ਸੁਧਾਰਨ ਦੀ ਲੋੜ ਹੈ। ਜੀ ਉਹ ਇੱਕ ਹੋਰ ਗੱਲ ਹੈ, ਉਹ ਇੱਕ ਹੋਰ ਚਰਚਾ ਦਾ ਵਿਸ਼ਾ ਹੈ ਜਿਹੜਾ ਸਮਾਨ ਅੰਤਰ ਇਹਦੇ ਚੱਲਦਾ ਹੈ। ਜੀ ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਮਰਦ ਕਹਾਣੀਕਾਰ ਤੇ ਔਰਤ ਕਹਾਣੀਕਾਰਾਂ ਦੀ। ਜੀ ਮੈਂ ਇਸ ਦੇ ਸੰਬੰਧ ਵਿੱਚ ਨਟਸ਼ਲ ਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਜਦੋਂ ਕਹਾਣੀਕਾਰ ਕਹਾਣੀ ਲਿਖਦਾ ਹੈ ਤਾਂ ਜੈਂਡਰ ਫ੍ਰੀ ਹੋ ਕੇ ਲਿਖਦਾ ਹੈ। ਜੀ ਉਸ ਦੇ ਅੱਗੇ ਮਸਲਾ ਨਹੀਂ ਹੁੰਦਾ, ਉਸ ਦੇ ਅੱਗੇ ਸਿਰਫ ਵਿਸ਼ਾ ਹੁੰਦਾ ਹੈ, ਸੰਕਟ ਹੁੰਦਾ ਹੈ, ਪਾਤਰ ਹੁੰਦੇ ਨੇ, ਘਟਨਾਵਾਂ ਹੁੰਦੀਆਂ ਨੇ ਤੇ ਉਹਦਾ ਕੇਂਦਰੀ ਨੁਕਤਾ ਹੁੰਦਾ ਹੈ। ਜੀ ਔਰ ਸਭ ਤੋਂ ਜ਼ਰੂਰੀ ਉਸ ਦੀ ਕਲਾ ਹੁੰਦੀ ਹੈ। ਉਹਦਾ ਸਾਰਾ ਧਿਆਨ ਇਸ ਗੱਲ ਦੇ ਉੱਤੇ ਹੁੰਦਾ ਹੈ ਕਿ ਮੈਂ ਸਾਰੀ ਰਾ ਮਟੀਰੀਅਲ, ਕੱਚੀ ਸਮੱਗਰੀ ਨੂੰ ਬਹੁਤ ਕਲਾ ਕੌਸ਼ਲਤਾ ਦੇ ਨਾਲ ਲਿਖਣਾ, ਪੇਸ਼ ਕਰਨਾ ਤਾਂ ਕਿ ਮੇਰੀ ਕਹਾਣੀ ਚੰਗੀ ਮੰਨੀ ਜਾਵੇ, ਲਿਖੀ ਜਾਵੇ, ਪੜ੍ਹੀ ਜਾਵੇ ਔਰ ਲੋਕ ਉਸ ਦੇ ਸਿਰ ਉੱਤੇ ਹੱਥ ਰੱਖ ਕੇ ਕਹਿਣ ਜਿਉਂਦੀ ਰਹਿ ਭਾਈ ਕਹਾਣੀ ਦੇ ਸਿਰ ਤੇ। ਹੁਣ ਮਧੂ ਤਨਹਾ ਜੀ ਜਦੋਂ ਅਸੀਂ ਇਸ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਔਰਤ ਤੇ ਮਰਦ ਦੀ ਸਿਰਜਣਾ ਸ਼ਕਤੀ ਦੇ ਵਿੱਚ ਕੋਈ ਫਰਕ ਨਹੀਂ ਹੈ, ਬਲਕਿ ਅਸੀਂ ਕਹਿਣਾ ਹੋਵੇ ਤਾਂ ਐਂ ਤਾਂ ਕਹਿ ਸਕਦੇ ਹਾਂ ਕਿ ਔਰਤ ਦੇ ਅੰਦਰ ਸਿਰਜਣਾ ਸ਼ਕਤੀ ਜ਼ਿਆਦਾ ਹੁੰਦੀ ਹੈ। ਜੀ ਜਿਵੇਂ ਮਿਸਾਲ ਦੇ ਤੌਰ ਤੇ ਪੰਜਾਬੀ ਸੱਥ ਮੈਲਬੌਰਨ ਔਰ ਅਪ ਟੀਵੀ ਚੈਨਲ, ਜਿਹੜੇ ਦੋ ਮੰਚ ਇਸ ਵਕਤ ਮੇਰੇ ਰੂਬਰੂ ਨੇ। ਮੈਂ ਜਿੰਨੇ ਕੁ ਵੀ ਤੁਹਾਡੇ ਸਮੇਤ ਦੋਸਤਾਂ ਨਾਲ, ਰਚਨਾਕਾਰਾਂ ਨਾਲ ਇਹ ਦੂਸਰੀ ਵਾਰ ਰੂਬਰੂ ਹੋਇਆ, ਉਹਦੇ ਵਿੱਚ ਜ਼ਿਆਦਾ ਔਰਤਾਂ ਨੇ। ਜੀ ਜੱਸੀ ਧਾਲੀਵਾਲ, ਹਰਵਿੰਦਰ ਚਾਹਲ, ਮਧੂ ਤਨਹਾ, ਕੁਲਜੀਤ, ਰਮਾ ਸੇਖੋਂ, ਜੋਤ ਸਿੱਧੂ, ਦੇਖੋ ਜੀ ਵਿਕਰਮ ਸੇਖੋਂ ਜੀ ਇਕੱਲੇ ਮੇਰੇ ਕੰਟੈਕਟ 'ਚ ਨੇ ਜਿਹੜੇ ਤੁਹਾਡੇ ਕਾਫਲੇ 'ਚੋਂ ਉਹ ਮਰਦ ਨੇ। ਜੀ ਹੁਣ ਸ਼ਕਤੀ ਦੇਖੋ ਕਿਹਦੀ ਜ਼ਿਆਦਾ ਹੋਈ। ਮੈਂ ਮਜ਼ਾਕ ਕਰ ਰਿਹਾ, ਮਾਫ ਕਰਨਾ। ਮੈਨੂੰ ਲੱਗਦਾ ਕਿ ਜਦੋਂ ਅਸੀਂ ਸਿਰਜਣਾਤਮਕ ਸ਼ਕਤੀ ਦੀ ਗੱਲ ਕਰਦੇ ਹਾਂ ਤਾਂ ਇਸ ਤਰ੍ਹਾਂ ਦੇ ਮੰਚਾਂ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ ਜਿਹਦੇ ਵਿੱਚ ਔਰਤਾਂ ਗਿਣਤੀ ਪੱਖ ਤੋਂ ਵੀ ਜ਼ਿਆਦਾ ਨੇ ਔਰ ਗੁਣ ਪੱਖ ਤੋਂ ਵੀ ਜ਼ਿਆਦਾ ਨੇ। ਗੁਣ ਉਹਨਾਂ ਦਾ ਸਭ ਤੋਂ ਵੱਡਾ ਸਿਰਜਣਾ ਸ਼ਕਤੀ ਦੇ ਵਿੱਚ ਹੀ ਲੁਕਿਆ ਹੋਇਆ ਹੈ। ਜੀ ਹੁਣ ਉਹਨਾਂ ਦੀ ਸਿਰਜਣ ਵਿਧੀ ਮਰਦ ਕਹਾਣੀਕਾਰਾਂ ਦੇ ਮੁਕਾਬਲੇ, ਰਚਨਾਕਾਰਾਂ ਦੇ ਮੁਕਾਬਲੇ ਕੋਈ ਵਖਰੇਵਾਂ ਹੈ? ਜੇ ਹੈ ਤਾਂ ਕੀ ਔਰ ਕਿਉਂ? ਵਖਰੇਵਾਂ ਕੋਈ ਨਹੀਂ ਹੈ, ਸੇਮ ਨੇ। ਜਦੋਂ ਅਸੀਂ ਔਰਤਾਂ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਵਾਹ ਵਾਹ ਕਹਿ ਉੱਠਦੇ ਹਾਂ। ਔਰਤ ਕਹਾਣੀਕਾਰ ਦੀਆਂ ਮੈਂ ਵਿਸ਼ੇਸ਼ਣ ਲਾ ਕੇ ਇਸ ਲਈ ਗੱਲ ਕਰ ਰਿਹਾ ਤਾਂ ਕਿਉਂਕਿ ਸਵਾਲ ਦੀ ਮੰਗ ਹੈ। ਜੀ ਜਦੋਂ ਅਸੀਂ ਉਹਨਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਕਿਸੇ ਵੀ ਤਰ੍ਹਾਂ ਮਰਦ ਕਹਾਣੀਕਾਰਾਂ ਤੋਂ ਘੱਟ ਨਹੀਂ, ਬਲਕਿ ਕਈ ਵਾਰ ਬਹੁਤ ਅੱਗੇ ਨੇ। ਜੀ ਜਦੋਂ ਅਸੀਂ ਮਰਦ ਕਹਾਣੀਕਾਰਾਂ ਦੀਆਂ ਕਹਾਣੀਆਂ ਪੜ੍ਹਦੇ ਹਾਂ ਤਾਂ ਕਦੇ ਵੀ ਸਾਡੇ ਦਿਮਾਗ 'ਚ ਇਹ ਗੱਲ ਨਹੀਂ ਆਉਂਦੀ ਵੀ ਇਹਨਾਂ ਨੇ ਕਿਸੇ ਨੂੰ ਪਿੱਛੇ ਛੱਡਣਾ ਜਾਂ ਕੋਈ ਕੰਪੀਟੀਸ਼ਨ ਦੇ ਵਿੱਚੋਂ ਨਿਕਲ ਰਹੀਆਂ ਨੇ। ਸਹਿਜ ਰੂਪ ਦੇ ਵਿੱਚ ਸਾਰੇ ਮਰਦ ਔਰਤਾਂ ਇੱਕ ਕਹਾਣੀਕਾਰ ਬਣ ਕੇ ਇੱਕ ਵੱਡੀ ਕਹਾਣੀ ਦੀ ਸਿਰਜਣਾ ਕਰ ਰਹੇ ਨੇ ਮੇਰੀ ਨਜ਼ਰ ਦੇ ਵਿੱਚ। ਔਰ ਵਿਧੀਆਂ ਨੇ ਜਿਹੜੀਆਂ, ਜੁਗਤਾਂ ਨੇ ਜਿਹੜੀਆਂ, ਉਹ ਸਾਰਿਆਂ ਦੀ ਆਪੋ ਆਪਣੀ ਜਿਹੜੀ ਸੋਚ ਹੈ, ਸਮਰੱਥਾ ਹੈ, ਸੀਮਾ ਹੈ, ਉਹਨਾਂ ਦਾ ਲਕਸ਼ ਹੈ, ਉਹਨਾਂ ਦਾ ਮਕਸਦ ਹੈ, ਉਸ ਦੇ ਉੱਤੇ ਨਿਰਭਰ ਕਰਦੀ ਹੈ ਜੀ ਕਿ ਉਹ ਵਿਧੀ ਕਿਹੜੀ ਚੁਣੂਗਾ, ਜੁਗਤ ਕਿਹੜੀ ਵਰਤੂਗਾ। ਜਿੰਨਾ ਕੁ ਉਹਦੇ ਅੰਦਰ ਵਿਦਿਆਰਥੀ ਹੈ ਸਿੱਖਣ ਵਾਲਾ, ਜਿੰਨੀ ਕੁ ਉਹਦੇ ਅੰਦਰ ਸ਼ਿੱਦਤ ਹੈ ਮਿਹਨਤ ਕਰਨ ਦੀ, ਜਿੰਨੀ ਕੁ ਉਹਦੇ ਅੰਦਰ ਇੱਕ ਜਨੂਨ ਤੇ ਪੈਸ਼ਨ ਹੈ ਇੱਕ ਅੱਛੀ ਕਹਾਣੀ ਲਿਖਣ ਦਾ, ਅੱਛਾ ਕਹਾਣੀਕਾਰ ਬਣਨ ਦਾ, ਉਨੀ ਹੀ ਉਹਦੀ ਸਿਰਜਣ ਵਿਧੀ ਜ਼ਬਰਦਸਤ ਹੋਊਗੀ, ਸ਼ਾਨਦਾਰ ਹੋਊਗੀ। ਜੀ ਉਸ ਦੀ ਕਹਾਣੀ ਜੁਗਤ ਹੈ ਜਿਹੜੀ, ਕਥਾ ਦ੍ਰਿਸ਼ਟੀ ਹੈ, ਉਨੀ ਹੀ ਵਿਰਾਟ ਤੇ ਗਹਿਰੀ ਹੋਊਗੀ। ਜੀ ਮੈਨੂੰ ਇਸ ਤਰ੍ਹਾਂ ਲੱਗਦਾ ਹੈ। ਉਂਝ ਮੈਂ ਕਦੇ ਇਸ ਨੁਕਤਾ ਨਿਗਾਹ ਤੋਂ ਨਾ ਕਦੇ ਵੇਖਿਆ, ਨਾ ਪੜ੍ਹਿਆ, ਔਰ ਬਹੁਤੇ ਸਾਹਿਤਕਾਰ ਵਿਦਵਾਨ ਦੋਸਤਾਂ ਦਾ ਇਹੀ ਮਤ ਹੈ ਕਿ ਸਾਰੇ ਕਹਾਣੀਕਾਰ ਨੇ, ਔਰਤ ਮਰਦ ਬਾਅਦ ਦੇ ਵਿੱਚ ਨੇ, ਕੋਈ ਵੀ ਕਿਸੇ ਤੋਂ ਅੱਗੇ ਪਿੱਛੇ ਨਹੀਂ। ਅਸੀਂ ਸਾਰੇ ਰਲ ਕੇ ਇੱਕ ਵੱਡੀ ਕਹਾਣੀ ਲਿਖ ਰਹੇ ਹਾਂ ਔਰ ਸਾਡੀਆਂ ਸਿਰਜਣ ਦੀਆਂ ਵਿਧੀਆਂ, ਸਾਡੀ, ਮੈਂ ਫੇਰ ਦੁਹਰਾ ਦਿਆਂ, ਸੀਮਾ, ਸਮਰੱਥਾ ਤੇ ਸਾਡੇ ਲਕਸ਼, ਮਕਸਦ
ਔਰ ਸਾਡੀ ਅੰਤਰਦ੍ਰਿਸ਼ਟੀ ਦੇ ਉੱਤੇ ਨਿਰਭਰ ਕਰਦੀਆਂ ਨੇ। ਜੀ ਬਹੁਤ ਹੀ ਖੂਬਸੂਰਤ ਜਵਾਬ ਦਿੱਤਾ ਤੁਸੀਂ ਰਾਣਾ ਜੀ। ਇਹ ਜਵਾਬ ਤੁਹਾਡੀ ਖੁਦ ਜਿਹੜੀ ਹੈਗੀ ਆ ਪਰਿਪੱਕ ਸ਼ਖਸੀਅਤ ਨੂੰ ਪ੍ਰੈਜ਼ੈਂਟ ਕਰਦਾ ਹੈ ਕਿ ਕਿਵੇਂ ਤੁਸੀਂ ਜਿਹੜਾ ਹੈਗਾ ਕਹਾਣੀ ਨੂੰ ਸਿਰਫ ਇੱਕ ਕਹਾਣੀ ਦੇਖਦੇ ਹੋ, ਔਰਤ ਜਾਂ ਮਰਦ ਰਚਨਾਕਾਰ ਦੀ ਨੂੰ ਤੌਰ ਤੇ ਨਹੀਂ ਦੇਖਦੇ, ਸਿਰਫ ਇੱਕ ਕਹਾਣੀਕਾਰ ਦੇ ਤੌਰ ਤੇ ਇੱਕ ਕਹਾਣੀ ਦੇ ਤੌਰ ਤੇ ਦੇਖਦੇ ਹੋ। ਜ਼ਿਆਦਾਤਰ ਸਮਾਜ ਦੇ ਵਿੱਚ ਅਜਿਹਾ ਨਹੀਂ ਹੁੰਦਾ। ਜੇ ਅਸੀਂ ਪ੍ਰੈਕਟੀਕਲ ਗਰਾਊਂਡ ਲੈਵਲ ਤੇ ਦੇਖਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਵਖਰੇਵੇਂ ਨਜ਼ਰ ਆਉਂਦੇ ਆ। ਅਕਸਰ ਜਿਹੜੀਆਂ ਕੁੜੀਆਂ ਰਚੇਤਾ ਹੁੰਦੀਆਂ, ਲੇਖਕ ਹੁੰਦੀਆਂ, ਉਹਨਾਂ ਨੂੰ ਇਹ ਸੁਣਨ ਦਾ ਸਾਹਮਣਾ ਕਰਨਾ ਪੈਂਦਾ, ਭਾਵੇਂ ਉਹ ਵੱਡੀ ਤੋਂ ਵੱਡੀ ਲੇਖਕ ਹੋਵੇ, ਕਿ ਆਪਣੇ ਸੁਪਨ ਦੇ ਆਸਰੇ ਜਾਂ ਆਪਣੇ ਕੁੜੀ ਹੋਣ ਦਾ ਫਾਇਦਾ ਚੱਕ ਰਹੀ ਹੈ ਸਮਾਜ ਦੇ ਵਿੱਚ, ਜਾਂ ਕੁੜੀਆਂ ਨੂੰ ਤਾਂ ਵੱਧ ਲਾਈਕਸ ਆਉਂਦੇ ਨੇ ਕਮੈਂਟ ਦੇ ਵਿੱਚ ਜਦੋਂ ਉਹ ਕਵਿਤਾ ਲਿਖਦੀ ਹੈ। ਤਾਂ ਗਰਾਊਂਡ ਲੈਵਲ ਤੇ ਥੋੜਾ ਜਿਹਾ ਸਿਨਾਰੀਓ ਵੱਖਰਾ ਹੈ, ਪਰ ਕਿਉਂਕਿ ਤੁਸੀਂ ਉਸ ਉੱਚ ਕੋਟੀ ਦੇ ਇਨਸਾਨ ਹੋ ਜਾਂ ਉਸ ਉੱਚ ਕੋਟੀ ਦੇ ਰਚਨਾਕਾਰ ਹੋ ਜਿੱਥੇ ਤੁਸੀਂ ਇਹੋ ਜਿਹੇ ਵਖਰੇਵੇਂ ਦੇਖਦੇ ਨਹੀਂ ਹੋ, ਤੇ ਸ਼ਾਇਦ ਇਸੇ ਕਰਕੇ ਜਿਹੜਾ ਤੁਹਾਡਾ ਮੁਕਾਮ ਹੈ ਜਿਹੜਾ ਉਹ ਇੱਕ ਵੱਖਰਾ ਮੁਕਾਮ ਹੈ। ਇਸ ਤੋਂ ਸਾਡੇ ਜਿਹੜੇ ਨਵੇਂ ਸਿਰਜਣਾਕਾਰ ਨੇ ਉਹਨਾਂ ਨੂੰ ਇਹ ਵੀ ਸਿੱਖਣਾ ਚਾਹੀਦਾ ਹੈ ਕਿ ਜਿਹੜਾ ਹੈਗਾ ਆਪਣੀ ਸੋਚ ਨੂੰ ਇਸ ਲੈਵਲ ਦੀ ਬਣਾਓ, ਜਸਵੀਰ ਰਾਣਾ ਜੀ ਦੇ ਲੈਵਲ ਦੀ, ਕਿ ਤੁਸੀਂ ਜੇ ਇਹ ਸਾਰੇ ਵਖਰੇਵੇਂ ਖੁਦ ਦੇਖਣੇ ਛੱਡੋਗੇ ਤਾਂ ਤੁਸੀਂ ਜਿਹੜਾ ਹੈਗਾ ਆਪਦੇ ਵਿੱਚੋਂ ਬੈਸਟ ਜਿਹੜਾ ਹੈਗਾ ਉਹ ਦੇ ਸਕੋਗੇ ਸਾਹਿਤ ਨੂੰ। ਮੇਰੇ ਅਗਲੇ ਸਵਾਲ ਪੜ੍ਹਨ ਤੋਂ ਪਹਿਲਾਂ ਸਾਨੂੰ ਆਨਲਾਈਨ ਇੱਕ ਸਵਾਲ ਆਇਆ ਹੈ ਪਰਮਜੀਤ ਸਿੰਘ ਢਿੱਲੋਂ ਜੀ ਤੋਂ। ਉਹ ਪੁੱਛਣਾ ਚਾਹੁੰਦੇ ਨੇ ਕਿ ਇੱਕ ਲੇਖਕ ਤੇ ਆਮ ਆਦਮੀ ਦੇ ਕੁਦਰਤ ਨੂੰ ਦੇਖਣ ਵਿੱਚ ਕਿਸ ਤਰ੍ਹਾਂ ਦਾ ਫਰਕ ਹੁੰਦਾ ਹੈ? ਰਾਣਾ ਜੀ। ਹਾਂਜੀ, ਇੱਕ ਆਮ ਆਦਮੀ ਤੇ ਲੇਖਕ ਦੇ ਕੁਦਰਤ ਨੂੰ ਵੇਖਣ ਵਿੱਚ ਕੀ ਤੇ ਕਿੰਨਾ ਕੁ ਫਰਕ ਹੁੰਦਾ ਹੈ ਜੀ। ਇਸ ਦਾ ਮੈਂ ਜਵਾਬ ਦੇਣਾ ਹੋਵੇ ਤਾਂ ਇਹ ਬਣਦਾ ਹੈ ਕਿ ਕੋਈ ਫਰਕ ਨਹੀਂ ਹੁੰਦਾ। ਕੋਈ ਫਰਕ ਕਿਉਂ ਨਹੀਂ ਹੁੰਦਾ ਉਸ ਨੂੰ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਜੀ। ਇੱਕ ਬੰਦਾ ਹੈ ਜਿਹੜਾ ਆਮ ਸਧਾਰਨ, ਜਿਹੜਾ ਲੇਖਕ ਨਹੀਂ ਹੈ, ਕੁਝ ਵੀ ਲਿਖਦਾ ਨਹੀਂ ਹੈ, ਨਾ ਉਹ ਸਾਹਿਤ ਨਾਲ ਜੁੜਿਆ ਹੋਇਆ ਹੈ ਜੀ, ਪਰ ਉਹ ਕਹਾਣੀਆਂ, ਕਵਿਤਾਵਾਂ, ਨਾਵਲ ਜਿਉਂ ਰਿਹਾ ਹੈ ਜੀ। ਇਸ ਗੱਲ ਦਾ ਉਹਨੂੰ ਪਤਾ ਹੋਵੇ ਚਾਹੇ ਨਾ ਹੋਵੇ, ਸਾਹਿਤ ਉਹਦੇ ਨਾਲ ਵਾਪਰ ਰਿਹਾ ਹੈ ਜੀ। ਹੁਣ ਜਦੋਂ ਉਹ ਮਨੁੱਖ ਜਿਹੜਾ ਜਨ ਸਧਾਰਨ ਹੈ ਕੁਦਰਤ ਨੂੰ ਵੇਖਦਾ ਹੈ ਤਾਂ ਉਸ ਦੀ ਅੰਤਰਦ੍ਰਿਸ਼ਟੀ ਦੇ ਵਿੱਚ, ਉਹਦੀ ਸੁਰਤ ਦੇ ਵਿੱਚ, ਜੇ ਹੋਰ ਨਹੀਂ ਤਾਂ ਘੱਟੋ ਘੱਟ ਗੁਰਬਾਣੀ ਦੇ ਜਿਹੜੇ ਸ਼ਬਦ ਨੇ, ਸ਼ਲੋਕ ਨੇ, ਵਾਕ ਨੇ, ਉਹ ਲਾਜ਼ਮੀ ਤੌਰ ਦੇ ਉੱਤੇ ਗੂੰਜਦੇ ਹੁੰਦੇ ਨੇ ਜੀ। ਸਾਡੇ ਬਾਬਿਆਂ ਨੇ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ, ਯੋਧੇ, ਸੂਰਬੀਰਾਂ ਦੀ ਧਰਤੀ ਹੈ, ਇਹ ਰਚਨਾਕਾਰਾਂ ਦੀ ਧਰਤੀ ਹੈ ਜੀ। ਪੰਜਾਬ ਦਾ ਸੱਭਿਆਚਾਰ ਸ਼ਬਦ ਸੱਭਿਆਚਾਰ ਹੈ। ਇੱਥੇ ਵੇਦਾਂ ਗ੍ਰੰਥਾਂ ਦੀ ਰਚਨਾ ਹੋਈ ਹੈ ਪਹਿਲਾਂ, ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਜੀ। ਇਸ ਲਈ ਹਰੇਕ ਬੰਦਾ ਜਿਹੜਾ ਆਮ ਬੰਦਾ, ਜਨ ਸਧਾਰਨ ਹੈ, ਉਹ ਆਪਣੇ ਖੂਨ ਦੇ ਵਿੱਚ ਲੈ ਕੇ ਇਹ ਗੱਲ ਜੰਮਦਾ ਹੈ ਜੀ ਕਿ ਹੁਣ ਜਦੋਂ ਉਹ ਜ਼ਿੰਦਗੀ ਜਿਊਗਾ ਉਹਦੇ ਨਾਲ ਸਾਹਿਤ ਵਾਪਰੂਗਾ ਜੀ। ਚਾਹੇ ਉਹ ਗੁਰਬਾਣੀ ਦੇ ਰੂਪ ਚ ਕਿਉਂ ਨਾ ਹੋਵੇ, ਸ਼ਬਦਾਂ, ਸ਼ਲੋਕਾਂ ਦੇ ਰੂਪ ਚ ਕਿਉਂ ਨਾ ਹੋਵੇ, ਬਾਬਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਦੇ ਰੂਪ ਚ ਕਿਉਂ ਨਾ ਹੋਵੇ ਜੀ। ਹੁਣ ਉਹ ਸਾਰਾ ਕੁਝ ਉਹਨੂੰ ਇੱਕ ਸੁਰਤ ਬਖਸ਼ਦਾ ਹੈ, ਉਹਨੂੰ ਇੱਕ ਅੰਤਰਦ੍ਰਿਸ਼ਟੀ ਸੋਝੀ ਬਖਸ਼ਦਾ ਹੈ, ਜਿਹਦੇ ਨਾਲ ਉਹ ਕੁਦਰਤ ਨੂੰ ਵੇਖਦਾ ਹੈ, ਉਹਦੇ ਨਾਲ ਵਿਵਹਾਰ ਕਰਦਾ ਹੈ, ਉਸ ਦੇ ਨਾਲ ਜਿਉਂਦਾ ਹੈ। ਉਸ ਦੇ ਉਜੜਨ ਤੇ, ਉਸ ਦੇ ਵੱਢੇ ਜਾਣ ਤੇ ਉਸ ਨੂੰ ਬਹੁਤ ਦੁੱਖ ਹੁੰਦਾ ਹੈ। ਉਹ ਕੁਦਰਤ ਦੇ ਖਿਲਾਫ ਨਹੀਂ, ਕੁਦਰਤ ਦੇ ਸਮਾਨ ਅੰਤਰ ਨਾਲ ਚੱਲਦਾ ਹੈ। ਕੁਦਰਤ ਉਹਦੇ ਵਾਸਤੇ ਕਾਦਰ ਦਾ ਰੂਪ ਹੁੰਦੀ ਹੈ ਜੀ। ਕੁਦਰਤ ਦੇ ਵਿੱਚੋਂ ਉਹ ਕਾਦਰ ਨੂੰ ਵੇਖਦਾ ਹੈ, ਲੱਭਦਾ ਹੈ। ਅਗਰ ਉਹ ਕੁਦਰਤ ਨਾਲ ਮੁਹੱਬਤ ਕਰਦਾ ਹੈ ਤਾਂ ਕਾਦਰ ਨਾਲ ਕਰਦਾ ਹੈ। ਮਿਸਾਲ ਦੇਵਾਂ, ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਪਵਨ ਗੁਰੂ ਪਾਣੀ ਪਿਤਾ। ਹੁਣ ਪਾਣੀ ਨੂੰ ਪਿਤਾ ਕਿਹਾ ਗਿਆ ਹੈ ਜੀ। ਵਿਗਿਆਨ ਕਹਿੰਦਾ ਹੈ ਕਿ ਧਰਤੀ ਦੇ ਹੇਠਾਂ 70-71% ਪਾਣੀ ਹੈ, ਮਨੁੱਖ ਦੇ ਸਰੀਰ ਦੇ ਵਿੱਚ ਵੀ 70-71% ਪਾਣੀ ਹੈ ਜੀ। ਇਹਦਾ ਮਤਲਬ ਹੈ, ਗੁਰਬਾਣੀ ਚ ਕਿਹਾ ਕਿ ਪਾਣੀ ਪਿਤਾ, ਇਹਦਾ ਮਤਲਬ ਕਿ ਧਰਤੀ ਚ ਵੀ, ਬੰਦੇ ਚ ਵੀ, ਮਨੁੱਖ ਚ ਵੀ 70% 71 ਪਿਤਾ ਹੁੰਦਾ ਹੈ ਜੀ। ਉਹ ਪਿਤਾ ਹੁੰਦਾ ਹੈ ਜਿਹੜਾ ਆ ਵੀ ਹੈ ਤੇ ਉਹ ਵੀ ਹੈ, ਇਸ ਜਹਾਨ ਚ ਵੀ, ਉਸ ਜਹਾਨ ਚ ਵੀ ਜੀ। ਇੱਕ ਆਮ ਬੰਦੇ ਵਾਸਤੇ ਕੁਦਰਤ ਹੈ ਜਿਹੜੀ, ਇਸ ਤਰ੍ਹਾਂ ਉਹਨੂੰ ਗੁਰਬਾਣੀ ਦੇ ਰਾਹੀਂ ਸੁਣੀਆਂ ਹੋਈਆਂ ਜਿਹੜੀਆਂ ਵਾਈਬ੍ਰੇਸ਼ਨ ਸਾਡੇ ਆਲੇ ਦੁਆਲੇ ਫਿਰਦੀਆਂ ਨੇ, ਸ਼ੁਰੂ ਤੋਂ ਉਹ ਜਨਮ ਤੋਂ ਲੈ ਕੇ ਆਇਆ, ਉਹ ਇਸ ਤਰ੍ਹਾਂ ਦੇਖਦਾ। ਆਮ ਮਨੁੱਖ ਹੈ, ਮੈਨੂੰ ਲੱਗਦਾ ਹੈ ਕਿ ਕੁਦਰਤ ਨੂੰ ਉਹ ਮੁਹੱਬਤੀ ਨਜ਼ਰੀਏ ਤੋਂ ਦੇਖਦਾ ਹੈ ਜੀ। ਉਹਦਾ ਸਬੰਧ ਹੈ ਜਿਹੜਾ ਉਹਦੇ ਨਾਲ ਮੁਹੱਬਤੀ ਹੁੰਦਾ ਹੈ, ਨੇੜੇ ਦਾ ਹੁੰਦਾ ਹੈ।
ਇੱਕ ਲੇਖਕ ਹੈ ਜਿਹੜਾ, ਉਹ ਆਮ ਬੰਦੇ ਦਾ ਜਿਹੜਾ ਉਸ ਨਾਲ ਸੰਬੰਧ ਹੈ, ਮੁਹੱਬਤ ਹੈ, ਰਿਸ਼ਤਾ ਹੈ, ਉਹਦੀ ਦੇਖਭਾਲ ਕਰਦਾ ਹੈ, ਉਹਦੇ ਦੁੱਖ ਹੁੰਦਾ ਹੈ, ਰੁੱਖ ਵੱਢੇ ਜਾਣ ਤੇ, ਪਾਣੀ ਕਸ਼ੀਦ ਲੈਣ ਦੇ ਉੱਤੇ, ਤੇ ਸਾਰੀ ਧਰਤੀ ਹੈ ਜਿਹੜੀ ਤਬਾਹ ਕਰਨ ਤੇ, ਜਿਹੜਾ ਆਮ ਬੰਦੇ ਨੂੰ ਦੁੱਖ ਹੁੰਦਾ, ਰੰਜ ਹੁੰਦਾ, ਉਹਦਾ ਅਹਿਸਾਸ ਜ਼ਖਮੀ ਹੁੰਦਾ, ਇੱਕ ਲੇਖਕ ਉਸ ਨੂੰ ਵੀ ਦੇਖਦਾ ਹੈ ਜੀ। ਬਾਕੀ ਸਾਰਾ ਕੁਛ ਆਮ ਬੰਦੇ ਵਾਲਾ ਹੀ ਉਹ ਭੋਗਦਾ ਹੰਡਾਉਂਦਾ ਹੈ। ਉਹ ਉਸ ਦੇ ਉਹ ਸਾਰਾ ਜਿਹੜਾ ਸਾਹਿਤ ਜਿਉਂ ਰਿਹਾ ਆਮ ਬੰਦਾ, ਲੇਖਕ ਉਸ ਨੂੰ ਵੀ ਦੇਖਦਾ ਹੈ, ਤੇ ਫਿਰ ਕਵਿਤਾ ਚ, ਕਹਾਣੀ ਚ, ਨਾਵਲ ਚ, ਜਿਹੜੀ ਉਹਦੀ ਵਿਧਾ ਨਾਟਕ ਦੇ ਵਿੱਚ ਉਹ ਉਸ ਨੂੰ ਪੇਸ਼ ਕਰਦਾ ਹੈ। ਜੀ। ਵਾਤਾਵਰਨ ਬਾਰੇ ਬਹੁਤ ਘੱਟ ਸਾਹਿਤ ਰਚਿਆ ਗਿਆ। ਤੁਹਾਨੂੰ ਮੈਂ ਇੱਥੇ ਇੱਕ ਮਿਸਾਲ ਦੇਣੀ ਚਾਹੁੰਦਾ ਕਿ ਛਾਂ ਦਾ ਮੁੱਲ ਕਹਾਣੀ ਅੱਜ ਤੋਂ 45-50 ਸਾਲ ਪਹਿਲਾਂ ਲਿਖੀ ਸੀ ਜੋਗਾ ਸਿੰਘ ਨੇ ਜੀ। ਜਿਸ ਕਹਾਣੀ ਦੇ ਵਿੱਚ ਸੇਠ ਜੈ ਰਾਮ ਨਰਾਤੇ ਘੁਮਿਆਰ ਨੂੰ 20 ਰੁਪਏ ਦੇ ਵਿੱਚ ਛਾਂ ਵੇਚਦਾ ਹੈ ਨਿੰਮ ਦੀ। ਹਾਂਜੀ। ਉਸ ਟਾਈਮ ਸਭ ਤੋਂ ਪਹਿਲਾਂ ਵਪਾਰੀ ਬੰਦਾ ਉਹਦੇ ਅੰਦਰ ਜਾਗਦਾ ਹੈ। ਜੀ। ਉਹ ਕਹਾਣੀ ਸਾਨੂੰ ਇਹ ਮੈਸੇਜ ਸੰਦੇਸ਼ ਦਿੰਦੀ ਹੈ ਕਿ ਆਉਣ ਵਾਲੇ ਸਮੇਂ 'ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਕੁਦਰਤ ਦੀਆਂ ਪੇਟੈਂਟ ਹੋਣਗੀਆਂ, ਸਾਵਧਾਨ ਹੋ ਜਾਓ। ਜੀ। ਔਰ ਲੋਕ ਸਾਵਧਾਨ ਨਹੀਂ ਹੋਏ, ਸਧਾਰਨ ਵੀ, ਲੇਖਕ ਵੀ। ਸਧਾਰਨ ਲੋਕ ਨੇ ਜਿਹੜੇ, ਉਹਨਾਂ ਨੇ ਐਡੀ ਪਰਵਾਹ ਨਹੀਂ ਕੀਤੀ, ਜਿਹਦੇ ਕਰਕੇ ਕਾਰਪੋਰੇਟ ਸੈਕਟਰ ਨੇ ਸਾਰਾ ਕੁਝ ਪੇਟੈਂਟ ਕਰਕੇ ਲੁੱਟ ਲਿਆ, ਵੱਢ ਲਿਆ, ਛਾਂਗਤਾ, ਉਜਾੜਤਾ। ਜੀ। ਸਾਡੇ ਪੈਰਾਂ ਹੇਠ ਰਹਿ ਗਈ ਇੱਕ ਬੰਜਰ ਜ਼ਮੀਨ, ਸਾਡੇ ਸਾਹਮਣੇ ਰਹਿ ਗਿਆ ਕਰੋਨਾ ਵਾਇਰਸ। ਜੀ। ਅਸੀਂ ਸਾਹ ਲੈਣ ਵਾਸਤੇ ਵੀ ਤਰਸ ਗਏ, ਅਸੀਂ ਸਾਹ ਵੀ, ਹਵਾ ਵੀ ਪੁਣ ਕੇ ਲੈ ਰਹੇ ਹਾਂ। ਐਦੋਂ ਵੱਡਾ ਦਿਖਾਤ ਜਨ ਸਧਾਰਨ ਦਾ, ਜ਼ਿੰਦਗੀ ਦਾ, ਲੇਖਕ ਦਾ ਕੋਈ ਵੱਡਾ ਹੋਣਾ ਨਹੀਂ। ਸਾਡਾ ਉਹ ਸਾਹਿਤ ਸੀ ਜਿਹੜਾ ਛਾਂ ਦਾ ਮੁੱਲ ਕਹਾਣੀ ਤੋਂ ਚੱਲਿਆ, ਜਿਹਦੇ ਵਿੱਚ ਕੁਦਰਤ ਦੇ ਉਜਾੜੇ ਦੀ ਗੱਲ 50 ਸਾਲ ਪਹਿਲਾਂ ਪੇਟੈਂਟ ਹੋਣ ਦੇ ਰੂਪ ਚ ਕੀਤੀ ਸੀ। ਉਹ ਆਮ ਲੋਕਾਂ ਤੋਂ ਵੀ ਖੁੰਝ ਗਈ, ਮੈਂ ਦੇਖਿਆ ਪੜ੍ਹਨ ਪੱਖੋਂ, ਔਰ ਲੇਖਕਾਂ ਤੋਂ ਲਿਖਣ ਪੱਖੋਂ ਵੀ ਖੁੰਝ ਗਈ। ਜੀ। ਪਰ ਪਿਛਲੇ ਕੁਝ ਸਮੇਂ ਤੋਂ ਵਾਤਾਵਰਨ ਸਾਹਿਤ ਹੈ ਜਿਹੜਾ, ਉਹ ਵੱਡੀ ਪੱਧਰ ਦੇ ਉੱਤੇ ਲਿਖਿਆ ਜਾ ਰਿਹਾ ਹੈ। ਵਾਤਾਵਰਨ ਦੇ ਜਿਹੜੇ ਵੱਖ-ਵੱਖ ਸਰੋਕਾਰ ਮੁੱਦੇ, ਜੋ ਉਹਦੇ ਨਾਲ ਚਿੰਤਨ ਜੁੜਿਆ ਹੋਇਆ, ਉਹਨੂੰ ਲੈ ਕੇ ਕਵਿਤਾਵਾਂ ਦੀਆਂ ਕਿਤਾਬਾਂ ਐਡਿਟ ਹੋਈਆਂ ਨੇ ਪੰਜਾਬੀ ਚ, ਔਰ ਕਹਾਣੀਆਂ ਐਡਿਟ ਹੋਈਆਂ ਨੇ ਪੰਜਾਬੀ ਚ, ਕਹਾਣੀਆਂ ਲਿਖੀਆਂ ਵੀ ਗਈਆਂ ਨੇ ਪੰਜਾਬੀ ਚ। ਮੈਂ ਖੁਦ ਲਿਖੀ ਆ। ਮੇਰਾ ਨਾਵਲ, ਮੈਂ ਸਵੈ ਪ੍ਰਸ਼ੰਸਾ ਨਹੀਂ ਕਰਨੀ ਚਾਹੁੰਦਾ, ਪਰ ਗੱਲ ਦੀ ਲੋੜ ਹੈ। ਮੇਰਾ ਨਾਵਲ ਇੱਥੋਂ ਰੇਗਿਸਤਾਨ ਦਿਸਦਾ ਹੈ, ਸਾਰੇ ਦਾ ਸਾਰਾ ਵਾਤਾਵਰਨ ਦੇ ਸੰਕਟ ਵਾਰਿਆ ਹੈ ਜੀ। ਜਿਹੜਾ ਕਿ ਪੰਜਾਬੀ ਦੇ ਵਿੱਚ ਪਹਿਲਾ ਨਾਵਲ ਇਸ ਵਿਸ਼ੇ ਨੂੰ ਲੈ ਕੇ, ਇਸ ਮੁੱਦੇ ਨੂੰ ਲੈ ਕੇ ਨਮੂਦਾਰ ਸਾਡੇ ਅੱਗੇ ਪ੍ਰਸਤੁਤ ਹੋਇਆ ਸੀ। ਉਸ ਤੋਂ ਬਾਅਦ ਹੋਰ ਵੀ ਨਾਵਲ ਲਿਖੇ ਜਾਣ ਲੱਗ ਪਏ ਨੇ, ਕਹਾਣੀਆਂ ਲਿਖੀਆਂ ਜਾਣ ਲੱਗ ਪਈਆਂ ਨੇ। ਹੁਣ ਕਹਾਣੀਕਾਰ, ਲੇਖਕ ਕੁਦਰਤ ਨੂੰ ਇੱਕ ਚਿੰਤਨਸ਼ੀਲ ਤੇ ਵਿਚਾਰਨਯੋਗ ਨਜ਼ਰੀਏ ਤੋਂ ਵੇਖਣ ਲੱਗਿਆ ਹੋਰ ਜ਼ਿਆਦਾ। ਇੱਕ ਆਮ ਮਨੁੱਖ ਜਿਹੜਾ ਪਹਿਲਾਂ ਦੇਖਦਾ ਸੀ ਬਹੁਤ ਸੋਹਣਾ, ਉਹ ਹੋਰ ਜ਼ਿਆਦਾ ਮੁਹੱਬਤੀ, ਹੋਰ ਜ਼ਿਆਦਾ ਕੁਦਰਤ ਦੇ ਨੇੜੇ ਹੋਣਾ ਚਾਹੁੰਦਾ। ਮੈਨੂੰ ਲੱਗਦਾ ਹੈ ਕਿ ਦੋਵੇਂ ਤਰ੍ਹਾਂ ਜਿਉਣਗੀਆਂ ਵੀ, ਲਿਖਣਗੀਆਂ ਵੀ, ਪੜ੍ਹਨਗੀਆਂ ਵੀ, ਹੰਡਾਉਣਗੀਆਂ ਵੀ। ਕਾਫਲਾ ਅੱਗੇ ਤੁਰਦਾ ਰਹੂਗਾ। ਜਦੋਂ ਅਸੀਂ ਕੁਦਰਤ ਦੀ ਤਲਾਸ਼, ਕਾਦਰ ਦੀ ਤਲਾਸ਼ ਕੁਦਰਤ ਦੇ ਰੰਗਾਂ ਦੇ ਵਿੱਚੋਂ ਕਰਨ ਲੱਗ ਪਈਏ, ਤਾਂ ਮਧੂ ਤਨਹਾ ਜੀ ਕੋਈ ਕਾਰਨ ਨਹੀਂ ਕਿ ਉਹ ਦਿਨ ਨਾ ਆਵੇ ਜਦੋਂ ਸਾਡੀ ਹਵਾ ਠੀਕ ਹੋ ਜੇ, ਜਦੋਂ ਸਾਡੇ ਰੁੱਖ ਹਰੇ ਭਰੇ ਹੋ ਜਾਣ, ਜਦੋਂ ਸਾਡਾ ਪਾਣੀ ਪੂਰਾ ਹੋ ਜਾਵੇ, ਜਦੋਂ ਸਾਡੀ ਧਰਤੀ ਹੈ ਜਿਹੜੀ, ਉਸ ਦੇ ਹੇਠੋਂ ਸਾਡੇ ਪੈਰਾਂ ਤੋਂ ਲੰਘ ਕੇ ਸਾਡੇ ਸਿਰ ਤੱਕ ਹੈ ਜ਼ਿੰਦਾਬਾਦ ਦਾ ਨਾਰਾ ਵੱਜੂਗਾ। ਉਹ ਦਿਨ ਦੂਰ ਨਹੀਂ। ਕੁਦਰਤ ਨਾਲ ਸਾਡਾ ਰਿਸ਼ਤਾ, ਲੇਖਕ ਦਾ ਵੀ, ਆਮ ਮਨੁੱਖ ਦਾ ਵੀ, ਬਹੁਤ ਅੱਛਾ ਹੈ, ਪਰ ਇਹ ਕਾਫੀ ਨਹੀਂ, ਹੋਰ ਜ਼ਿਆਦਾ ਅੱਛਾ ਹੋਣ ਦੀ ਲੋੜ ਆ। ਬਿਲਕੁਲ ਜੀ, ਬਿਲਕੁਲ। ਤੁਹਾਡੇ ਨਾਲ ਬਿਲਕੁਲ ਸਹਿਮਤ ਆ ਰਾਣਾ ਜੀ, ਤੇ ਉਮੀਦ ਹੈ ਕਿ ਪਰਮਜੀਤ ਸਿੰਘ ਢਿੱਲੋਂ ਜੀ ਨੂੰ ਵੀ ਉਹਨਾਂ ਦਾ ਜਵਾਬ ਮਿਲ ਗਿਆ ਹੋਵੇਗਾ। ਬਿਲਕੁਲ ਇਸ ਵਿਸ਼ੇ ਤੇ ਹੋਰ ਛੂਹਣ ਦੀ ਲੋੜ ਹੈ, ਇਸ ਵਿਸ਼ੇ ਨੂੰ ਹੋਰ ਜ਼ਿਆਦਾ ਡੀਪ ਜਾਣ ਦੀ ਲੋੜ ਹੈ। ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਜਿੱਥੇ ਧਰਤ ਤੇ ਪਾਣੀ ਬਾਰੇ ਇੰਨਾ ਮਹਾਨਤਾ ਕਹੀ ਹੈ, ਤੇ ਅਸੀਂ ਜਿਹੜੇ ਅੱਜ ਦੇ ਯੁੱਗ ਦੇ, ਅਸੀਂ ਨਾ ਉਹਨਾਂ ਨੂੰ ਸੰਭਾਲ ਰਹੇ ਹਾਂ, ਤੇ ਨਾ ਹੀ ਉਹਦੇ ਤੇ ਸਾਹਿਤ ਜਿਹੜਾ ਹੈਗਾ ਸੀਰੀਅਸਲੀ ਰਚਿਆ ਜਾ ਰਿਹਾ। ਇਹਨਾਂ ਵਿਸ਼ਿਆਂ ਨੂੰ ਜ਼ਰੂਰ ਵਿਚਾਰਨ ਦੀ ਲੋੜ ਹੈ। ਬਹੁਤ ਵਧੀਆ ਜਵਾਬ ਲੱਗਿਆ, ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਇਸ ਚੀਜ਼ ਤੋਂ। ਤੇ ਇਸੇ ਤਰ੍ਹਾਂ ਸਾਡੇ ਕੋਲ ਇੱਕ ਹੋਰ ਸਵਾਲ ਆਨਲਾਈਨ ਆਇਆ ਸੀਗਾ ਰਾਣਾ ਜੀ, ਕਿ ਕਹਾਣੀ ਦੇ ਪਾਤਰ ਘੜਨੇ ਕਿੰਨੇ ਔਖੇ ਹੋ ਸਕਦੇ ਹਨ? ਹਾਂਜੀ, ਜਦੋਂ ਅਸੀਂ ਕਹਿੰਦੇ ਹਾਂ ਵੀ ਕਹਾਣੀ ਦੇ ਪਾਤਰ ਘੜਨੇ ਕਿੰਨੇ ਔਖੇ ਹੋ ਸਕਦੇ ਹਨ, ਤਾਂ ਮੈਂ ਇਹ ਸਵਾਲ ਦੇ ਵਿੱਚ ਸ਼ਬਦ ਜਿਹੜਾ ਹੈ ਘੜਨੇ, ਇਸ ਨੂੰ ਅੰਡਰਲਾਈਨ ਕਰ ਲੈਂਦਾ।
ਜੀ ਹੁਣ ਇਹ ਸਾਡੇ ਵਾਸਤੇ ਇੱਕ ਵਿਸ਼ੇਸ਼ ਸ਼ਬਦ ਹੋ ਗਿਆ। ਜੀ ਜਿਸ ਤਰ੍ਹਾਂ ਅਸੀਂ ਵੱਖ-ਵੱਖ ਵਸਤੂਆਂ ਘੜਦੇ ਹਾਂ, ਜਿਵੇਂ ਜੀ ਕੋਈ ਲੱਕੜੀ ਦੀਆਂ ਚੀਜ਼ਾਂ ਘੜਦੇ ਆ ਜਾਂ ਕੋਈ ਹੋਰ ਚੀਜ਼ਾਂ ਘੜਦੇ ਆ, ਸਾਨੂੰ ਇਹ ਤੋਂ ਅਰਥ ਮਿਲਦਾ ਹੈ ਕਿ ਸ਼ਾਇਦ ਪਾਤਰ ਵੀ ਕੋਈ ਉਸ ਤਰ੍ਹਾਂ ਘੜੀ ਜਾਣ ਵਾਲੀ ਚੀਜ਼ ਸ਼ੈ ਹੁੰਦਾ ਹੈ। ਜੀ ਪਰ ਪਾਤਰ ਹੈ ਜਿਹੜਾ, ਉਹ ਇੱਕ ਸੂਖਮ ਚੀਜ਼ ਹੈ, ਉਹ ਇੱਕ ਸੂਖਮ ਅਹਿਸਾਸ ਤੇ ਗੱਲ ਹੈ, ਵਰਤਾਰਾ ਹੈ, ਜਿਹਨੂੰ ਲੇਖਕ ਘੜਦਾ ਹੈ, ਬਣਾਉਂਦਾ ਹੈ। ਅਸੀਂ ਘੜਨਾ ਸ਼ਬਦ ਦੀ ਥਾਵੇਂ ਚਿੱਤਰਨਾ ਕਹਿ ਲਈਏ ਤਾਂ ਜ਼ਿਆਦਾ ਠੀਕ ਹੈ। ਜੀ ਸਾਡੇ ਕੋਲ ਉਹ ਸਮਾਨਾਰਥੀ ਸ਼ਬਦ ਹੈ ਕਿ ਲੇਖਕ ਪਾਤਰਾਂ ਦੀ ਸਿਰਜਣਾ ਕਰਦਾ ਹੈ। ਜੀ ਲੇਖਕ ਪਾਤਰ ਚਿੱਤਰਦਾ ਹੈ। ਜੀ ਲੇਖਕ ਪਾਤਰ ਘੜਦਾ, ਮੈਨੂੰ ਲੱਗਦਾ ਹੈ ਘੜਨਾ ਥੋੜਾ ਜਿਹਾ ਰਫ ਹੋ ਗਿਆ, ਥੋੜਾ ਜਿਹਾ ਖੁਰਦਰਾ ਹੋ ਗਿਆ। ਜੀ ਇਹ ਭਾਸ਼ਾ ਪੱਖ ਤੋਂ ਮੈਂ ਇਹ ਧਿਆਨ ਦਿਵਾਉਣਾ ਚਾਹੁੰਦਾ ਕਿ ਕਹਾਣੀਕਾਰ ਨੂੰ ਇਹਨਾਂ ਬਰੀਕ ਸ਼ਬਦਾਂ ਬਾਰੇ ਵੀ ਸੋਚਣ ਦੀ ਲੋੜ ਹੁੰਦੀ ਹੈ। ਬਿਲਕੁਲ ਉਹਨੂੰ ਸ਼ਬਦ ਜਿਹੜਾ ਉਹਨੇ ਸਿਲੈਕਟ ਕਰਨਾ, ਚੋਣ ਕਰਨੀ ਹੈ, ਉਹਦੀ ਸਿਲੈਕਸ਼ਨ ਤੇ ਚੋਣ ਤੋਂ ਪਹਿਲਾਂ ਸਾਰੇ ਜਿਹੜੇ ਧਰਾਤਲ ਨੇ ਅਰਥਾਂ ਦੇ, ਉਹਨਾਂ ਦੇ ਉੱਤੇ ਉਹਨੇ ਨਜ਼ਰ ਮਾਰ ਕੇ ਵਿਸ਼ੇਸ਼ ਸ਼ਬਦ ਹੈ ਜਿਹੜਾ ਉਹਨੂੰ ਚੁਣਨਾ ਹੁੰਦਾ, ਫਿਰ ਵਾਕ ਦੇ ਵਿੱਚ ਲਿਖਣਾ ਹੁੰਦਾ, ਫਿਰ ਸਾਹਮਣੇ ਵਾਲੇ ਨੂੰ ਅਰਥ ਦੇਣੇ ਹੁੰਦੇ ਨੇ। ਜੀ ਮੈਂ ਤੁਹਾਨੂੰ ਇੱਥੇ ਟੋਕੂੰਗੀ ਕਿ ਸ਼ਾਇਦ ਜਿਹੜੇ ਰੀਡਰ ਨੇ ਸਾਨੂੰ ਸਵਾਲ ਪੁੱਛਿਆ, ਉਹਨਾਂ ਦੇ ਮਨ 'ਚ ਵੀ ਇਹੋ ਇੱਕ ਵਿਧਾ ਬਣੀ ਹੋਏਗੀ, ਦਿਮਾਗ ਦੇ ਵਿੱਚ ਇੱਕ ਇਹ ਸੋਚ ਬਣੀ ਹੋਏਗੀ ਕਿ ਜਿਹੜੇ ਕਹਾਣੀਕਾਰ ਨੇ, ਜਿਵੇਂ ਮੂਰਤੀਕਾਰ ਮੂਰਤੀ ਘੜਦਾ ਤੇ ਕਹਾਣੀਕਾਰ ਬਸ ਆਪਦੇ ਟੇਬਲਾਂ ਤੇ ਬਹਿ ਕੇ ਜਿਹੜਾ ਪਾਤਰ ਘੜਦੇ ਹੋਣਗੇ, ਸ਼ਾਇਦ ਉਹ ਭੁੱਲ ਗਏ ਹੋਣਗੇ ਕਿ ਜਿਹੜੇ ਕਹਾਣੀਕਾਰ ਨੇ ਜਾਂ ਜਿਹੜੇ ਰਚਨਾਕਾਰ ਨੇ, ਉਹ ਸਮਾਜ ਦੇ ਵਿੱਚ ਵਿਚਰ ਕੇ ਪਾਤਰ ਚਿੱਤਰਦੇ ਨੇ, ਦੇਖਦੇ ਨੇ ਤੇ ਉਹਨਾਂ ਨੂੰ ਜਿਹੜਾ ਹੈਗਾ ਸ਼ਬਦੀ ਰੂਪ ਦਿੰਦੇ ਨੇ। ਮੂਰਤੀਕਾਰ ਵਾਂਗੂ ਸਿਰਫ ਬੈਠ ਕੇ ਅਸੀਂ ਘੜ ਨਹੀਂ ਸਕਦੇ, ਸਿਰਫ ਇਮੈਜੀਨੇਸ਼ਨ ਦੇ ਆਧਾਰ ਤੇ ਨਹੀਂ ਹੁੰਦੇ। ਹਾਂਜੀ, ਓਵਰ ਟੂ ਯੂ ਜੀ। ਠੀਕ। ਹਾਂਜੀ, ਮੈਂ ਇਹ ਕਹਿ ਰਿਹਾ ਕਿ ਮੇਰਾ ਮਕਸਦ ਇਹ ਸ਼ਬਦ ਨੂੰ ਅੰਡਰਲਾਈਨ ਕਰਕੇ ਇਸ ਬਾਰੇ ਗੱਲ ਕਰਨੀ, ਸਵਾਲਕਰਤਾ ਨੂੰ ਛਟਿਆਉਣਾ ਜਾਂ ਉਸ ਨੂੰ ਕੋਈ ਨੈਗੇਟਿਵ ਪੁਆਇੰਟ ਆਫ ਵਿਊ ਤੋਂ ਡੀਲ ਕਰਨਾ, ਸੰਬੋਧਿਤ ਕਰਨਾ ਨਹੀਂ ਹੈ। ਜੀ ਮੈਂ ਇਸ ਸ਼ਬਦ ਨੂੰ ਅੰਡਰਲਾਈਨ ਕਰਕੇ ਇੱਕ ਜੁਗਤ ਵਰਤੀ ਹੈ ਜੀ ਕਿ ਕਹਾਣੀਕਾਰ ਦੀ ਜੁਗਤ ਹੈ ਗੱਲ ਕਰਨ ਦੀ। ਜੀ ਇਹ ਜੁਗਤ ਨੂੰ ਉਹ ਕਹਾਣੀ ਦੇ ਵਿੱਚ ਵੀ ਵਰਤਦਾ ਹੈ, ਜਦੋਂ ਪਾਤਰਾਂ ਦੀ ਸਿਰਜਣਾ ਕਰਦਾ ਹੈ, ਜਦੋਂ ਪਾਤਰਾਂ ਦਾ ਚਿੱਤਰਨ ਕਰਦਾ ਹੈ। ਜੀ ਇਸ ਲਈ ਮੈਂ ਗੱਲ ਕਰ ਰਿਹਾ ਸੀ ਕਿ ਸਾਡੀ ਸ਼ਬਦਾਂ ਦੀ ਸਭ ਤੋਂ ਪਹਿਲਾਂ ਸਿਲੈਕਸ਼ਨ, ਚੋਣ ਹੈ ਜਿਹੜੀ, ਉਹ ਬੜੇ ਧਿਆਨ ਦੀ ਮੰਗ ਕਰਦੀ ਹੁੰਦੀ ਹੈ। ਠੀਕ ਇਸੇ ਤਰੀਕੇ ਨਾਲ ਮੈਂ ਇਹਦੇ ਰਾਹੀਂ ਆਹ ਗੱਲ ਸਮਝਾਉਣੀ ਚਾਹੁੰਦਾ ਜੀ ਕਿ ਕਹਾਣੀ ਦੇ ਵਿੱਚ ਪਾਤਰ ਕਿਹੜਾ ਬੰਦਾ ਨਹੀਂ ਹੋਣਾ ਚਾਹੀਦਾ, ਜੀ ਕਹਾਣੀ ਕਿਸ ਗੱਲ ਦੀ ਨਹੀਂ ਲਿਖਣੀ ਚਾਹੀਦੀ। ਜੀ ਜਿਸ ਬੰਦੇ ਨੂੰ ਇਸ ਗੱਲ ਦਾ ਅਹਿਸਾਸ ਹੈ, ਗਿਆਨ ਹੈ, ਪਤਾ ਹੈ, ਉਹ ਜਦੋਂ ਪਾਤਰ ਦੀ ਸਿਰਜਣਾ ਕਰੂਗਾ, ਕਹਾਣੀ ਲਿਖੂਗਾ, ਕਮਾਲ ਹੋਊਗੀ, ਸ਼ਾਨਦਾਰ ਹੋਊਗੀ, ਕਲਾਸਿਕ ਹੋਊਗੀ, ਕਲਾਤਮਿਕ ਹੋਊਗੀ। ਜੀ ਹੁਣ ਅਸੀਂ ਪਾਤਰਾਂ ਦੇ ਉੱਤੇ ਆ ਜਾਈਏ। ਪਾਤਰ ਨੇ ਜਿਹੜੇ ਕਹਾਣੀ ਦੇ ਵਿੱਚ, ਜਦੋਂ ਅਸੀਂ ਕਹਿੰਦੇ ਆ ਵੀ ਕਿੰਨੇ ਕੁ ਔਖੇ ਹੋ ਸਕਦੇ ਨੇ, ਮੈਂ ਫੇਰ ਉੱਥੇ ਹੀ ਆਉਣਾ ਗੱਲ ਤੇ। ਜੀ ਸਾਹਿਤ ਸਿਰਜਣਾ ਲਾਜ਼ਮੀ ਤੌਰ ਦੇ ਉੱਤੇ ਇੱਕ ਔਖਾ ਕਾਰਜ ਹੈ। ਜੀ ਇਸ ਦੇ ਲਈ ਤੁਹਾਨੂੰ ਜਪ ਤਪ ਕਰਨਾ ਪੈਂਦਾ, ਰਿਸ਼ੀ ਮੁਨੀਆਂ ਵਾਂਗ। ਸੁੱਖ ਨੇ ਜਿਹੜੇ, ਆਰਾਮ ਨੇ ਤਿਆਗਣੇ ਪੈਂਦੇ ਨੇ। ਜੀ ਜਦੋਂ ਸਾਰੀ ਦੁਨੀਆ ਆਰਾਮ ਨਾਲ ਸੁੱਤੀ ਪਈ ਹੁੰਦੀ ਹੈ, ਲੇਖਕ ਕਹਾਣੀਕਾਰ ਕਈ ਵਾਰ ਆਪਣੇ ਪਾਤਰਾਂ ਨਾਲ ਜੂਝ ਰਿਹਾ ਹੁੰਦਾ ਹੈ, ਗੱਲਾਂ ਕਰ ਰਿਹਾ ਹੁੰਦਾ ਹੈ, ਜੀ ਉਹਨਾਂ ਨੂੰ ਕੰਮ ਕਰਦੇ ਹੋਏ ਦੇਖ ਰਿਹਾ ਹੁੰਦਾ ਹੈ, ਜੀ ਉਹਨਾਂ ਬਾਰੇ ਸੋਚ ਰਿਹਾ ਹੁੰਦਾ ਹੈ, ਉਹਨਾਂ ਦੀਆਂ ਗੱਲਾਂ ਸੁਣ ਰਿਹਾ ਹੁੰਦਾ ਹੈ, ਅੱਧੀ ਅੱਧੀ ਰਾਤ ਤੱਕ, ਘੰਟਿਆਂ ਬੱਧੀ। ਉਹ ਆਪਣੀ ਨੀਂਦ, ਆਪਣਾ ਸੁੱਖ, ਆਪਣਾ ਆਰਾਮ, ਆਪਣੇ ਪਾਤਰਾਂ ਦੇ ਨਾਮ ਕਰ ਦਿੰਦਾ ਹੈ, ਆਪਣੀ ਕਹਾਣੀ ਦੇ ਨਾਮ ਕਰ ਦਿੰਦਾ ਹੈ, ਉਹਦੇ ਵਿੱਚ ਇਨਵੈਸਟ ਕਰ ਦਿੰਦਾ ਹੈ। ਸਿੱਟੇ ਵਜੋਂ ਉਹਨੂੰ ਫਿਰ ਰਿਟਰਨ ਮਿਲਦੀ ਹੈ ਬੜੀ ਸ਼ਾਨਦਾਰ। ਹੁਣ ਮੈਂ ਗੱਲ ਕਰਾਂ, ਲੇਖਕ ਕਈ ਵਾਰ ਸਾਨੂੰ ਸਮਾਜ ਦੇ ਵਿੱਚ ਬਣੇ ਬਣਾਏ ਕੁਝ ਐਸੇ ਲੋਕ ਮਿਲ ਜਾਂਦੇ ਨੇ ਜਿਹੜੇ ਪਾਤਰ ਬਣ ਜਾਂਦੇ ਨੇ ਸਾਡੀ ਕਹਾਣੀ ਦੇ। ਕੋਈ ਬੰਦਾ ਕੋਈ ਐਸਾ ਵਾਰਤਾਲਾਪ ਜਾਂ ਡਾਇਲੌਗ ਬੋਲ ਦਿੰਦਾ, ਗੱਲ ਕਰ ਦਿੰਦਾ, ਉਹਦੀ ਗੱਲੇ ਪੂਰੀ ਕਹਾਣੀ ਉਸਾਰ ਦਿੰਦੀ ਹੈ ਸਮੇਤ ਉਸ ਪਾਤਰ ਦੇ। ਕਈ ਵਾਰ ਕੋਈ ਐਸੀ ਘਟਨਾ ਘਟੀ ਅਸੀਂ ਦੇਖਦੇ ਹਾਂ, ਉਹ ਘਟਨਾ 'ਚ ਕਹਾਣੀ ਵੀ ਹੁੰਦੀ ਹੈ, ਪਾਤਰ ਵੀ ਹੁੰਦਾ ਹੈ, ਅਸੀਂ ਉਹ ਚੱਕ ਲੈਂਦੇ ਹਾਂ, ਲਿਖਦੇ ਹਾਂ। ਕਈ ਵਾਰ ਸਾਨੂੰ ਬਣੇ ਬਣਾਏ ਪਾਤਰ ਵੀ ਮਿਲ ਜਾਂਦੇ ਨੇ। ਜਿਵੇਂ ਮੈਂ ਮਿਸਾਲ ਦੇ ਤੌਰ ਤੇ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਵਾਂ ਗੱਲ। ਮੇਰੀ ਇੱਕ ਕਹਾਣੀ ਹੈ ਚੂੜੇ ਵਾਲੀ ਬਾਂਹ। ਹਾਂਜੀ। ਚੂੜੇ ਵਾਲੀ ਬਾਂਹ ਕਹਾਣੀ ਦੇ ਵਿੱਚ ਬੱਗਾ ਮੇਨ ਪਾਤਰ ਹੈ। ਬੱਗੇ ਦਾ ਵਿਆਹ ਨਹੀਂ ਹੋਇਆ, ਜ਼ਮੀਨ ਘੱਟ ਸੀ, ਵਿਆਹ ਨਹੀਂ ਹੋਇਆ, ਜ਼ਮੀਨ ਹੈ ਨਹੀਂ ਸੀ, ਵਿਕ ਗਈ।
ਵਿਆਹ ਨਹੀਂ ਹੋਇਆ। ਜੀ ਫਿਰ ਉਹਦੀ ਜ਼ਿੰਦਗੀ 'ਚ ਔਰਤ ਤੇ ਘਰ ਦੀ ਥੁੜ ਪੈਦਾ ਹੋਈ। ਉਸ ਥੁੜ ਨੂੰ ਪੂਰਾ ਕਰਨ ਲਈ ਉਹਨੇ ਕਿਹੜੀਆਂ-ਕਿਹੜੀਆਂ ਜੁਗਤਾਂ ਵਰਤੀਆਂ, ਕਿਵੇਂ ਜਿਉਇਆ, ਕਿਵੇਂ ਮਰਿਆ, ਸਾਰੀ ਕਹਾਣੀ ਇਸ ਗੱਲ ਦੀ ਹੈ। ਹਾਂਜੀ ਮਰਦੇ ਟਾਈਮ ਉਸ ਬੰਦੇ ਦਾ ਅਵਚੇਤਨ ਦੇ ਵਿੱਚ ਕੀ ਚੱਲ ਰਿਹਾ ਸੀ, ਕਹਾਣੀ ਅਵਚੇਤਨ ਦੀ ਹੈ, ਜੀ ਉਸ ਦੇ ਅੰਤਰ ਮਨੋਵਿਗਿਆਨ ਦੀ ਹੈ। ਜੀ ਹੁਣ ਜਦੋਂ ਮੈਂ ਉਹ ਕਹਾਣੀ ਲਿਖੀ 2005 ਦੇ ਵਿੱਚ, ਤਾਂ ਮਧੂ ਤਨਹਾ ਜੀ ਤੁਸੀਂ ਹੈਰਾਨ ਹੋਵੋਗੇ ਕਿ 3 ਪਾਤਰ ਹੋਰ ਮੇਰੇ ਸਾਹਮਣੇ ਆ ਗਏ। ਵਾਹ ਸਭ ਤੋਂ ਪਹਿਲਾਂ ਮੈਂ ਸਾਡੇ ਬੱਗੇ ਮਾਮੇ ਦਾ ਰੇਖਾ ਚਿੱਤਰ ਲਿਖਿਆ, ਬੱਗਾ ਮਾਮਾ ਨਹੀਂ ਕਿਸੇ ਨੇ ਬਣ ਜਾਣਾ। ਅੱਛਾ ਜੀ ਉਹ ਰੇਖਾ ਚਿੱਤਰ ਮੈਂ ਉਹਦੀ ਮੁਹੱਬਤ ਨੂੰ ਸਲਾਮ ਕਰਨ ਵਾਸਤੇ, ਉਹਦੇ ਨਾਲ ਮੇਰਾ ਰਿਸ਼ਤਾ ਬੜਾ ਨੇੜੇ ਦਾ ਪਿਆਰਾ ਸੀ, ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਅਕਸ ਮੈਗਜ਼ੀਨ 'ਚ ਲਿਖ ਕੇ ਭੇਜਿਆ, ਛਪਿਆ। ਮੈਨੂੰ ਵੱਡੇ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦਾ ਫੋਨ ਆਇਆ, ਕਹਿੰਦਾ ਤੇਰਾ ਇਹ ਰੇਖਾ ਚਿੱਤਰ ਪੜ੍ਹ ਕੇ ਮੈਨੂੰ ਇਹ ਪਤਾ ਲੱਗਿਆ ਵੀ ਇਹਦੇ ਵਿੱਚ ਬਹੁਤ ਤਕੜਾ ਪਾਤਰ ਹੈ ਯਾਰ, ਤੂੰ ਇਹਦੀ ਕਹਾਣੀ ਲਿਖ। ਜੀ ਜਦੋਂ ਪ੍ਰੇਮ ਪ੍ਰਕਾਸ਼ ਨੇ ਮੈਨੂੰ ਫੋਨ ਤੇ ਇਹ ਗੱਲ ਕਹੀ, ਮਧੂ ਤਨਹਾ ਜੀ ਉਸ ਵਕਤ ਮੈਂ ਕਹਾਣੀ ਲਿਖੀ ਬੈਠਾ ਸੀ ਪਹਿਲਾਂ ਹੀ। ਜੀ ਮੈਨੂੰ ਲੱਗਿਆ ਸੀ ਕਿ ਰੇਖਾ ਚਿੱਤਰ ਦੇ ਵਿੱਚ ਬੱਗੇ ਮਾਮੇ ਦਾ ਪਾਤਰ ਪੂਰਾ ਪੇਸ਼ ਨਹੀਂ ਹੋ ਸਕਿਆ। ਜੀ ਉਦੋਂ ਪਹਿਲਾਂ ਮੈਂ, ਬਹੁਤ ਧਿਆਨ ਨਾਲ ਸਮਝ ਲਿਓ ਇਹ ਗੱਲ, ਉਦੋਂ ਪਹਿਲਾਂ ਮੈਂ ਇੱਕ ਹੋਰ ਕਹਾਣੀ ਲਿਖੀ ਸੀ, ਬੱਗਾ ਬਦਮਾਸ਼, ਜਦੋਂ ਉਹ ਜਿਉਂਦਾ ਸੀ ਬੰਦਾ। ਜੀ ਨਾਗਮਣੀ ਚ ਅਮਰਤਾ ਪ੍ਰੀਤਮ ਨੇ ਉਹ ਵਿਸ਼ੇਸ਼ ਟਿੱਪਣੀ ਦੇ ਕੇ ਛਾਪੀ ਸੀ 1998 ਚ। ਜੀ ਉਸ ਤੋਂ ਪਹਿਲਾਂ ਮੇਰੇ ਦੋਸਤ ਬਲਜਿੰਦਰ ਨਸਰਾਲੀ ਨੇ ਮੇਰੇ ਉਸੇ ਬੱਗੇ ਮਾਮੇ ਪਾਤਰ ਬਾਰੇ ਨਾਵਲ ਲਿਖਿਆ ਸੀ, ਇੱਕ ਹਾਰੇ ਦੀ ਅੱਗ। ਜੀ ਧਿਆਨ ਦਿਓ, ਹਾਂਜੀ ਹਾਂਜੀ ਹਾਰੇ ਦੀ ਅੱਗ ਨਾਵਲ ਦੇ ਵਿੱਚ, ਬੱਗਾ ਬਦਮਾਸ਼ ਕਹਾਣੀ ਦੇ ਵਿੱਚ, ਔਰ ਬੱਗਾ ਮਾਮਾ ਨਹੀਂ ਕਿਸੇ ਨੇ ਬਣ ਜਾਣਾ ਰੇਖਾ ਚਿੱਤਰ ਦੇ ਵਿੱਚ ਬੱਗਾ ਪਾਤਰ ਪੂਰਾ ਨਹੀਂ ਪੇਸ਼ ਹੋ ਚੁੱਕਿਆ ਇੰਨੀਆਂ ਰਚਨਾਵਾਂ 'ਚ। ਵਾਹ ਫਿਰ ਮੈਨੂੰ ਉਹਦੀ ਕਹਾਣੀ ਲਿਖਣੀ ਪਈ ਚੂੜੇ ਵਾਲੀ ਬਾਂਹ। ਜਦੋਂ ਮੈਂ ਚੂੜੇ ਵਾਲੀ ਬਾਂਹ ਕਹਾਣੀ ਲਿਖੀ, ਤਾਂ ਜਦੋਂ ਮੈਂ ਪਾਤਰ ਚਿਤਰਨ ਕਰਨੇ ਸੀ, ਪਾਤਰਾਂ ਦੀ ਸਿਰਜਣਾ ਕਰਨੀ ਸੀ, ਤਾਂ ਮੈਨੂੰ ਉੱਥੇ ਮੇਰੀ ਅੰਤਰ ਦ੍ਰਿਸ਼ਟੀ ਨੇ, ਮੇਰੀ ਕਥਾ ਦ੍ਰਿਸ਼ਟੀ ਨੇ ਦੱਸਿਆ, ਮੈਨੂੰ ਇਹ ਆਤਮ ਗਿਆਨ ਹੋਇਆ ਕਿ ਭਾਈ ਇਹ ਬੱਗਾ ਇਕੱਲਾ ਹੀ ਪੂਰੀ ਕਹਾਣੀ ਪੂਰੀ ਨਹੀਂ ਕਰ ਸਕਦਾ। ਜੀ ਇਸ ਪਾਤਰ ਨੂੰ ਉਘਾੜਨ ਵਾਸਤੇ, ਹੋਰ ਮਜ਼ਬੂਤ ਬਣਾਉਣ ਵਾਸਤੇ, ਡੂੰਘਾ ਬਣਾਉਣ ਵਾਸਤੇ, ਵਿਸ਼ੇ ਦੀਆਂ, ਉਹਦੀ ਜ਼ਿੰਦਗੀ ਦੀਆਂ तमाम ਪਰਤਾਂ ਦੇ ਅੰਦਰ ਤੱਕ ਪਹੁੰਚਣ ਵਾਸਤੇ 3-4 ਹੋਰ ਪਾਤਰਾਂ ਦੀ ਲੋੜ ਹੈ। ਜੀ ਹੁਣ ਜਿਨ੍ਹਾਂ ਦੀ ਸੰਕਟ ਤੇ ਜ਼ਿੰਦਗੀ ਬੱਗੇ ਮਾਮੇ ਨਾਲ ਮੇਲ ਖਾਂਦੀ ਸੀ, ਉਹ ਇਹੋ ਜਿਹਾ ਮੇਰਾ ਇੱਕ ਹੋਰ ਮਾਮਾ ਸੀ, ਕੇਸਰ ਮਾਮਾ, ਉਸੇ ਘਰ 'ਚ, ਉਹਦੀ ਵੀ ਮੌਤ ਹੋ ਗਈ ਸੀ। ਇੱਕ ਮੈਂ ਉਹ ਚੁਣਿਆ, ਉਹਦਾ ਵੀ ਵਿਆਹ ਨਹੀਂ ਹੋਇਆ ਸੀ। ਇੱਕ ਮੇਰਾ ਆਪਣਾ ਸਕਾ ਸਾਲਾ ਸੀ ਦੀਪ, ਉਹਦੀ ਵੀ ਜ਼ਿੰਦਗੀ ਦੇ ਵਿੱਚ ਆਹੀ ਸੰਕਟ ਸੀ। ਇੱਕ ਸਾਡੇ ਪਿੰਡ ਦੇ ਵਿੱਚ ਤਾਇਆ ਸੀ ਬੰਦਾ, ਇੱਕ ਮੇਰੇ ਨਾਨਕੇ ਬੰਦਾ ਸੀ ਰਾਮ ਆਸਰਾ। ਜੀ ਬਹੁਤ ਧਿਆਨ ਨਾਲ ਨੁਕਤਾ ਸਮਝਿਓ, ਮੈਂ ਗੱਲ ਉੱਥੇ ਲਿਆਉਣੀ ਹੈ ਜਿੱਥੋਂ ਤੁਸੀਂ ਪੁੱਛੀ ਹੈ। ਜੀ ਇਹਦੇ ਵਿੱਚ ਬੱਗਾ, ਕੇਸਰ, ਦੀਪ, ਰਾਮ ਆਸਰਾ, ਤਾਇਆ, 5 ਪਾਤਰ ਨੇ ਮੇਨ ਚੂੜੇ ਵਾਲੀ ਬਾਂਹ ਕਹਾਣੀ 'ਚ। ਜੀ ਮੈਂ ਪੜ੍ਹੀ ਹੈ ਹਾਂਜੀ। 5 ਦਾ ਮਸਲਾ, ਸੰਕਟ ਇੱਕੋ ਹੀ ਹੈ। ਜਦੋਂ ਤੁਸੀਂ ਕਹਾਣੀ ਪੜ੍ਹ ਕੇ ਉੱਠਦੇ ਹੋ, ਸਮਾਪਤ ਕਰਕੇ ਆਖਰੀ ਲਾਈਨ ਪੜ੍ਹ ਕੇ, ਤੁਹਾਨੂੰ ਐਂ ਲੱਗਦਾ ਵੀ ਤੁਸੀਂ ਇੱਕ ਪਾਤਰ ਬਾਰੇ ਪੜ੍ਹਿਆ। ਜੀ ਹੁਣ ਇਹ ਪਾਤਰ ਸਿਰਜਣਾ ਦੀ ਜੁਗਤ ਹੈ, ਪਾਤਰ ਚਿਤਰਨ ਕਰਨ ਦੀ ਜੁਗਤ ਹੈ ਕਹਾਣੀਕਾਰ ਦੀ। ਜੀ ਇਹ ਤਰੀਕਾ ਹੈ, ਇਹ ਵਿਧੀ ਹੈ ਜੀ ਕਿ ਕਈ ਵਾਰ ਸਾਨੂੰ ਇੱਕੋ ਹੀ ਬਣਿਆ ਬਣਾਇਆ ਪਾਤਰ ਮਿਲ ਜਾਂਦਾ, ਸਾਰੀ ਕਹਾਣੀ ਉਹ ਇਕੱਲਾ ਹੀ ਵਪਰਾ ਦਿੰਦਾ, ਲਿਖਵਾ ਦਿੰਦਾ, ਦੂਸਰੇ ਪਾਤਰ ਦੀ, ਤੀਸਰੇ ਦੀ ਲੋੜ ਨਹੀਂ ਪੈਂਦੀ। ਕਈ ਵਾਰ ਅਸੀਂ 5 ਪਾਤਰਾਂ ਨੂੰ ਜੋੜ ਕੇ ਇੱਕ ਕੰਪਲੀਟ ਪਾਤਰ ਬਣਾਉਂਦੇ ਆ। ਜੀ ਜਿਵੇਂ ਮੈਂ ਚੂੜੇ ਵਾਲੀ ਬਾਂਹ ਕਹਾਣੀ 'ਚ 5 ਪਾਤਰ ਲਏ, ਪਰ ਅਸਲ ਦੇ ਵਿੱਚ 5 ਪਾਤਰ ਇੱਕ ਜੁਗਤ ਹੈ। ਅਸਲ ਦੇ ਵਿੱਚ ਉਹ ਹੈ ਇੱਕੋ ਹੀ ਪਾਤਰ, ਇੱਕੋ ਹੀ ਪਾਤਰ ਦੇ 5 ਪੱਖ ਨੇ, ਉਹ ਸਾਈਡਾਂ ਨੇ, ਪੋਰਸ਼ਨ ਨੇ, ਜੀ ਹਿੱਸੇ ਨੇ, ਰੂਪ ਨੇ। ਹਮ ਹੁਣ ਇਸ ਤਰ੍ਹਾਂ ਅਸੀਂ ਵੱਖ-ਵੱਖ ਜੁਗਤਾਂ ਦੇ ਰਾਹੀਂ ਪਾਤਰ ਨੇ ਜਿਹੜੇ, ਉਹਨਾਂ ਦੀ ਤਲਾਸ਼ ਵੀ ਕਰਦੇ ਹਾਂ, ਜੀ ਪਾਤਰਾਂ ਦੀ ਚਿਤਰਨ ਵੀ ਕਰਦੇ ਹਾਂ, ਸਿਰਜਣਾ ਵੀ ਕਰਦੇ ਹਾਂ। ਇਹ ਕੰਮ ਸੌਖਾ ਵੀ ਬਹੁਤ ਹੈ, ਇਹ ਕੰਮ ਔਖਾ ਵੀ ਬਹੁਤ ਹੈ। ਇਹ ਲਗਾਤਾਰ ਕਹਾਣੀ ਦੀ ਵਿਧਾ ਜਿਹੜੀ, ਉਸ ਨੂੰ ਪੜ੍ਹਨ ਦੀ ਮੰਗ ਕਰਦਾ ਹੈ। ਲਗਾਤਾਰ ਕਹਾਣੀ ਕਲਾ ਹੈ ਜਿਹੜੀ, ਉਸ ਨਾਲ ਸੰਬੰਧਿਤ ਜੋ ਸਾਹਿਤ ਹੈ, ਆਲੋਚਨਾ ਹੈ ਖਾਸ ਤੌਰ ਤੇ, ਉਹ ਪੜ੍ਹਨ ਦੀ ਮੰਗ ਕਰਦਾ ਹੈ। ਸਭ ਤੋਂ ਜ਼ਿਆਦਾ ਕਹਾਣੀਕਾਰ ਦਾ ਜਿਹੜਾ ਲਿਖਣ ਦਾ ਅਭਿਆਸ ਹੈ, ਉਹਦੀ ਸੋਧ ਸੁਧਾਈ ਕਰਨ ਦੀ ਮਿਹਨਤ ਹੈ। ਸਭ ਤੋਂ ਵੱਡੀ ਗੱਲ, ਵੱਡੀਆਂ ਤਿੱਖੀਆਂ ਆਲੋਚਨਾਵਾਂ, ਟਿੱਪਣੀਆਂ ਸਹਿਣ ਦੀ ਉਹਦੇ ਅੰਦਰ ਜਿਗਰਾ ਹੈ, ਜੇਰਾ ਹੈ, ਹਿੰਮਤ ਹੈ, ਹੌਸਲਾ ਹੈ।
ਇਹਦੀ ਲੋੜ ਹੁੰਦੀ ਆ। ਇਹ ਸਾਰੀਆਂ ਲੋੜਾਂ ਜਿਹੜਾ ਕਹਾਣੀਕਾਰ ਪੂਰੀਆਂ ਕਰਦਾ ਹੈ, ਲਾਜ਼ਮੀ ਤੌਰ ਦੇ ਉੱਤੇ ਜਦੋਂ ਉਹ ਕਹਾਣੀ ਲਿਖਦਾ ਹੈ, ਤਾਂ ਉਸ ਦੀ ਕਹਾਣੀ ਦੇ ਵਿੱਚ ਸ਼ਾਨਦਾਰ ਤੇ ਯਾਦਗਾਰੀ ਪਾਤਰ ਸਾਹਮਣੇ ਆਉਂਦੇ ਨੇ। ਇਸ ਬਾਰੇ ਮੈਂ ਇਹ ਕਹਿਣਾ ਸੀ। ਬਹੁਤ ਵਧੀਆ ਜਸਵੀਰ ਜੀ। ਹਾਂਜੀ, ਮੈਨੂੰ ਲੱਗਦਾ ਕਿ ਜਿਨ੍ਹਾਂ ਨੇ ਸਵਾਲ ਭੇਜਿਆ ਸੀ ਸਾਨੂੰ, ਉਹਨਾਂ ਨੂੰ ਵੀ ਬਹੁਤ ਵਧੀਆ ਜਵਾਬ ਮਿਲਿਆ ਹੋਏਗਾ ਤੇ ਉਹ ਵੀ ਜ਼ਰੂਰ ਸਮਝੇ ਹੋਣਗੇ। ਤੇ ਨਾਲ ਹੀ ਮੈਂ ਇਹ ਐਡ ਜ਼ਰੂਰ ਕਰਾਂਗੀ ਕਿ ਇਸ ਸਵਾਲ ਦਾ ਜਵਾਬ ਹੋਰ ਵੀ ਚੰਗੀ ਤਰ੍ਹਾਂ ਸਮਝਣ ਲਈ ਜਿਹੜੀਆਂ ਕਹਾਣੀਆਂ ਜਸਵੀਰ ਰਾਣਾ ਜੀ ਨੇ ਕਹੀਆਂ, ਇਹ ਤੁਸੀਂ ਜ਼ਰੂਰ ਪੜ੍ਹੋ। ਮੈਂ ਖੁਦ ਪੜ੍ਹੀਆਂ ਨੇ ਤੇ ਸੱਚੀ ਪੜ੍ਹ ਕੇ ਫੇਰ ਹੀ ਪਤਾ ਲੱਗਦਾ ਕਿ ਐਕਚੁਅਲੀ ਕਿੰਨੇ ਕੰਪਲੀਕੇਟਡ ਜਿਹੜੇ ਹੈਗੇ ਆ ਅਚੇਤ ਮਨ ਦੀਆਂ ਭਾਵਨਾਵਾਂ ਨੂੰ ਕਿੰਨੇ ਖੂਬਸੂਰਤ ਤਰੀਕੇ ਨਾਲ ਇੱਕ ਕਹਾਣੀਕਾਰ ਹੈ ਜਿਹੜਾ ਇੱਕ ਜ਼ਿੰਦਗੀ ਦੀ ਰਵਾਨੀ ਦੇ ਵਿੱਚ ਜਿਹੜਾ ਹੈਗਾ ਉਹ ਸਿਰਜ ਦਿੰਦਾ ਹੈ ਤੇ ਉਹ ਬਹੁਤ ਤੁਹਾਡੇ ਦਿਲ ਦੇ ਨੇੜੇ ਹੋ ਕੇ ਗੁਜ਼ਰਦੇ ਨੇ ਉਹ ਪਾਤਰ। ਤੁਹਾਨੂੰ ਇਹ ਲੱਗਦਾ ਕਿ ਹਾਂ, ਮੈਂ ਵੀ ਆਪਦੀ ਸੁਸਾਇਟੀ ਦੇ ਵਿੱਚ, ਮੈਂ ਵੀ ਆਪਦੇ ਆਲੇ ਦੁਆਲੇ ਇਹੋ ਜਿਹੇ ਬਹੁਤ ਜਿਹੜੇ ਹੈਗੇ ਪਾਤਰ ਅਕਸਰ ਦੇਖੇ ਨੇ। ਪਰ ਇਹ ਕਹਾਣੀਕਾਰ ਦਾ ਜਾਦੂ ਹੀ ਹੁੰਦਾ ਕਿ ਉਹ ਉਹਨੂੰ ਜਿਹੜਾ ਹੈਗਾ ਇੱਕ ਜਾਦੂਗਰੀ ਕਰਕੇ ਤੁਹਾਡੇ ਸਾਹਮਣੇ ਬਹੁਤ ਖੂਬਸੂਰਤੀ ਨਾਲ ਪੇਸ਼ ਕਰ ਦਿੰਦਾ। ਸ਼ੁਕਰੀਆ ਰਾਣਾ ਜੀ। ਰਾਣਾ ਜੀ, ਸਾਡੇ ਕੋਲੇ ਅਗਲਾ ਸਵਾਲ ਪਹੁੰਚ ਚੁੱਕਿਆ, ਉਹ ਹੈ ਜੀ ਅਵਤਾਰ ਹਠੂਰ ਜੀ ਦਾ। ਇਹ ਪੁੱਛ ਰਹੇ ਨੇ, ਸਰ ਜੀ, ਲੇਖਕ ਪਹਿਲਾਂ ਕਹਾਣੀ ਦਾ ਵਿਸ਼ਾ ਚੁਣਦਾ ਹੈ ਜਾਂ ਕਹਾਣੀ ਦਾ ਨਾਮ ਚੁਣ ਕੇ ਫਿਰ ਵਿਸ਼ੇ ਤੇ ਆਉਂਦਾ ਹੈ? ਜਿਸ ਤਰ੍ਹਾਂ ਹਰੇਕ ਬੰਦੇ ਦੇ ਤੁਰਨ ਦਾ ਅਲੱਗ-ਅਲੱਗ ਤਰੀਕਾ, ਸਟਾਈਲ ਹੈ, ਹਰੇਕ ਬੰਦੇ ਦੀ ਸ਼ਕਲ ਅਲੱਗ-ਅਲੱਗ ਹੈ, ਹਰੇਕ ਬੰਦੇ ਦੇ ਬੋਲਣ ਦਾ ਅਲੱਗ-ਅਲੱਗ ਢੰਗ ਹੈ, ਹਰੇਕ ਬੰਦੇ ਦੇ ਪਹਿਨਣ ਦੀ ਅਲੱਗ-ਅਲੱਗ ਪਸੰਦ ਹੈ ਜੀ। ਇਸੇ ਤਰ੍ਹਾਂ ਮਧੂ ਤਨਹਾ ਜੀ, ਜਦੋਂ ਅਸੀਂ ਕਹਾਣੀ ਦੀ ਗੱਲ ਕਰਦੇ ਹਾਂ ਕਿ ਉਹਦਾ ਨਾਮ ਪਹਿਲਾਂ ਰੱਖਦਾ ਹੈ ਜਾਂ ਵਿਸ਼ਾ ਪਹਿਲਾਂ ਆਉਂਦਾ ਹੈ। ਜੀ। ਮਤਲਬ ਕਹਾਣੀ ਪਹਿਲਾਂ ਲਿਖ ਲੈਂਦਾ ਹੈ, ਨਾਮ ਬਾਅਦ ਚ ਰੱਖਦਾ ਹੈ, ਜਾਂ ਨਾਮ ਪਹਿਲਾਂ ਲਿਖ ਲੈਂਦਾ ਹੈ, ਕਹਾਣੀ ਬਾਅਦ ਦੇ ਵਿੱਚ ਰੱਖਦਾ ਹੈ। ਜੀ। ਅਸਲ ਦੇ ਵਿੱਚ ਜਦੋਂ ਅਸੀਂ ਇਸ ਗੱਲ ਦੀ ਡੂੰਘਾਈ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਗੱਲ ਸਮਝ ਆਉਂਦੀ ਹੈ ਕਿ ਇਹ ਦੋਸਤ ਇਹ ਗੱਲ ਪੁੱਛ ਰਿਹਾ ਹੈ ਵੀ ਸਾਨੂੰ ਨਾਮ ਪਹਿਲਾਂ ਰੱਖਣਾ ਚਾਹੀਦਾ ਹੈ ਕਿ ਕਹਾਣੀ ਪਹਿਲਾਂ ਲਿਖਣੀ ਚਾਹੀਦੀ ਹੈ। ਜੀ। ਹੁਣ ਇਸ ਦਾ ਉੱਤਰ ਇਹ ਹੈ ਕਿ ਦੋਨੇ ਹੀ ਤਰੀਕੇ ਨੇ ਜਿਹੜੇ ਉਹ ਸਫਲ ਨੇ। ਦੋਨੇ ਹੀ ਤਰੀਕੇ ਨੇ ਜਿਹੜੇ ਉਹ ਆਦ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਕਹਾਣੀਕਾਰ ਸਫਲਤਾਪੂਰਵਕ ਵਰਤਦੇ ਆ ਰਹੇ ਨੇ। ਹੁਣ ਬਾਕੀਆਂ ਦੀ ਗੱਲ ਬਾਅਦ ਚ, ਪਹਿਲਾਂ ਮੈਂ ਆਪਣੇ ਹਵਾਲੇ ਨਾਲ ਗੱਲ ਕਰੂੰਗਾ ਜੀ। ਮੈਂ ਜਦੋਂ ਕੋਈ ਕਹਾਣੀ ਲਿਖਦਾ ਤਾਂ ਉਹਦਾ ਨਾਮ ਪਹਿਲਾਂ ਰੱਖਦਾ। ਅੱਛਾ ਜੀ। ਨਾਮ ਰੱਖਣ ਤੋਂ ਵੀ ਪਹਿਲਾਂ ਮੇਰੇ ਦਿਮਾਗ ਦੇ ਵਿੱਚ ਉਹ ਕਹਾਣੀ ਦੀ ਆਊਟਲਾਈਨ ਬਣ ਚੁੱਕੀ ਹੁੰਦੀ ਹੈ। ਉਸ ਆਊਟਲਾਈਨ ਨੂੰ ਇੱਕ ਨੁਕਤੇ ਦੇ ਉੱਤੇ ਬੰਨਣ ਲਈ ਜੀ ਮੈਂ ਉਹਦਾ ਨਾਮ ਰੱਖ ਲੈਣਾ ਪਹਿਲਾਂ। ਹੁਣ ਉਹ ਕਹਾਣੀ ਇੱਕ ਨੁਕਤੇ ਦੇ ਉੱਤੇ ਬੰਨੇਗੀ ਮੇਰੇ ਵਾਸਤੇ। ਜੀ। ਕਿਸੇ ਵਾਸਤੇ ਇਹ ਗੱਲ ਉਲਟ ਵੀ ਹੋ ਸਕਦੀ ਹੈ। ਬਹੁਤ ਸਾਰੇ ਕਹਾਣੀਕਾਰ ਦੂਸਰੇ ਤਰੀਕੇ ਨਾਲ ਵੀ ਲਿਖਦੇ ਨੇ ਜੀ ਕਿ ਉਹ ਪਹਿਲਾਂ ਕਹਾਣੀ ਜਿਹੜੀ ਦਿਮਾਗ 'ਚ ਆਈ, ਚਾਹੇ ਵਿਚਾਰ ਤੋਂ ਕਹਾਣੀ ਬਣੀ, ਚਾਹੇ ਘਟਨਾ ਤੋਂ ਕਹਾਣੀ ਬਣੀ, ਚਾਹੇ ਕਿਸੇ ਗੱਲ ਤੋਂ ਬਣੀ, ਚਾਹੇ ਆਪਣੀ ਬਣੀ, ਚਾਹੇ ਪਰਾਏ ਦੀ ਬਣੀ, ਜਿਵੇਂ ਵੀ ਉਹਦੇ ਕੋਲ ਜਿਸ ਰੂਪ 'ਚ ਕਹਾਣੀ ਆਈ, ਪਹਿਲਾਂ ਉਹ ਕਹਾਣੀ ਲਿਖ ਲੈਂਦੇ ਨੇ, ਬਾਅਦ ਦੇ ਵਿੱਚ ਉਹ ਨਾਮ ਲਿਖਦੇ ਨੇ, ਰੱਖਦੇ ਨੇ। ਇਸ ਤਰ੍ਹਾਂ ਮੈਂ ਦੇਖਿਆ ਬਹੁਤ ਸਾਰੇ ਕਹਾਣੀਕਾਰਾਂ ਨੂੰ ਬਾਅਦ ਦੇ ਵਿੱਚ ਨਾਮ ਰੱਖਣ ਦੀਆਂ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ। ਉਹ ਇੱਕ ਦੂਸਰੇ ਨਾਲ ਡਿਸਕਸ ਕਰਦੇ ਨੇ ਕਿ ਭਾਈ ਇਹਦਾ ਕੀ ਨਾਮ ਰੱਖੀਏ। ਹੁਣ ਉਹ ਨਾਮ ਰੱਖਣ ਵਾਸਤੇ ਜਿਹਨੇ ਸਲਾਹ ਦੇਣੀ ਹੈ ਉਹਨੂੰ ਕਹਾਣੀ ਪੜ੍ਹਨੀ ਪਊਗੀ ਤਦ ਉਹ ਕੋਈ ਸਹਾਇਤਾ ਕਰ ਸਕਦਾ ਨਾਮ ਰੱਖਣ 'ਚ। ਬਹੁਤੇ ਕਹਾਣੀਕਾਰ ਆਪਣੇ ਨਾਮ ਆਪੀ ਰੱਖਦੇ ਨੇ, ਮੈਂ ਸਪਸ਼ਟ ਕਰਦੇ ਹਾਂ, ਚਾਹੇ ਉਹ ਪਹਿਲਾਂ ਰੱਖਣ ਚਾਹੇ ਬਾਅਦ 'ਚ ਰੱਖਣ। ਪਰ ਕਈ ਵਾਰ ਮਾਮਲਾ ਹੈ ਜਿਹੜਾ ਉਹ ਬੜਾ ਪੇਚੀਦਾ ਹੋ ਜਾਂਦਾ ਹੈ, ਸੰਕਟ ਖੜਾ ਹੋ ਜਾਂਦਾ ਨਾਮ ਕਰਨ ਦਾ, ਸਿਰਲੇਖ ਦਾ। ਹੁਣ ਅਸੀਂ ਕਹਾਣੀ ਪਹਿਲਾਂ ਲਿਖ ਲਈਏ ਚਾਹੇ ਨਾਮ ਪਹਿਲਾਂ ਰੱਖ ਲਈਏ, ਇਹ ਕੋਈ ਮਸਲਾ ਨਹੀਂ। ਪਰ ਮਸਲਾ ਸਭ ਤੋਂ ਵੱਡਾ ਇਹ ਹੈ ਕਿ ਕਹਾਣੀ ਤੇ ਉਹਦਾ ਨਾਮ ਹੈ ਜਿਹੜਾ ਉਹ ਅੰਤਰ ਸੰਬੰਧਿਤ ਹੋਣੇ ਚਾਹੀਦੇ ਨੇ। ਕਹਾਣੀ ਦੇ ਵਿਸ਼ੇ ਦੇ ਅਨੁਸਾਰ ਨਾਮ ਹੋਣਾ ਚਾਹੀਦਾ ਔਰ ਜਿਹੜਾ ਨਾਮ ਹੈ ਕਹਾਣੀ ਉਹਨੂੰ ਲਾਜ਼ਮੀ ਤੌਰ ਦੇ ਉੱਤੇ ਨਿਭਾਉਂਦੀ ਹੋਵੇ। ਹੈ ਨਾ, ਜਿਵੇਂ ਤੁਹਾਨੂੰ ਮੈਂ ਮਿਸਾਲ ਦੇਵਾਂ, ਇਸ ਤਰ੍ਹਾਂ ਨਾ ਹੋਵੇ ਕਿ ਥੋੜਾ ਜਿਹਾ ਵਿਅੰਗ ਕਰਾਂ ਮੈਂ ਗੱਲ, ਇਹਦੇ ਨਾਲ ਜ਼ਿਆਦਾ ਸਮਝ ਆਊਗੀ। ਕਿ ਅਸੀਂ ਮੰਨ ਲਓ ਚੀਨੀ ਲੈਣ ਜਾਣਾ ਬਾਜ਼ਾਰ ਦੇ ਵਿੱਚ, ਮਾਰਕੀਟ 'ਚ। ਅਸੀਂ ਕੱਪੜਿਆਂ ਵਾਲੀ ਦੁਕਾਨ ਤੇ ਜਾ ਕੇ ਕਹੀਏ ਕਿ ਭਾਈ ਕਿਲੋ ਚੀਨੀ ਦੇਈਂ, ਗੱਲ ਬਣੀ ਨਹੀਂ। ਅਸੀਂ ਗਲਤ ਥਾਂ ਦੇ ਉੱਤੇ ਗਲਤ ਚੀਜ਼ ਮੰਗ ਰਹੇ ਹਾਂ। ਹੁਣ ਐਸੇ ਤਰ੍ਹਾਂ ਬਹੁਤ ਸਾਰੀਆਂ ਕਹਾਣੀਆਂ ਜਾਂ ਰਚਨਾਵਾਂ ਦੇ ਨਾਮ ਨੇ ਜਿਹੜੇ ਮੈਂ ਦੇਖਿਆ ਉਹਨਾਂ ਨਾਲ ਸੰਬੰਧਿਤ ਨਹੀਂ ਹੁੰਦੇ।
ਉਹ ਕਈ ਵਾਰ ਤੁਹਾਨੂੰ ਲੱਖ ਸਿਰ ਖਪਾਉਣ ਦੇ ਬਾਵਜੂਦ ਵੀ ਇਹ ਸਮਝ ਨਹੀਂ ਆਉਂਦਾ ਵੀ ਇਹਦਾ ਨਾਮ ਇਹ ਕਿਉਂ ਰੱਖਿਆ ਹੋਇਆ। ਜੀ। ਫਿਰ ਕਈ ਵਾਰ ਕੋਈ ਮੇਰੇ ਵਰਗਾ ਕਹਾਣੀਕਾਰ ਅੱਕ ਕੇ ਜਦੋਂ ਸਮਝ ਨਹੀਂ ਆਉਂਦਾ, ਕਹਾਣੀ ਬੜੀ ਸੋਹਣੀ ਲਿਖੀ ਗਈ, ਵੀ ਛੱਡੋ ਯਾਰ ਬਹੁਤ ਹੋ ਗਿਆ, ਕੋਈ ਵੀ ਰੱਖ ਦੋ ਜੀ। ਫਿਰ ਉਹ ਨਾਮ ਰੱਖ ਦਿੰਦਾ। ਹੁਣ ਨਾਮ ਮਧੂ ਜੀ ਸਾਡੇ ਕੋਲ ਦੋ ਤਰ੍ਹਾਂ ਦੇ ਨੇ। ਇੱਕ ਤਾਂ ਰੈਡੀਮੇਡ ਜਿਹੜੇ ਆਲੇ ਦੁਆਲੇ ਖਿੰਡੇ ਪਏ ਨੇ ਵੱਖ-ਵੱਖ ਰੂਪਾਂ 'ਚ, ਚੱਕ ਕੇ ਬੰਦਾ ਉਹਨੂੰ ਪੇਸਟ ਕਰ ਦਿੰਦਾ। ਜੀ। ਇੱਕ ਨਾਮ ਹੈਗੇ ਨੇ ਜਿਹੜੇ ਸਿਰਜੇ ਜਾਂਦੇ ਨੇ। ਜੀ। ਜਿਸ ਤਰ੍ਹਾਂ ਕਹਾਣੀਕਾਰ ਕਹਾਣੀ ਦੀ ਸਿਰਜਣਾ ਕਰਦਾ, ਇੱਕ ਇੱਕ ਗੱਲ ਤੇ ਧਿਆਨ ਦਿੰਦਾ, ਉਸੇ ਤਰ੍ਹਾਂ ਉਹਦੇ ਨਾਮ ਦੀ ਵੀ ਸਿਰਜਣਾ ਕਰਦਾ। ਵਾਹ। ਕਈ ਵਾਰ ਉਹ ਕਹਾਣੀ ਦਾ ਨਾਮ ਪਹਿਲਾਂ ਰੱਖ ਕੇ ਬਦਲ ਵੀ ਦਿੰਦਾ ਹੈ। ਅੱਛਾ ਜੀ। ਜਿਵੇਂ ਮਿਸਾਲ ਦੇਵਾਂ ਮੈਂ, ਚੂੜੇ ਵਾਲੀ ਬਾਂਹ ਕਹਾਣੀ ਜਿਹੜੀ ਬੜੀ ਓ ਮਸ਼ਹੂਰ ਹੋਈ, ਇਹਨੇ ਮੈਨੂੰ ਬੜਾ ਹੀ ਮਾਣ ਦਿਵਾਇਆ ਤੇ ਮੈਨੂੰ ਕਹਾਣੀਕਾਰ ਬਣਾਉਣ 'ਚ ਇਹਦਾ ਬੜਾ ਵੱਡਾ ਯੋਗਦਾਨ ਆ। ਜੀ। ਇਸ ਕਹਾਣੀ ਦਾ ਨਾਮ ਮੈਂ ਪਹਿਲਾਂ ਰੱਖਿਆ ਸੀ ਬਸ ਉਂਝ ਹੀ। ਅੱਛਾ ਜੀ। ਮੇਰੇ ਦਿਮਾਗ ਦੇ ਵਿੱਚ ਸੀ ਵੀ ਇਹ ਜਿਹੜੇ ਬੰਦੇ ਨੇ, ਬੱਗੇ ਮਾਮੇ ਹੋਣੀ ਪਾਤਰ ਨੇ ਇਸ ਦੇ, ਵੀ ਉਹ ਉਂਝ ਹੀ ਵਿਚਾਰੇ ਇਸ ਧਰਤੀ ਤੇ ਆਏ ਤੇ ਉਂਝ ਹੀ ਵਿਚਾਰੇ ਇਸ ਧਰਤੀ ਤੋਂ ਚਲੇ ਗਏ, ਉਹਨਾਂ ਦਾ ਹੋਇਆ ਬਣਿਆ ਕੁਛ ਨਹੀਂ। ਜਦੋਂ ਮੈਂ ਦੋ ਦੋਸਤਾਂ ਨੂੰ ਇਹ ਕਹਾਣੀ ਪੜ੍ਹਾਈ, ਉਹ ਮੈਨੂੰ ਕਹਿੰਦੇ ਵੀ ਨਹੀਂ, ਵੀ ਇਹ ਕੋਈ ਨਵਾਂ ਨਹੀਂ ਹੈਗਾ, ਇਹ ਕੋਈ ਗੱਲ ਨਹੀਂ। ਜੀ। ਉਹਨਾਂ ਦੇ ਇਸ ਇਸ਼ਾਰੇ ਨਾਲ ਮੈਨੂੰ ਸੋਝੀ ਆਈ ਵੀ ਦੁਬਾਰ ਤੋਂ ਸੋਚਣ ਦੀ ਲੋੜ ਹੈ। ਮੈਂ ਸੋਚਿਆ, ਮੈਨੂੰ ਸਮਝ ਆਈ ਕਿ ਅਸਲ 'ਚ ਉਹ ਜਿਹੜੇ ਪੰਜ ਪਾਤਰ ਸੀ, ਉਹਨਾਂ ਦੀ ਜ਼ਿੰਦਗੀ ਦੇ ਵਿੱਚ ਚੂੜੇ ਵਾਲੀ ਬਾਂਹ ਨਹੀਂ ਆਈ ਹੈ। ਵਾਹ ਜੀ। ਇਸ ਲਈ ਇਹਦਾ ਨਾਮ ਚੂੜੇ ਵਾਲੀ ਬਾਂਹ ਹੋਊਗਾ। ਔਰ ਜਿਹੜਾ ਕਿ ਬੜਾ ਪ੍ਰਵਾਨਿਤ, ਮਸ਼ਹੂਰ ਤੇ ਕਹਾਣੀ ਦੇ ਵਿਸ਼ੇ ਨਾਲ, ਖਾਸ ਤੌਰ ਤੇ ਪਾਤਰਾਂ ਦੇ ਅਵਚੇਤਨ ਨਾਲ ਬੜਾ ਰੈਲੇਵੈਂਟ ਹੋਇਆ। ਜੀ। ਹੁਣ ਨਾਮ ਲਿਖੀਏ ਪਹਿਲਾਂ, ਚਾਹੇ ਕਹਾਣੀ ਲਿਖੀਏ ਪਹਿਲਾਂ, ਅਸੀਂ ਇਹ ਕੋਈ ਮੈਟਰ ਨਹੀਂ ਕਰਦਾ। ਇਸ ਗੱਲ ਦੀ ਕੋਈ ਵੀ ਸਮੱਸਿਆ ਨਹੀਂ। ਸਮੱਸਿਆ ਸਿਰਫ ਇਸ ਗੱਲ ਦੀ ਹੈ ਕਿ ਜਿੰਨਾ ਅਸੀਂ ਜ਼ੋਰ ਤੇ ਕਲਾਤਮਿਕਤਾ ਕਹਾਣੀ ਲਿਖਣ 'ਚ ਵਰਤਦੇ ਹਾਂ, ਉਨੀ ਹੀ ਅਸੀਂ ਨਾਮ ਦੀ ਸਿਰਜਣਾ ਵਿੱਚ ਵੀ ਵਰਤਣੀ ਹੁੰਦੀ ਹੈ। ਕਹਾਣੀ ਵੀ ਤੇ ਨਾਮ ਵੀ ਕਾਗਜ਼ ਦੇ ਉੱਤੇ ਆਉਣ ਤੋਂ ਪਹਿਲਾਂ ਲੇਖਕ ਦੇ ਜ਼ਿਹਨ ਦੇ ਵਿੱਚ ਲਿਖੇ ਜਾ ਚੁੱਕੇ ਹੁੰਦੇ ਨੇ। ਜੀ। ਔਰ ਸਾਨੂੰ ਹਮੇਸ਼ਾ ਆਪਣੇ ਜ਼ਿਹਨ ਦੇ ਉੱਤੇ ਧਿਆਨ ਵੀ ਦੇਣਾ ਚਾਹੀਦਾ ਹੈ ਤੇ ਉਸ ਦੇ ਉੱਤੇ, ਉਹਦੇ ਅੰਦਰ ਜਿਹੜੀ ਕਲਾਕਾਰੀ ਹੋ ਰਹੀ ਹੈ, ਉਸ ਦੇ ਵਿੱਚ ਸ਼ਾਮਿਲ ਵੀ ਹੋਣਾ ਚਾਹੀਦਾ ਹੈ ਕਿ ਸਾਡਾ ਮਸਤਕ ਤੇ ਜ਼ਿਹਨ ਕਰਦਾ ਕੀ ਹੈ। ਜੀ। ਬਹੁਤ ਸੋਹਣਾ, ਬਹੁਤ ਵਧੀਆ ਜਵਾਬ ਦਿੱਤਾ ਰਾਣਾ ਜੀ। ਸਾਨੂੰ ਬਹੁਤ ਤਸੱਲੀ ਹੋਈ ਤੇ ਉਮੀਦ ਹੈ ਕਿ ਹਠੂਰ ਜੀ ਨੂੰ ਵੀ ਉਹਨਾਂ ਦਾ ਜਵਾਬ ਮਿਲ ਗਿਆ ਹੋਵੇਗਾ। ਸਾਡੇ ਨਾਲ ਜੁੜੇ ਨੇ ਜੋਤ ਸਿੱਧੂ ਤੇ ਉਹ ਸਵਾਲ ਕਰ ਰਹੇ ਨੇ, ਕਹਾਣੀ ਵਿੱਚ ਪਾਤਰਾਂ ਦੇ ਨਾਮ ਦੀ ਕਹਾਣੀ ਵਿੱਚ ਪਾਤਰਾਂ ਦੇ ਨਾਮ ਕਿੰਨੀ ਮਹੱਤਤਾ ਰੱਖਦੇ ਨੇ? ਹਾਂਜੀ, ਜੋਤ ਸਿੱਧੂ, ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਤੁਹਾਡਾ ਸਵਾਲ ਸੁਣ ਕੇ, ਕਿਉਂਕਿ ਜੋਤ ਉਹਨਾਂ ਨਾਲ ਵੀ ਮੇਰੀ ਗਾਏ ਵਗਾਏ ਗੱਲ ਹੁੰਦੀ ਰਹਿੰਦੀ ਹੈ। ਬੜੀ ਹੀ ਅੱਛੀ ਇਹ ਰਚਨਾਕਾਰੀ ਕਰਦੇ ਨੇ। ਇਹਨਾਂ ਦਾ ਸਵਾਲ ਵੀ ਇਹਨਾਂ ਦੀ ਰਚਨਾਕਾਰੀ ਵਾਂਗ ਸੋਹਣਾ ਹੈ ਕਿ ਕਹਾਣੀ ਦੇ ਵਿੱਚ ਪਾਤਰਾਂ ਦੇ ਨਾਮ ਦੀ ਕਿੰਨੀ ਕੁ ਮਹੱਤਤਾ ਹੁੰਦੀ ਹੈ। ਹਾਂਜੀ, ਬਿਲਕੁਲ ਹੁੰਦੀ ਹੈ। ਕਹਾਣੀ ਦੇ ਵਿੱਚ ਪਾਤਰ ਦਾ ਨਾਮ ਹੈ ਜਿਹੜਾ, ਉਹ ਲੇਖਕ ਕਈ ਵਾਰ ਅਸਲ ਜਿਹੜੇ ਪਾਤਰ ਜ਼ਿੰਦਗੀ ਦੇ ਵਿੱਚ ਇੱਧਰੋਂ ਉੱਧਰੋਂ ਲੈਂਦਾ ਹੈ, ਨਾਮ ਵੀ ਉਹ ਇੱਧਰੋਂ ਉੱਧਰੋਂ ਲੈ ਲੈਂਦਾ ਹੈ ਜੀ। ਉਹਦੇ ਕੋਲ ਬਹੁਤ ਸਾਰੇ ਨਾਮਾਂ ਦਾ ਇੱਕ ਰਜਿਸਟਰ ਹੁੰਦਾ ਕਹਾਣੀਕਾਰ ਦੇ ਅੰਦਰ ਜੀ। ਉਹ ਆਪਣੀ ਵਿਸ਼ੇ ਦੀ ਲੋੜ ਅਨੁਸਾਰ ਪਾਤਰ ਦੀ ਰੂਪ ਰੇਖਾ, ਸੁਭਾਅ ਕੀ ਹੈ, ਉਹਦੀ ਪਰਸਨੈਲਿਟੀ ਕਿਹੋ ਜਿਹੀ ਹੈ, ਪਾਤਰ ਦੀ ਸ਼ਖਸੀਅਤ, ਅਸਤਿਤਵ, ਸੋਚ ਤੇ ਕੰਮ ਕਿਹੋ ਜਿਹੇ ਨੇ ਕਹਾਣੀ 'ਚ, ਉਸ ਦੇ ਅਨੁਸਾਰ ਉਹ ਆਪਣੇ ਅੰਦਰ ਜਿਹੜਾ ਨਾਮਾਂ ਦਾ ਰਜਿਸਟਰ ਹੈ, ਜਿਹੜਾ ਸਮਾਜ ਦੇ ਵਿੱਚੋਂ ਆਇਆ, ਸਮਾਜ ਦੇ ਵਿੱਚੋਂ ਆਮ ਲੋਕਾਂ ਦੇ ਹੀ ਨਾਮ ਦਰਜ ਹੋ ਕੇ ਉਹਦੇ ਨਾਮ ਦੇ ਰਜਿਸਟਰ 'ਚ ਹੁੰਦੇ ਨੇ ਕਹਾਣੀਕਾਰ ਦੇ ਅੰਦਰ। ਉਹ ਪਾਤਰ ਦੀ ਤੇ ਵਿਸ਼ੇ ਦੀ ਲੋੜ ਅਨੁਸਾਰ ਕੋਈ ਨਾਮ ਚੱਕਦਾ ਹੈ, ਪਾਤਰ ਨੂੰ ਉਹ ਨਾਮ ਦੇ ਦਿੰਦਾ ਹੈ ਜੀ। ਹੁਣ ਅਗਰ ਉਸ ਕਹਾਣੀ ਦਾ ਪਾਤਰ, ਉਹਦੇ ਕੰਮ, ਉਹਦੀ ਸ਼ਖਸੀਅਤ, ਉਹਦੀ ਸੋਚ ਤੇ ਕਹਾਣੀ ਦਾ ਵਿਸ਼ਾ ਜੀ, ਔਰ ਅੱਗੇ ਕਹਾਣੀ ਦੀ ਕਲਾਤਮਿਕਤਾ, ਉਹਨੂੰ ਪੇਸ਼ ਕਰਨ ਦਾ ਤਰੀਕਾ ਜਿਹੜਾ ਕਹਾਣੀਕਾਰ ਦਾ ਹੁਨਰ ਹੈ, ਅਗਰ ਇਹ ਸਾਰੀਆਂ ਚੀਜ਼ਾਂ ਬਹੁਤ ਹੀ ਜ਼ਿਆਦਾ ਕਲਾਤਮਿਕ ਨੇ, ਅਗਰ ਇਹ ਸਾਰੀਆਂ ਬਹੁਤ ਹੀ ਜ਼ਿਆਦਾ ਕਲਾਤਮਿਕ ਨੇ, ਤਾਂ ਮਧੂ ਜੀ ਪਾਤਰ ਹੈ ਜਿਹੜਾ ਕਹਾਣੀ ਦਾ, ਸਾਨੂੰ ਉਹਦਾ ਨਾਮ ਹਮੇਸ਼ਾ ਯਾਦ ਰਹੂਗਾ ਜੀ। ਸਾਨੂੰ ਕਦੇ ਵੀ ਉਹ ਨਾਮ ਭੁੱਲੂਗਾ ਨਹੀਂ। ਜਿਵੇਂ ਮੈਂ ਮਿਸਾਲ ਦਵਾਂ, ਸੰਤੋਖ ਸਿੰਘ ਧੀਰ ਦੀ ਇੱਕ ਕਹਾਣੀ ਹੈ, ਕੋਈ ਇੱਕ ਸਵਾਰ ਜੀ।
ਜਦੋਂ ਤੁਸੀਂ ਉਹ ਕਹਾਣੀ ਪੜ੍ਹ ਲੈਂਦੇ ਹੋ ਤੁਹਾਨੂੰ ਤਾਂਗੇ ਵਾਲਾ ਬਾਰੂ ਕਦੇ ਭੁੱਲੂਗਾ ਨਹੀਂ। ਜੀ ਜੀ ਬਿਲਕੁਲ। ਜਦੋਂ ਤੁਸੀਂ ਚੂੜੇ ਵਾਲੀ ਬਾਹ ਕਹਾਣੀ ਪੜ੍ਹ ਲੈਂਦੇ ਹੋ ਤਾਂ ਤੁਹਾਨੂੰ ਬੱਗਾ ਮਾਮਾ ਬੱਗਾ ਕਦੇ ਭੁੱਲੂਗਾ ਨਹੀਂ। ਜੀ ਬਿਲਕੁਲ। ਕਹਾਣੀ ਦੇ ਵਿੱਚ ਜਿਹੜੇ ਪਾਤਰਾਂ ਦੇ ਨਾਮ ਹੁੰਦੇ ਨੇ, ਰਾਮ ਸਰੂਪ ਅਣਖੀ ਉਹਨਾਂ ਦੀ ਕਹਾਣੀ ਹੈ ਇੱਕ, ਮੈਨੂੰ ਹਮੇਸ਼ਾ ਯਾਦ ਰਹਿੰਦੀ ਹੈ। ਉਹਦੇ ਵਿੱਚ ਬਘੇਲੋ ਸਾਧਨੀ ਉਸ ਕਹਾਣੀ ਦਾ ਨਾਮ ਹੈ। ਜਦੋਂ ਤੁਸੀਂ ਉਸ ਕਹਾਣੀ ਨੂੰ ਪੜ੍ਹ ਲੈਂਦੇ ਹੋ ਤਾਂ ਬਘੇਲੋ ਦਾ ਪਾਤਰ ਹੈ ਜਿਹੜਾ, ਉਸ ਦਾ ਨਾਮ ਤੁਸੀਂ ਕਦੇ ਵੀ ਭੁੱਲ ਨਹੀਂ ਸਕਦੇ। ਤੁਹਾਨੂੰ ਹਮੇਸ਼ਾ ਉਹ ਪਾਤਰ ਦਾ ਨਾਮ ਯਾਦ ਰਹਿੰਦਾ ਹੈ। ਪਾਤਰ ਦਾ ਨਾਮ ਇਸ ਗੱਲ ਨਾਲ ਜੁੜਿਆ ਹੁੰਦਾ ਹੈ ਕਿ ਉਹ ਪਾਤਰ ਕਰਦਾ ਕੀ ਹੈ, ਉਹਦੀ ਸ਼ਖਸੀਅਤ ਕੀ ਹੈ, ਕੰਮ ਕੀ ਨੇ, ਸੋਚ ਕੀ ਨੇ, ਕਹਾਣੀ ਚ ਰੋਲ ਕੀ ਹੈ, ਵਿਸ਼ਾ ਕੀ ਹੈ, ਔਰ ਕਹਾਣੀਕਾਰ ਨੇ ਉਹਨੂੰ ਚਿਤਰਿਆ ਕਿੰਨੀ ਕੁ ਜਾਨ ਤੇ ਸ਼ਾਨ ਨਾਲ ਆ। ਜੀ ਬਕਾਇਦਾ ਤੌਰ ਦੇ ਉੱਤੇ ਕਈ ਵਾਰ ਪਾਤਰਾਂ ਦੇ ਨਾਮ ਪ੍ਰਤੀਕਮਈ ਵੀ ਹੁੰਦੇ ਨੇ, ਸਿੰਬੋਲਿਕ ਵੀ ਹੁੰਦੇ ਨੇ। ਜੀ ਜਿਵੇਂ ਮੇਰੀ ਕਹਾਣੀ ਇੱਕ ਹੈ ਦੋ ਸਾਹਾਂ ਵਿਚਲਾ ਠਹਿਰਾ। ਜੀ ਉਹ ਮਨੋਵਿਗਿਆਨ, ਫਿਲਾਸਫੀ ਤੇ ਮਿਥਿਆਲੋਜੀ ਦੀ ਕਹਾਣੀ ਹੈ। ਉਸ ਦੇ ਵਿੱਚ ਸਾਰੇ ਪਾਤਰਾਂ ਦੇ ਨਾਮ ਪ੍ਰਤੀਕਮਈ ਨੇ, ਸਿੰਬਲ ਨੇ। ਜੀ ਚਾਹੇ ਉਹ ਸੰਦਲਾ ਹੋਵੇ, ਚਾਹੇ ਉਹ ਤਿਰਕਾਲ ਦੇਵ ਹੋਵੇ, ਚਾਹੇ ਉਹ ਸੂਰਜ ਦੇਵ ਹੋਵੇ, ਜੀ ਸਾਰਿਆਂ ਦੇ ਨਾਮ ਨੇ ਜਿਹੜੇ ਪ੍ਰਤੀਕਮਈ ਨੇ। ਨਾਵਲ ਦੇ ਵਿੱਚ ਤੁਸੀਂ ਜਦੋਂ ਨਾਵਲ ਪੜ੍ਹੋਗੇ ਮੇਰਾ, ਤੁਸੀਂ ਇੱਥੋਂ ਰੇਗਿਸਤਾਨ ਦਿਸਦਾ ਹੈ, ਉਸ ਨਾਵਲ ਦੇ ਵਿੱਚ ਸਾਰੇ ਪਾਤਰਾਂ ਦੇ ਨਾਮ ਪ੍ਰਤੀਕਮਈ ਨੇ। ਉਹਨਾਂ ਦੇ ਨਾਮਾਂ ਦੇ ਵਿੱਚ ਵੀ ਕਹਾਣੀਆਂ ਨੇ। ਜੀ ਹਰੇਕ ਪਾਤਰ ਦਾ ਨਾਮ ਇੱਕ ਵੱਖਰੀ ਕਹਾਣੀ ਵੱਲ ਇਸ਼ਾਰਾ ਕਰਦਾ ਹੈ ਕਿ ਮੇਰੇ ਰਾਹੀਂ ਆਹ ਕਹਾਣੀ ਨੂੰ ਸਮਝ, ਮੈਂ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ, ਮੇਰਾ ਨਾਮ ਇਸ ਕਰਕੇ ਆ ਰੱਖਿਆ ਹੋਇਆ। ਬਿਲਕੁਲ। ਸੋ ਕਹਾਣੀ ਦੇ ਵਿੱਚ ਪਾਤਰਾਂ ਦੇ ਨਾਮਾਂ ਦੀ ਬਕਾਇਦਾ ਮਹੱਤਤਾ ਹੁੰਦੀ ਹੈ ਇੱਕ, ਔਰ ਲੇਖਕ ਦੀ ਕਹਾਣੀ ਕਲਾ ਤੇ ਕਲਾਤਮਿਕਤਾ ਜਿਹੜੀ, ਉਸ ਦੇ ਨਾਲ ਵੀ ਇਹਦਾ ਸੰਬੰਧ ਹੁੰਦਾ ਹੈ ਕਿ ਉਹ ਕਿੰਨੇ ਕੁ ਸੋਹਣੇ ਨਾਮ ਨੇ ਜਿਹੜੇ ਰੱਖਦਾ ਜਾਂ ਕਿੰਨੇ ਕੁ ਬਦਸੂਰਤ ਨਾਮ ਰੱਖਦਾ। ਜੀ ਹੋਪਫੁਲੀ ਜੋਤ ਜੀ ਨੂੰ ਆਪਣਾ ਜਵਾਬ ਮਿਲ ਗਿਆ ਹੋਵੇਗਾ ਤੇ ਸਾਨੂੰ ਸਾਰਿਆਂ ਨੂੰ ਵੀ। ਸ਼ੁਕਰੀਆ ਜੋਤ ਜੀ, ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ। ਤੇ ਮੈਂ ਆਲਮੋਸਟ ਆਪਦੇ ਕੁਐਸਚਨਸ ਦੇ ਆਖਰੀ ਮੋੜ ਤੇ ਪਹੁੰਚ ਚੁੱਕੀ ਹਾਂ। ਇਨ ਬਿਟਵੀਨ ਮੈਂ ਦੋਸਤਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਜਲਦੀ ਜਲਦੀ ਸਾਡੇ ਫੇਸਬੁੱਕ ਲਾਈਵ ਦੇ ਉੱਪਰ ਜਿਹੜਾ ਹੈਗਾ ਕਮੈਂਟ ਕਰੋ, ਤਾਂ ਕਿ ਜਾਣ ਤੋਂ ਪਹਿਲਾਂ ਰਾਣਾ ਜੀ ਤੁਹਾਡੇ ਪ੍ਰਸ਼ਨ ਦਾ ਜਵਾਬ ਦੇ ਸਕਣ। ਤੇ ਮੈਂ ਆਪਣੇ ਆਖਰੀ ਕੁਐਸਚਨ ਵੱਲ ਵਧਾਂਗੀ, ਉਸੇ ਗੱਲ ਤੋਂ ਜਿੱਥੋਂ ਮੈਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਕਿ ਜਿਹੜਾ ਹੈਗਾ ਦੁਨੀਆ ਬਦਲ ਰਹੀ ਹੈ, ਸਮਾਜ ਬਦਲ ਰਿਹਾ ਹੈ, ਸਕੂਲਾਂ ਦੀਆਂ ਪੜ੍ਹਾਈਆਂ ਆਨਲਾਈਨ ਹੋ ਗਈਆਂ ਨੇ, ਦਫ਼ਤਰ ਆਨਲਾਈਨ ਚੱਲ ਰਹੇ ਨੇ, ਬਹੁਤ ਵੱਡੀਆਂ ਬੋਰਡ ਮੀਟਿੰਗਾਂ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਆਨਲਾਈਨ ਗੱਲਾਂ ਕਰ ਰਹੇ ਨੇ, ਤੇ ਜਿਹੜਾ ਹੈਗਾ ਬਹੁਤ ਸਾਰੀਆਂ ਮਹਿਫਲਾਂ, ਪੰਜਾਬੀ ਅਕੈਡਮੀ ਦਿੱਲੀ ਜਾਂ ਇੰਗਲੈਂਡ ਵਾਲੇ, ਕੈਨੇਡਾ ਵਾਲੇ, ਅਮਰੀਕਾ ਵਾਲੇ, ਆਸਟ੍ਰੇਲੀਆ ਵਾਲੇ, ਸਾਰੇ ਜਿਹੜੇ ਹੈਗੇ ਆ, ਪਾਕਿਸਤਾਨ ਵਾਲੇ, ਅਸੀਂ ਸਾਰੇ ਹੁਣ ਆਨਲਾਈਨ ਇੱਕ ਪਰਿਵਾਰ ਬਣ ਗਏ ਤੇ ਜੁੜ ਰਹੇ ਆ, ਹਨਾ। ਤੇ ਮੇਰਾ ਜਿਹੜਾ ਪ੍ਰਸ਼ਨ ਹੈ ਇਸੇ ਆਨਲਾਈਨ ਗੱਲਬਾਤ ਚੋਂ ਨਿਕਲਿਆ, ਜਿੱਥੇ ਅਸੀਂ ਗੱਲ ਕੀਤੀ ਸੀਗੀ ਕਿ ਸਿਰਫ 30% ਲੋਕ ਜਿਹੜੀ ਇਹ ਆਨਲਾਈਨ ਵਾਲੀ ਚੇਂਜ ਹੈ ਇਹਦੇ ਵਿੱਚ ਟ੍ਰਾਂਜ਼ਿਟ ਹੋਣ ਲਈ ਬਹੁਤ ਉਤਾਵਲੇ ਹੋ ਕੇ ਜਾਂ ਰੈਡੀ ਹੋ ਕੇ ਜਿਹੜਾ ਹੈਗਾ ਟ੍ਰਾਂਜ਼ਿਟ ਹੋ ਜਾਂਦੇ ਨੇ, ਪਰ ਜਿਹੜੇ 70% ਲੋਕ ਆ ਉਹ ਸਟਰਗਲ ਕਰਦੇ ਨੇ ਕਿਸੇ ਵੀ ਚੇਂਜ ਦੇ ਵਿੱਚ ਟ੍ਰਾਂਜ਼ਿਟ ਹੋਣ ਦੀ। ਤੇ ਮੇਰਾ ਸਵਾਲ ਇੱਥੋਂ ਨਿਕਲ ਕੇ ਇਹ ਬਣੇਗਾ ਕਿ ਪੰਜਾਬੀ ਜਾਂ ਹੋਰ ਭਾਸ਼ਾਵਾਂ ਕਹਿ ਲਓ ਕਿ ਇੱਕ ਜਦੋਂ ਇਹ ਆਨਲਾਈਨ ਹੈ ਤਾਂ ਅਸੀਂ ਪੂਰੀ ਦੁਨੀਆ ਇੱਕ ਹੈ ਕੰਪਿਊਟਰ ਦੇ ਜ਼ਰੀਏ, ਹੈ ਨਾ। ਤੇ ਜਿਹੜੀਆਂ ਹੈਗੀਆਂ ਪੰਜਾਬੀ ਜਾਂ ਹੋਰ ਭਾਸ਼ਾਵਾਂ ਆਨਲਾਈਨ ਪਲੇਟਫਾਰਮ ਦੇ ਉੱਤੇ ਇਸ ਤਰ੍ਹਾਂ ਦੀਆਂ ਗੋਸ਼ਟੀਆਂ, ਚਰਚਾਵਾਂ ਜਾਂ ਪਰਚੇ, ਇਹ ਕਿੰਨੇ ਕੁ ਫਾਇਦੇਮੰਦ ਹੋ ਸਕਦੇ ਨੇ ਸਾਡੀ ਭਾਸ਼ਾ ਲਈ, ਸਾਹਿਤਕਾਰਾਂ ਲਈ, ਨਵੇਂ ਲੇਖਕਾਂ ਲਈ, ਜਾਂ ਓਵਰਆਲ ਜਿਹੜਾ ਹੈਗਾ ਵਰਲਡ ਲਈ। ਤੇ ਉਮੀਦ ਹੈ ਰਾਣਾ ਜੀ ਤੋਂ ਮੈਨੂੰ ਉਸੇ ਤਰ੍ਹਾਂ ਦੇ ਪਰਪੱਕ ਜਵਾਬ ਦੀ, ਜਿਹੜਾ ਕਿ ਸਾਡੇ ਸਾਰਿਆਂ ਦੇ ਮਨ ਦੀ ਤਸੱਲੀ ਬਣੇਗਾ। ਤੇ ਸ਼ਾਇਦ ਜਿਹੜੇ 70% ਲੋਕ ਚੇਂਜ ਨੂੰ ਅਸੈਪਟ ਕਰਨ ਵਜੋਂ ਜਿਹੜਾ ਥੋੜੇ ਹਿਚਕਿਚਾ ਰਹੇ ਨੇ, ਜਿਹੜੇ ਹਜੇ ਸ਼ੋਰ ਨਹੀਂ ਹੈਗੇ ਕਿ ਇਹ ਚੇਂਜ ਦਾ ਹਿੱਸਾ ਬਣੀਏ ਜਾਂ ਨਾ ਬਣੀਏ, ਕਿਤੇ ਇਹ ਵੀ ਭੇੜ ਚਾਲ ਹੀ ਤਾਂ ਨਹੀਂ ਹੈਗੀ, ਜਾਂ ਇਹ ਸਾਰੇ ਹੀ ਕਿਉਂ ਕਰੀ ਜਾਂਦੇ ਆ। ਤੇ ਦੇਖਦੇ ਆ ਕਿ ਉਹਨਾਂ ਲਈ ਤੇ ਸਾਡੇ ਸਾਰਿਆਂ ਲਈ ਜਿਹੜਾ ਹੈਗਾ ਕਿਹੋ ਜਿਹਾ ਜਵਾਬ ਲੈ ਕੇ ਆਉਂਦੇ ਨੇ ਜਸਵੀਰ ਰਾਣਾ ਜੀ। ਹਾਂਜੀ ਮਧੂ ਤਨਹਾ ਜੀ, ਆਖਰੀ ਸਵਾਲ ਹੈ ਜਿਹੜਾ ਤੁਹਾਡਾ, ਇਹ ਵੀ ਬਹੁਤ ਮੁੱਲਵਾਨ ਤੇ ਗੌਰਤਲਬ ਹੈ। ਆਨਲਾਈਨ ਜਿਹੜਾ ਪਲੇਟਫਾਰਮ ਹੈ ਇਸ ਦੇ ਉੱਤੇ ਗੋਸ਼ਟੀਆਂ, ਚਰਚੇ, ਪਰਚੇ, ਕਵੀ ਦਰਬਾਰ, ਕਹਾਣੀ ਦਰਬਾਰ, ਵੱਖ-ਵੱਖ ਮੁੱਦਿਆਂ ਤੇ ਸਰੋਕਾਰਾਂ ਨੂੰ ਲੈ ਕੇ ਜਿਹੜੇ ਸੰਵਾਦ ਰਚਾਏ ਜਾਂਦੇ ਨੇ, ਜਿਵੇਂ ਆਪਾਂ ਅੱਜ ਵੀ ਰਚਾ ਰਹੇ ਹਾਂ ਜੀ, ਵੀ ਇਹ ਕਿੰਨੇ ਕੁ ਫਾਇਦੇਮੰਦ ਹੋ ਸਕਦੇ ਨੇ ਤੇ ਕਿਉਂ? ਜੀ
ਇਸ ਦੇ ਸੰਬੰਧ 'ਚ ਮਧੂ ਤਨਹਾ ਜੀ ਦੋ ਗੱਲਾਂ ਸਾਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ ਔਰ ਚਾਹੀਦੀਆਂ ਨੇ। ਜੀ ਹਰੇਕ ਬੰਦਾ ਜਿਹੜਾ ਆਨਲਾਈਨ ਪਲੇਟਫਾਰਮ ਨਾਲ ਜੁੜਿਆ ਹੋਇਆ ਹੈ, ਜੀ ਦੋ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਅਗਰ ਉਹ ਇਸ ਪਲੇਟਫਾਰਮ ਦੇ ਉੱਤੇ ਖੜਦਾ ਹੈ, ਗੱਲ ਕਰਦਾ ਹੈ, ਕੰਮ ਕਰਦਾ ਹੈ, ਇਸ ਨੂੰ ਵਰਤਦਾ ਹੈ, ਹੂੰ ਤਾਂ ਇਹ ਸਾਡੇ ਵਾਸਤੇ ਬਹੁਤ ਫਾਇਦੇਮੰਦ ਹੈ। ਜੀ ਮਾਫ ਕਰਨਾ। ਅਗਰ ਉਹ ਬੰਦਾ ਇਹ ਦੋ ਗੱਲਾਂ ਧਿਆਨ ਦੇ ਵਿੱਚ ਨਹੀਂ ਰੱਖਦਾ, ਇਹਨਾਂ ਨੂੰ ਤਵੱਕੋ ਨਹੀਂ ਦਿੰਦਾ, ਤਾਂ ਇਹ ਬਹੁਤ ਨੁਕਸਾਨਦਾਇਕ ਹੈ। ਜੀ ਹੁਣ ਦੋ ਗੱਲਾਂ ਕਿਹੜੀਆਂ ਨੇ? ਇੱਕ ਤਾਂ ਹੈ ਅਸਲ, ਇੱਕ ਹੈ ਨਕਲ। ਜੀ ਕੁਦਰਤ ਨੇ ਜਿਹੜਾ ਪਹਿਲਾ ਸਵਾਲ ਕੀਤਾ ਸੀ ਇੱਕ ਦੋਸਤ ਨੇ, ਮੈਂ ਉੱਥੇ ਉਹਦੇ ਨਾਲ ਜੋੜ ਕੇ ਗੱਲ ਕਰਦਾ। ਕੁਦਰਤ ਨੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ, ਤਰੀਕੇ, ਸਾਰਾ ਰਾਸ ਰੰਗ ਹੈ ਜਿਹੜਾ ਜ਼ਿੰਦਗੀ ਦਾ, ਉਹ ਦਿੱਤਾ ਹੋਇਆ ਹੈ। ਕੁਦਰਤ ਅਨੰਤ ਹੈ। ਜੀ ਕੁਦਰਤ ਦਾ ਮਤਲਬ ਹੈ ਕਿ ਅਸਲੀ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਹੱਥ ਲਾ ਕੇ ਵੇਖ ਸਕਦੇ ਹੋ, ਜੀ ਜਿਨ੍ਹਾਂ ਨੂੰ ਤੁਸੀਂ ਨੱਕ ਦੇ ਰਾਹੀਂ ਸੁੰਘ ਸਕਦੇ ਹੋ, ਜੀਭ ਦੇ ਰਾਹੀਂ ਚੱਖ ਸਕਦੇ ਹੋ, ਜਿਨ੍ਹਾਂ ਨੂੰ ਤੁਸੀਂ ਸਾਹਮਣੇ ਲਾਈਵ ਦੇਖ ਕੇ ਮਹਿਸੂਸ ਕਰ ਸਕਦੇ ਹੋ। ਕੁਦਰਤ ਦੇ ਵਿੱਚ ਸਾਰੀਆਂ ਜਿਹੜੀਆਂ ਸ਼ੈਆਂ ਨੇ ਮਨੁੱਖੀ ਜ਼ਿੰਦਗੀ ਦੇ ਵਿੱਚ ਜਿਉਣ ਵਾਸਤੇ ਮਨੁੱਖ ਨੂੰ ਦਿੱਤੀਆਂ ਹੋਈਆਂ ਨੇ ਅਸਲੀ, ਔਰ ਬਿਨਾਂ ਕਿਸੇ ਕੀਮਤ ਦੇ ਦਿੱਤੀਆਂ ਹੋਈਆਂ ਨੇ ਫ੍ਰੀ। ਕੁਦਰਤ ਸਿਰਫ ਮੰਗ ਕਰਦੀ ਹੈ ਕਿ ਮੈਨੂੰ ਵਰਤੋ ਭਾਈ, ਮੇਰੇ ਨਾਲ ਜਿਉਵੋ, ਕੁਦਰਤੀ ਹੋਵੋ, ਅਸਲੀ ਮਨੁੱਖ ਬਣੋ। ਜੀ ਹੁਣ ਜਦੋਂ ਅਸੀਂ ਇਸ ਨੁਕਤਾ ਨਿਗਾਹ ਤੋਂ ਵੇਖਦੇ ਹਾਂ ਇਸ ਗੱਲ ਨੂੰ, ਤਾਂ ਇਹ ਆਨਲਾਈਨ ਪਲੇਟਫਾਰਮ ਨਿਸ਼ਚਿਤ ਤੌਰ ਤੇ ਇੱਕ ਅੰਤਰਰਾਸ਼ਟਰੀ ਮੰਚ ਹੈ। ਜੀ ਇਸ ਨੇ ਸਾਰੇ ਦੇਸ਼ਾਂ ਨੂੰ, ਦੂਰ ਦਰਾਡੇ ਬੈਠੇ ਲੋਕਾਂ ਨੂੰ ਬਹੁਤ ਨਜ਼ਦੀਕ ਕੀਤਾ ਹੈ। ਜੀ ਇਸ ਦੇ ਨਾਲ ਗੱਲਬਾਤ ਦੇ ਜਿਹੜੇ ਬਹੁਤ ਸਾਰੇ ਨਵੇਂ ਧਰਾਤਲ ਨੇ ਉਹ ਉਸਰੇ ਨੇ। ਇਹਦੇ ਵਿੱਚ ਬਹੁਤ ਹੀ ਮੁੱਲਵਾਨ, ਸੰਜੀਦਾ ਤੇ ਗੰਭੀਰ ਗੋਸ਼ਟੀਆਂ, ਚਰਚੇ, ਸੰਵਾਦ ਨੇ ਜਿਹੜੇ ਉਹ ਰਚਾਏ ਜਾਂਦੇ ਨੇ। ਜੀ ਔਰ ਹਰੇਕ ਬੰਦਾ ਆਪੋ ਆਪਣੇ ਖੇਤਰ ਤੇ ਕੰਮ ਅਨੁਸਾਰ ਇਸ ਪਲੇਟਫਾਰਮ ਦੀ ਵਰਤੋਂ ਕਰ ਰਿਹਾ। ਤੁਸੀਂ ਕਿਹਾ ਕਿ 25-30% ਲੋਕ ਨੇ ਜਿਹੜੇ ਉਹ ਈਜ਼ੀਲੀ ਇਹਦੇ ਯੂਜ਼ ਟੂ ਹੋ ਗਏ, ਇਹਦੇ ਅਨੁਸਾਰ ਹੋ ਗਏ, ਤੇ ਉਹਨਾਂ ਵਾਸਤੇ ਇਹ ਸਾਧਨ ਹੈ ਜਿਹੜਾ ਬਹੁਤ ਸੌਖਾ ਤੇ ਬੜਾ ਫਾਇਦੇਮੰਦ ਹੋ ਗਿਆ। ਜੀ 70% ਜਿਹੜੇ ਲੋਕ ਨੇ ਤੁਸੀਂ ਕਿਹਾ ਕਿ ਉਹ ਯੂਜ਼ ਟੂ ਨਹੀਂ ਹੋਏ, ਉਹਨਾਂ ਨੂੰ ਔਖ ਲੱਗਦੀ ਹੈ, ਵੱਖ-ਵੱਖ ਸਮੱਸਿਆਵਾਂ ਨੇ। ਜੀ ਇਸ ਲਈ ਉਹ ਦਚਿੱਤੀ ਦੇ ਵਿੱਚ ਵੀ ਨੇ ਕਿ ਅਸੀਂ ਇਸ ਮੰਚ ਦੇ ਉੱਤੇ ਜਾਈਏ ਜਾਂ ਨਾ ਜਾਈਏ, ਜੀ ਲਾਜ਼ਮੀ ਤੌਰ ਦੇ ਉੱਤੇ ਹੈ। ਹੂੰ ਹੁਣ ਮੈਂ ਜਿਹੜਾ ਹਾਂ, ਮੇਰੀ ਇਹ ਮਾਨਤਾ ਹੈ ਕਿ ਇਹ ਆਨਲਾਈਨ ਪਲੇਟਫਾਰਮ ਬਹੁਤ ਅੱਛਾ ਕੰਮ ਕਰ ਰਿਹਾ ਹੈ। ਇਸ ਨੇ ਬਹੁਤ ਨਵੇਂ ਮੰਚ ਤੇ ਮੌਕੇ ਪੈਦਾ ਕੀਤੇ ਨੇ, ਬਹੁਤ ਸਾਰੇ ਨਵੇਂ ਦਿਸ-ਹੱਦਿਆਂ ਦੀ ਤਲਾਸ਼ ਕੀਤੀ ਹੈ, ਬਹੁਤ ਸਾਰੇ ਨਵੇਂ ਰਚਨਾਕਾਰਾਂ, ਵਿਦਵਾਨਾਂ, ਕਲਾਕਾਰਾਂ ਦੀ ਖੋਜ ਕੀਤੀ ਹੈ ਔਰ ਮੰਚ ਦੇ ਉੱਤੇ ਪ੍ਰਸਤੁਤ ਕੀਤਾ ਹੈ। ਉਹਨਾਂ ਦੀ ਗੱਲ ਨੂੰ, ਆਵਾਜ਼ ਨੂੰ, ਉਹਨਾਂ ਦੇ ਮਸਲੇ ਨੂੰ ਦੂਰ ਦੂਰ ਤੱਕ ਪਹੁੰਚਾਇਆ ਹੈ। ਨਿਰਸੰਦੇਹ ਇੱਕ ਮਾਧਿਅਮ ਵਜੋਂ ਕੋਈ ਸ਼ੱਕ ਨਹੀਂ ਕਿ ਇਹ ਇੱਕ ਬਹੁਤ ਸ਼ਕਤੀਸ਼ਾਲੀ ਮਾਧਿਅਮ ਬਣ ਕੇ ਸਾਡੇ ਜ਼ਿੰਦਗੀ ਦੇ ਵਿੱਚ ਆਇਆ ਹੈ, ਆਨਲਾਈਨ ਜਿਹੜਾ ਪਲੇਟਫਾਰਮ ਹੈ। ਜੀ ਹੁਣ ਇਹ ਸਾਡੇ ਕੋਲ ਜਿਹੜੀ ਮੈਂ ਗੱਲ ਯਾਦ ਰੱਖਣ ਜੋ ਕਹਿ ਰਿਹਾ, ਉਹ ਇਹ ਸਾਨੂੰ ਹਮੇਸ਼ਾ ਦਿਮਾਗ ਦੇ ਵਿੱਚ, ਜ਼ਿਹਨ 'ਚ, ਸੋਚ ਦੇ ਵਿੱਚ ਰਹਿਣੀ ਜ਼ਰੂਰੀ ਹੈ ਕਿ ਇਹ ਇੱਕ ਮਾਧਿਅਮ ਹੈ, ਜੀ ਇਹ ਇੱਕ ਮੰਚ ਹੈ, ਇਹ ਇੱਕ ਪਲੇਟਫਾਰਮ ਹੈ। ਜੀ ਕੋਈ ਵੀ ਬੰਦਾ ਰੇਲਵੇ ਪਲੇਟਫਾਰਮ ਤੇ ਜਾਂਦਾ, ਉੱਥੇ ਹੀ ਨਹੀਂ ਬੈਠਾ ਰਹਿੰਦਾ ਸਾਰੀ ਉਮਰ। ਉਹ ਰੇਲ ਗੱਡੀ ਲੈਣ ਵਾਸਤੇ ਉੱਥੇ ਜਾਂਦਾ ਹੈ। ਜੀ ਉਹ ਕੋਈ ਯਾਤਰਾ ਕਰਨ ਵਾਸਤੇ ਉੱਥੇ ਜਾਂਦਾ ਹੈ। ਜੀ ਔਰ ਯਾਤਰਾ ਕਰਕੇ ਰੇਲ ਗੱਡੀ ਰਾਹੀਂ ਜਿੱਥੇ ਉਸਨੇ ਪਹੁੰਚਣਾ ਹੈ, ਉਹਦੀ ਆਖਰੀ ਮੰਜ਼ਿਲ ਕੋਈ ਹੋਰ ਹੁੰਦੀ ਹੈ। ਜੀ ਪਲੇਟਫਾਰਮ ਬਹੁਤ ਪਿੱਛੇ ਰਹਿ ਜਾਂਦਾ। ਜੀ ਪਲੇਟਫਾਰਮ ਦਾ ਰੋਲ ਇੰਨਾ ਹੀ ਸੀ ਵੀ ਉਹਨੇ ਉਹਨੂੰ ਉਡੀਕ ਕਰਨ ਲਈ ਸਮਾਂ ਦਿੱਤਾ, ਸਥਾਨ ਦਿੱਤਾ ਤੇ ਉਹਦੀ ਸਹਾਇਤਾ ਕੀਤੀ, ਉਹਨੂੰ ਰੇਲ ਗੱਡੀ ਦੇ ਵਿੱਚ ਚੜਾਇਆ। ਜੀ 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 ਹੁਣ ਐਸੇ ਤਰ੍ਹਾਂ ਸਾਨੂੰ ਇਹ ਮੰਚ ਨੂੰ, ਇਸ ਪਲੇਟਫਾਰਮ ਨੂੰ ਸਮਝਣ ਦੀ ਲੋੜ ਆ ਜੀ ਕਿ ਇਹ ਸਾਡਾ ਇੱਕ ਪਲੇਟਫਾਰਮ ਹੈ, ਇਹ ਇੱਕ ਮੰਚ ਹੈ ਜਿੱਥੇ ਜਾ ਕੇ ਅਸੀਂ ਗੱਲ ਕਰਨੀ ਹੈ, ਉਡੀਕ ਕਰਨੀ ਹੈ, ਆਪਣੀ ਗੱਲ ਦਾ, ਕੰਮ ਦਾ, ਰਚਨਾ ਦਾ ਵਿਸਥਾਰ ਕਰਨਾ, ਦੂਰ ਦੂਰ ਤੱਕ ਜਾਣਾ, ਦੂਰ ਦੂਰ ਤੋਂ ਆਏ ਹੋਇਆਂ ਨਾਲ ਜੁੜਨਾ। ਇਹ ਇੱਕ ਮੰਚ ਹੈ, ਇਹ ਇੱਕ ਸਾਧਨ ਹੈ, ਬਹੁਤ ਸ਼ਕਤੀਸ਼ਾਲੀ ਹੈ, ਇਹਦਾ ਬਹੁਤ ਵੱਡਾ ਯੋਗਦਾਨ ਹੈ। ਜੀ ਪਰ ਇਹ ਸਾਡੀ ਦੂਸਰੀ ਗੱਲ ਯਾਦ ਰੱਖਣ ਯੋਗ ਹੈ, ਆਖਰੀ ਠਾਹਰ ਤੇ ਮੰਜ਼ਿਲ ਨਹੀਂ ਹੈ। ਜੀ ਬਿਲਕੁਲ।
ਹੁਣ ਆਪਾਂ ਗੱਲ ਕਰੀਏ ਲੇਖਕ ਦੀ, ਸਾਹਿਤਕਾਰ ਦੀ, ਕਹਾਣੀਕਾਰ ਦੀ। ਜੀ ਲੇਖਕ ਦੀ, ਸਾਹਿਤਕਾਰ ਦੀ, ਕਹਾਣੀਕਾਰ ਦੀ ਆਖਰੀ ਮੰਜ਼ਿਲ ਕਿਤਾਬ ਹੈ। ਜੀ ਲਾਈਵ ਜਿਹੜਾ ਉਹਦਾ ਬੋਲ ਕੇ ਕੀਤੀ ਹੋਈ ਗੱਲਬਾਤ ਹੈ, ਜੀ ਉਹਦਾ ਰੂਬਰੂ ਹੈ। ਜੀ ਕਿਉਂਕਿ ਹਰੇਕ ਵਿਅਕਤੀ ਦਾ, ਹਰੇਕ ਵਸਤੂ ਦਾ ਇੱਕ ਔਰਾ ਹੁੰਦਾ ਹੈ, ਉਹਦਾ ਇੱਕ ਚਿਹਨ ਚੱਕਰ ਹੁੰਦਾ, ਉਹਦਾ ਇੱਕ ਮੈਗਨੈਟਿਕ ਏਰੀਆ ਹੁੰਦਾ ਹੈ। ਬਿਲਕੁਲ ਜਦੋਂ ਅਸੀਂ ਮਨੋਵਿਗਿਆਨਿਕ ਪੁਆਇੰਟ ਆਫ ਵਿਊ ਤੋਂ ਇਸ ਗੱਲ ਨੂੰ ਦੇਖਦੇ ਹਾਂ, ਹੁਣ ਅਸੀਂ ਆਨਲਾਈਨ ਮੰਚ ਦੇ ਉੱਤੇ ਉਹ ਚਿਹਨ ਚੱਕਰ, ਉਹ ਮੈਗਨੈਟਿਕ ਏਰੀਆ, ਉਹ ਔਰਾ ਹੈ ਜਿਹੜਾ, ਉਹਦੇ ਵਿੱਚ ਕਨੈਕਟ ਨਹੀਂ ਹੋ ਪਾਉਂਦੇ। ਸਾਡਾ ਸਿਰਫ ਆਵਾਜ਼, ਸਾਡੀ ਸ਼ਕਲ ਹੈ ਜਿਹੜੀ, ਉਹ ਕਨੈਕਟ ਹੋ ਪਾਉਂਦੀ ਹੈ। ਜੀ ਸਾਡੀ ਗੱਲ ਜਾਂ ਸਾਡੀ ਰਚਨਾ ਕਨੈਕਟ ਹੋ ਪਾਉਂਦੀ ਹੈ। ਬਿਲਕੁਲ ਮੇਰੇ ਅੰਦਰ, ਮੇਰੀ ਸੁਰਤ ਦੇ ਵਿੱਚ ਕੀ ਚੱਲ ਰਿਹਾ, ਇਹ ਗੱਲ ਕਨੈਕਟ ਨਹੀਂ ਹੋ ਪਾਉਂਦੀ। ਜੀ ਹੁਣ ਤੁਸੀਂ ਮੇਰੇ ਅੰਦਰ ਤੱਕ, ਇੱਕ ਕਹਾਣੀਕਾਰ ਦੇ, ਇੱਕ ਰਚਨਾਕਾਰ ਦੇ ਅੰਦਰ ਤੱਕ, ਉਹਦੀ ਕਲਾ ਤੱਕ, ਉਹਦੇ ਹੁਨਰ ਤੱਕ, ਉਹਦੇ ਜ਼ਿਹਨ ਤੱਕ, ਉਹਦੇ ਕਹਾਣੀ ਸੰਸਾਰ ਤੱਕ, ਉਹਦੇ ਕਵਿਤਾ ਸੰਸਾਰ ਤੱਕ, ਉਹਦੇ ਨਾਵਲ ਸੰਸਾਰ ਤੱਕ ਜੀ ਤਦ ਪਹੁੰਚੋਗੇ ਜਦੋਂ ਅਸੀਂ ਕਿਤਾਬ ਤੱਕ ਪਹੁੰਚਦੇ ਹਾਂ। ਜੀ ਹਰੇਕ ਕਵਿਤਾ ਲਿਖੀਏ, ਕਹਾਣੀ ਲਿਖੀਏ, ਨਾਵਲ ਲਿਖੀਏ, ਨਾਟਕ ਲਿਖੀਏ, ਆਲੋਚਨਾ ਲਿਖੀਏ, ਜਾਂ ਅਸੀਂ ਕੋਈ ਗੀਤਕਾਰੀ ਜਾਂ ਗਾਇਕੀ ਦਾ ਕਾਰਜ ਕਰੀਏ, ਜੀ ਸਾਰਿਆਂ ਵਾਸਤੇ ਸਾਡੇ ਲਈ ਇਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਅੰਤਰਰਾਸ਼ਟਰੀ ਮੰਚ ਹੈ। ਪਰ ਸਾਡੀ ਸਾਰਿਆਂ ਦੀ ਮਧੂ ਤਨਹਾ ਜੀ ਆਖਰੀ ਮੰਜ਼ਿਲ ਹੈ ਜਿਹੜੀ, ਉਹ ਕਿਤਾਬ ਹੈ, ਉਹ ਕੁਦਰਤ ਵਾਂਗ ਜਿਹੜੀ ਓਰੀਜਨਲ ਜ਼ਿੰਦਗੀ ਹੈ। ਜੀ ਕਿਉਂਕਿ ਮੈਂ ਦੇਖਿਆ ਕਿ ਤੁਸੀਂ ਜਿਹੜਾ ਕਿਹਾ ਵੀ ਬਹੁ ਗਿਣਤੀ ਲੋਕ ਨੇ ਜਿਹੜੇ ਉਹ ਯੂਜ਼ਡ ਟੂ ਹੋ ਗਏ, ਉਹ ਇੰਨੇ ਯੂਜ਼ਡ ਟੂ ਹੋ ਗਏ ਕਿ ਐਡਿਕਟ ਹੋ ਗਏ। ਜੀ ਉਹ ਇੰਨੇ ਐਡਿਕਟ ਹੋ ਗਏ ਕਿ ਮੋਬਾਈਲ ਐਡਿਕਸ਼ਨ ਸੈਂਟਰ ਖੋਲਣੇ ਪੈਣਗੇ ਜੇਕਰ ਹਾਲਤ ਇਹ ਰਹੀ। ਜੀ ਬਿਲਕੁਲ ਜਿਸ ਤਰ੍ਹਾਂ ਡਰੱਗ ਐਡਿਕਸ਼ਨ ਸੈਂਟਰ ਸਾਨੂੰ ਖੋਲਣੇ ਪੈ ਰਹੇ ਨੇ। ਜੀ ਨਸ਼ਾ ਇੰਨਾ ਹੋ ਗਿਆ। ਬਿਲਕੁਲ ਅਗਰ ਉਹ ਵੱਖ-ਵੱਖ ਚੀਜ਼ਾਂ ਦਾ ਨਸ਼ਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਹੱਦ ਤੇ ਜਾ ਕੇ ਇਹ ਮੰਚ ਵੀ ਸਾਡੇ ਵਾਸਤੇ 1.5 GB ਦਾ ਨਸ਼ਾ ਬਣ ਜਾਂਦਾ ਹੈ। ਖੂਬ 1.5 GB ਦੇ ਨਸ਼ੇ ਤੋਂ ਛੁਟਕਾਰਾ ਪਾਉਣ ਵਾਸਤੇ ਸਾਨੂੰ ਫਿਰ ਐਡਿਕਸ਼ਨ ਸੈਂਟਰ ਖੋਲਣੇ ਪੈਣਗੇ। ਮੇਰੀ ਇਹ ਇੱਥੇ ਖਾਸ ਗੱਲ, ਮੈਂ ਇਸ ਗੱਲ ਦੇ ਉੱਤੇ ਫੋਕਸ ਕਰਨਾ ਚਾਹੁੰਦਾ, ਵਿਚਾਰ ਤੇ ਗੱਲ ਇਹ ਹੈ ਕਿ ਅਸੀਂ ਅਸਲ ਮੰਜ਼ਿਲ ਹੈ ਜਿਹੜੀ ਇੱਕ ਰਚਨਾਕਾਰ ਦੀ, ਸਾਹਿਤਕਾਰ ਦੀ, ਕਲਾਕਾਰ ਦੀ, ਉੱਥੇ ਤੱਕ ਯਾਤਰਾ ਕਰਨ ਲਈ ਇਸ ਨੂੰ ਇੱਕ ਮੰਚ, ਮਾਧਿਅਮ ਤੇ ਪਲੇਟਫਾਰਮ ਦੇ ਤੌਰ ਤੇ 100% ਵਰਤੀਏ, ਬੜੀ ਸ਼ਿੱਦਤ ਨਾਲ ਵਰਤੀਏ, ਹਰ ਰੂਪ ਚ ਵਰਤੀਏ। ਜੀ ਪਰ ਸਾਨੂੰ ਇਸ ਗੱਲ ਦਾ ਬਕਾਇਦਾ ਧਿਆਨ ਰਹੇ, ਸਾਡੇ ਮੱਥੇ 'ਚ ਇਹ ਗੱਲ ਜਗਦੀ ਰਹੇ ਦੀਵਾ ਬਣ ਕੇ, ਕਿ ਸਾਡੀ ਆਖਰੀ ਮੰਜ਼ਿਲ ਕਿਤਾਬ ਹੈ, ਅਸਲੀ ਕਹਾਣੀ ਹੈ। ਲੋਕ, ਮੈਂ ਇੱਥੋਂ ਤੱਕ ਦੇਖਿਆ ਮਧੂ ਤਨਹਾ ਜੀ, ਕਿ ਅਸਲੀ ਜਿਹੜਾ ਬੰਦਾ ਬੈਠਾ ਹੈ, ਜਿਵੇਂ ਮੈਂ ਤੁਹਾਡੇ ਸਾਹਮਣੇ ਬੈਠਾ, ਮੰਨ ਲਓ ਅਸਲ 'ਚ ਜੀ ਆਮੋ ਸਾਹਮਣੇ ਬੈਠੇ ਆ, ਜੀ ਬਹੁਤ ਸਾਰੇ ਮੈਂ ਲੋਕ ਦੇਖਿਆ ਸਾਹਮਣੇ ਬੈਠੇ ਬੰਦੇ ਵੱਲ ਦੇਖ ਨਹੀਂ ਰਹੇ, ਮੋਬਾਈਲ ਦੇ ਵਿੱਚ ਜਿਹੜਾ ਬੰਦਾ ਦਿਸ ਰਿਹਾ ਉਹਦੇ ਵੱਲ ਦੇਖ ਰਹੇ ਨੇ। ਬਿਲਕੁਲ ਦੂਰ ਬੈਠਾ ਜਿਹੜਾ, ਉਹਦੇ ਨਾਲ ਗੱਲ ਕਰ ਰਹੇ ਨੇ। ਬਿਲਕੁਲ ਉਹ ਲੰਘੇ ਜਾ ਰਹੇ ਨੇ, ਕਿਸੇ ਰੁੱਖ ਦੇ ਵੱਲ ਉਹਨਾਂ ਨੇ ਦੇਖਿਆ ਨਹੀਂ, ਪਰ ਮੋਬਾਈਲ ਦੇ ਵਿੱਚ ਰੁੱਖ ਦੀ ਫੋਟੋ ਡਿਜ਼ਾਈਨ ਕਰਕੇ ਭੇਜ ਰਹੇ ਨੇ ਮੈਸੇਜ। ਇੱਕ ਗੁਲਾਬ ਦਾ ਫੁੱਲ ਹੈ ਜਿਹੜਾ, ਗੱਲਾਂ ਕਰਦੇ, ਮੋਬਾਈਲ ਸੁਣਦੇ, ਪਾਰਕ ਦੇ ਵਿੱਚ ਤੁਰੇ ਜਾਂਦੇ ਜਾਂਦੇ ਐ ਤੋੜ ਕੇ ਮਰੋੜ ਕੇ ਸਿੱਟ ਦਿੰਦੇ ਨੇ, ਔਰ ਜਦੋਂ ਮੈਸੇਜ ਕਰਦੇ ਨੇ ਸਵੇਰੇ ਗੁੱਡ ਮਾਰਨਿੰਗ ਦਾ, ਗੁਲਾਬ ਦੇ ਫੁੱਲ ਦੀ ਫੋਟੋ ਹੁੰਦੀ ਹੈ। ਵਾਹ ਵਾਹ ਜੀ। ਇਹ ਜਿਹੜੇ ਤੁਹਾਡੀ ਸੋਚ ਦੇ, ਤੁਹਾਡੇ ਕਰਮ ਦੇ, ਤੁਹਾਡੇ ਅੰਤਕਰਨ ਦੇ ਕੰਟਰਾਡਿਕਸ਼ਨ ਨੇ, ਸਵੈ ਵਿਰੋਧ ਨੇ। ਇੱਕ ਲੇਖਕ ਨੂੰ, ਇੱਕ ਰਚਨਾਕਾਰ ਨੂੰ, ਇੱਕ ਕਲਾਕਾਰ ਨੂੰ ਲਾਜ਼ਮੀ ਤੌਰ ਦੇ ਉੱਤੇ ਇਹਨਾਂ ਅੰਤਰ ਵਿਰੋਧਾਂ ਬਾਰੇ ਸਪਸ਼ਟ ਹੋਣਾ ਪਊਗਾ। ਜਿੰਨੇ ਅਸੀਂ ਸਪਸ਼ਟ ਹੋਵਾਂਗੇ, ਜਿੰਨੀ ਸਾਡੀ ਕਲੈਰਿਟੀ ਹੋਊਗੀ, ਉਨਾ ਹੀ ਸਾਡੇ ਵਾਸਤੇ ਇਹ ਆਨਲਾਈਨ ਪਲੇਟਫਾਰਮ ਫਾਇਦੇਮੰਦ ਹੋਊਗਾ। ਅਗਰ ਅਸੀਂ ਸਿਰਫ ਪਲੇਟਫਾਰਮ ਤੇ ਮੰਚ ਦੇ ਉੱਤੇ ਹੀ ਬੈਠੇ ਰਹੇ ਤਾਂ ਮਧੂ ਤਨਹਾ ਜੀ ਗੱਡੀ ਲੰਘ ਜੂਗੀ, ਸਾਡੀ ਯਾਤਰਾ ਹੈ ਜਿਹੜੀ ਉਹ ਰਹਿ ਜੂਗੀ। ਅਸੀਂ ਆਪਣੀ ਅੰਤਿਮ ਮੰਜ਼ਿਲ ਕਿਤਾਬ, ਸਾਹਿਤ ਦੀ ਹਰ ਵਿਧਾ ਤੱਕ ਨਹੀਂ ਪਹੁੰਚ ਸਕਾਂਗੇ, ਕਿਉਂਕਿ ਇਸ ਖੇਤਰ ਦੇ ਵਿੱਚ ਅਨੰਤ ਯਾਤਰਾ ਹੈ। ਇੱਥੇ ਕਿਸੇ ਵੀ ਪਲੇਟਫਾਰਮ ਤੇ, ਕਿਸੇ ਪੜਾਅ ਦੇ ਉੱਤੇ ਰੁਕਣਾ ਰਚਨਾ ਦੀ ਤੇ ਰਚਨਾਕਾਰ ਦੀ ਮੌਤ ਦੇ ਸਮਾਨ ਹੁੰਦੀ ਹੈ ਗੱਲ। ਇੱਥੇ ਅਸੀਂ ਲਗਾਤਾਰ ਲਿਖਣਾ ਪੜ੍ਹਨਾ ਹੁੰਦਾ ਹੈ, ਤੇ ਅਸਲ ਨਾਲ ਜੁੜ ਕੇ ਲਿਖਣਾ ਪੜ੍ਹਨਾ ਹੁੰਦਾ ਹੈ, ਔਰ ਰਚਨਾਕਾਰੀ ਕਰਨੀ ਹੁੰਦੀ ਹੈ। ਸੋ ਇਹ ਹੈਗੇ ਤਾਂ ਬਹੁਤ ਅੱਛੇ ਨੇ, ਪਰ ਅਗਰ ਅਸੀਂ ਇਹਨਾਂ ਨੂੰ ਸਿਰਫ ਸ਼ਕਲਾਂ ਦਿਖਾਉਣ ਵਾਸਤੇ, ਆਪਣੇ ਕੱਪੜੇ ਦਿਖਾਉਣ ਵਾਸਤੇ, ਜਾਂ
ਆਪਣੀ ਪਰਸਨੈਲਿਟੀ ਦਿਖਾਉਣ ਵਾਸਤੇ, ਹੋਰਾਂ ਦੀ ਦੇਖਣ ਵਾਸਤੇ, ਕਮੈਂਟ ਲੈਣ ਵਾਸਤੇ, ਕਮੈਂਟ ਦੇਣ ਵਾਸਤੇ, ਹਨਾ, ਟਾਈਮ ਪਾਸ ਵਾਸਤੇ ਯੂਜ਼ ਕਰਦੇ ਆ ਇਸ ਆਨਲਾਈਨ ਮੰਚ ਨੂੰ ਤੇ ਪਲੇਟਫਾਰਮ ਨੂੰ, ਤਾਂ ਇਹ ਸਾਡੇ ਲਈ ਵੀ ਔਰ ਸਾਰੇ ਰਚਨਾਕਾਰਾਂ, ਸਾਹਿਤਕ ਜਗਤ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੈ। ਜੀ ਜੀ ਕਿਉਂਕਿ ਉਸ ਟਾਈਮ ਅਸੀਂ ਕਿੰਨੀਆਂ ਕੁ ਕਹਾਣੀ ਦੇ, ਰਚਨਾਕਾਰੀ ਦੇ ਸੱਚੇ ਪੁੱਤ ਸਪੁੱਤ ਹੈ ਜਿਹੜੇ, ਉਹ ਸਾਬਿਤ ਹੋ ਸਕੀਏ। ਕਿਉਂਕਿ ਸਾਹਿਤ ਹੈ ਜਿਹੜਾ, ਸਮਾਂ ਹੈ, ਇਹ ਯੁੱਗ ਹੈ, ਸਾਤੋਂ ਮੰਗ ਕਰਦਾ ਹੈ ਕਿ ਅਸੀਂ ਸਾਰੇ ਸਾਧਨਾਂ ਨਾਲ ਤਾਂ ਸੰਪੰਨ ਹੋਈਏ। ਜੀ ਧਿਆਨ ਨਾਲ ਸੁਣਿਓ, ਹਾਂਜੀ, ਸਮਾਂ ਤੇ ਸਾਡਾ ਸਾਰਾ ਇਹ ਜਿਹੜਾ ਸਾਤੋਂ ਮੰਗ ਕਰਦਾ ਯੁੱਗ ਕਿ ਅਸੀਂ ਸਾਰੇ ਸਾਧਨਾਂ ਦੇ ਨਾਲ ਤਾਂ ਅਪਡੇਟ ਹੋਈਏ, ਸੰਪੰਨ ਹੋਈਏ, ਪਰ ਸਾਧਨਾ ਕਰਨੀ ਨਾ ਛੱਡੀਏ। ਵਾਹ, ਅਗਰ ਸਾਤੋਂ ਸਾਡੀ ਸਾਹਿਤ ਸਾਧਨਾ ਛੁੱਟ ਜਾਂਦੀ ਹੈ ਤਾਂ ਐਡੂ ਵੱਡਾ ਸ਼ਰਾਪ ਕੋਈ ਨਹੀਂ, ਐਡੂ ਵੱਡਾ ਨੁਕਸਾਨ ਕੋਈ ਨਹੀਂ। ਮੈਂ ਉਮੀਦ ਕਰਦਾ ਕਿ ਆਪਾਂ ਸਾਰੇ ਲੋਕ, ਸੁਣਨ ਵਾਲੇ, ਬੋਲਣ ਵਾਲੇ, ਪੜ੍ਹਨ ਵਾਲੇ, ਇੱਕ ਦੂਸਰੇ ਤੋਂ ਵੱਧ ਕੇ ਬਹੁਤ ਸਿਆਣੇ ਆ ਔਰ ਆਪਾਂ ਠੀਕ ਤਰੀਕੇ ਨਾਲ ਇਹਨੂੰ ਪ੍ਰਯੋਗ ਕਰ ਰਹੇ ਹਾਂ, ਪਰ ਇਹ ਤਰੀਕਾ ਕਾਫੀ ਨਹੀਂ। ਮੈਨੂੰ ਨਿੱਜੀ ਤੌਰ ਦੇ ਉੱਤੇ ਮਹਿਸੂਸ ਹੁੰਦਾ ਕਿ ਹੋਰ ਲੋੜ ਆ। ਜਿਵੇਂ ਅੱਜ ਮੈਂ ਆਪਣੀ ਉਦਾਹਰਨ ਦਵਾਂ, ਮੈਨੂੰ ਐਡਿਕਟ ਹੋਇਆ, ਮੈਂ ਆਦੀ ਹੋਇਆ ਜ਼ੂਮ ਐਪ ਦੇ ਉੱਤੇ ਬੱਚਿਆਂ ਨਾਲ, ਟੀਚਰਾਂ ਨਾਲ ਗੱਲ ਕਰਨੀ ਹੈ। ਜ਼ੂਮ ਐਪ ਚੱਲਦੀ ਹੈ। ਤੁਸੀਂ ਅੱਜ ਵਿਕਰਮ ਸੇਖੋ ਉਹਨਾਂ ਨੇ ਥੋੜੀ ਜੀ ਉਹਦੇ ਵਿੱਚ ਚੇਂਜ ਕਰਤੀ ਕਿ ਭਾਈ ਇਹ ਮੈਸੇਂਜਰ ਦੇ ਉੱਤੇ ਚੱਲੂਗਾ, ਇਹ ਭਾਈ ਈਮੇਲ ਦੇ ਉੱਤੇ ਚੱਲੂਗਾ, ਇਹਦਾ ਲਿੰਕ ਆ ਹੈ। ਮੈਂ ਮਧੂ ਤਨਹਾ ਜੀ ਉਸ ਦੇ ਵਿੱਚ ਇੰਨਾ ਉਲਝਿਆ ਕਿ ਮੈਨੂੰ ਪਤਾ ਹੀ ਨਾ ਲੱਗੇ ਮੈਂ ਕਰਨਾ ਕੀ ਹੈ। ਮੈਂ ਵਾਰ-ਵਾਰ ਕਹਾਂ ਵੀ ਭਲੇ ਮਾਨਸੋ, ਉਹ ਭਾਈ ਸਾਹਿਬ ਤੁਸੀਂ ਜ਼ੂਮ ਐਪ ਦੇ ਉੱਤੇ ਆ ਜਾਓ, ਮੇਰੇ ਵਾਸਤੇ ਉਹ ਸੌਖਾ ਹੈ। ਮੈਂ ਕਿਹਾ ਜੀ ਇਹ ਚੱਕਰ ਜਿਹੜਾ ਚੱਲ ਰਿਹਾ ਨਾ ਤੁਹਾਡੇ ਵਾਸਤੇ ਤਾਂ ਇਹ ਤੁਸੀਂ ਯੂਜ਼ ਟੂ ਹੋਏ ਹੋ, ਮੈਂ ਉਹ 70% ਬੰਦਿਆਂ ਦੇ ਵਿੱਚੋਂ ਆ ਜਿਹੜੇ ਅਜੇ ਯੂਜ਼ ਟੂ ਹੋਏ ਨਹੀਂ। ਮੈਂ ਪੜ੍ਹਦਾ ਬਹੁਤ ਸੋਹਣਾ, ਲਿਖਦਾ ਬਹੁਤ ਸੋਹਣਾ, ਮੇਰੀ ਡੈਡੀਕੇਸ਼ਨ ਤੇ ਕਮਿਟਮੈਂਟ 100% ਉਹਦੇ ਨਾਲ ਹੈ ਜੀ। ਪਰ ਜਦੋਂ ਮੈਨੂੰ ਕਿਹਾ ਜਾਂਦਾ ਹੈ ਕਿ ਆ ਚੇਂਜ ਹੋਊਗੀ, ਤੁਸੀਂ ਹੁਣ WhatsApp ਉੱਤੇ ਆ ਜਾਓ, ਮੈਸੇਂਜਰ ਤੇ ਹੁਣ ਈਮੇਲ ਦੇ ਉੱਤੇ ਆ ਜਾਓ, ਹੁਣ ਆਹ ਆਈਡੀ ਲੈ ਲਓ, ਹੁਣ ਤੁਸੀਂ ਇੱਥੋਂ ਕਲਿੱਕ ਕਰ ਦਿਓ, ਹੁਣ ਤੁਸੀਂ ਆਹ ਦੱਬ ਦਿਓ, ਹੁਣ ਤੁਸੀਂ ਆਹ ਛੱਡ ਦਿਓ, ਉਸ ਦੇ ਵਿੱਚ ਮੇਰਾ ਜਿਹੜਾ ਕਨਸੈਂਟਰੇਸ਼ਨ ਹੈ ਗੱਲ ਦੇ ਉੱਤੋਂ ਉਹ ਹਿੱਲ ਜਾਂਦਾ, ਮੈਂ ਡਿਸਟਰਬ ਹੋ ਜਾਂਦਾ। ਮੈਨੂੰ 2 ਘੜੀਆਂ ਲੱਗਿਆ ਕਿ ਮੇਰੇ ਤਾਂ ਸਾਰੇ ਜਵਾਬ ਮੈਂ ਜਿਹੜੇ ਦੇਣੇ ਨੇ ਫੇਡ ਆਊਟ ਹੋ ਗਏ ਦਿਮਾਗ ਚੋਂ। ਮੈਨੂੰ ਤਾਂ ਆਹ ਲਿੰਕ ਲੱਭਣ ਚ ਹੀ ਸਾਰੀ એનર્ਜੀ ਵੇਸਟ ਹੋ ਰਹੀ ਹੈ ਯਾਰ ਮੇਰੀ। ਹੁਣ ਹਰੇਕ ਬੰਦੇ ਨੂੰ ਮੈਂ ਚਾਹੁੰਦਾ ਕਿ ਮੇਰੇ ਵਰਗਾ ਨਹੀਂ ਬਣਨਾ ਚਾਹੀਦਾ ਜੀ, ਉਸ ਨੂੰ ਬਕਾਇਦਾ ਤੌਰ ਦੇ ਉੱਤੇ ਉਹ 30% ਲੋਕ ਨੇ ਜਿਹੜੇ ਉਹਨਾਂ ਚ ਵਾਧਾ ਕਰਨਾ ਚਾਹੀਦਾ, ਪਰ ਉਸ ਬੰਦੇ ਨੂੰ ਮੇਰੀ ਵਰਗੀ ਡੈਡੀਕੇਸ਼ਨ, ਕਮਿਟਮੈਂਟ ਤੇ ਸਾਧਨਾ ਜਿਹੜੀ ਉਹ ਵੀ ਨਹੀਂ ਛੱਡਣੀ ਚਾਹੀਦੀ। ਬਿਲਕੁਲ ਸਾਰੇ ਜਾਣੇ ਨੇ ਜਿਹੜੇ ਉਹ ਐਕਸਚੇਂਜ ਕਰ ਲੈਣ ਤਾਂ ਕਿ ਗੱਲ ਹੈ ਜਿਹੜੀ ਉਹ ਤੁਰਦੀ ਰਹੇ ਔਰ ਗੱਲ ਬੜੀ ਖੂਬਸੂਰਤ ਹੋਵੇ। ਇਸ ਬਾਰੇ ਮੈਂ ਇੰਨਾ ਕੀ ਕਹਿਣਾ ਚਾਹੁੰਦਾ ਸੀ। ਥੈਂਕ ਯੂ ਸੋ ਮਚ ਰਾਣਾ ਜੀ। ਪਹਿਲਾਂ ਤਾਂ ਹੋਰ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਮੈਂ ਸੌਰੀ ਕਹਿੰਦੀ ਆ ਕਿ ਅਸੀਂ ਤੁਹਾਨੂੰ ਅੱਜ ਥੋੜਾ ਕਨਫਿਊਜ਼ ਕਰਤਾ ਐਪਸ ਦੇ ਨਾਲ। ਕੋਈ ਗੱਲ ਨਹੀਂ। ਅਸੀਂ ਵੀ ਜਿਵੇਂ ਕੋਈ ਵੀ ਬੰਦਾ ਕੋਈ ਨਵੀਂ ਚੀਜ਼ ਲੈਂਦਾ ਹੈ ਨਾ, ਕੋਈ ਹਲ ਆਇਆ ਤਾਂ ਫਿਰ ਉਹਨੂੰ ਹੋਰ ਅਪਗ੍ਰੇਡਡ ਵਰਜ਼ਨ ਆਇਆ, ਹੋਰ ਅਪਗ੍ਰੇਡਡ ਆਈ, ਕੋਈ ਪਹਿਲਾਂ ਸਾਈਕਲ ਬਣਿਆ, ਫਿਰ ਮੋਟਰਸਾਈਕਲ ਬਣਿਆ, ਕਾਰ ਬਣੀ, ਜਹਾਜ਼ ਬਣੇ। ਇਸੇ ਤਰ੍ਹਾਂ ਐਪਸ ਦੇ ਜਿਹੜੇ ਹੈਗੇ ਨੇ ਅਪਡੇਟਡ ਵਰਜ਼ਨ ਆਉਂਦੇ ਰਹਿੰਦੇ ਨੇ, ਤੇ ਅਸੀਂ ਸੋਚਿਆ ਸੀ ਕਿ ਅੱਜ ਕੁਛ ਨਵਾਂ ਟਰਾਈ ਕਰਦੇ ਹਾਂ। ਬਟ ਉਹੀ ਗੱਲ ਕਿ ਚੇਂਜ ਜਿਹੜੀ ਹੈਗੀ ਆ ਉਹ ਇੰਨੀ ਆਸਾਨ ਨਹੀਂ ਹੁੰਦੀ, ਖਾਸ ਕਰਕੇ ਜਿਹੜੀ ਟੈਕਨੋਲੋਜੀ ਆ ਉਹ ਬਹੁਤ ਜਿਹੜਾ ਗੰਭੀਰ ਤੇ ਬਹੁਤ ਜਿਹੜੇ ਧਿਆਨ ਮੰਗਦੀ ਹੈ, ਤੇ ਕਈ ਵਾਰੀ ਆਪਾਂ ਕਨਫਿਊਜ਼ ਹੋ ਜਾਂਦੇ ਹਾਂ। ਐਂਡ ਤੁਹਾਡਾ ਜਿਹੜਾ ਹੈਗਾ ਜਵਾਬ ਸਾਨੂੰ ਬਿਲਕੁਲ ਇਸ ਚੀਜ਼ ਤੇ ਲੈ ਕੇ ਚੱਲਿਆ ਕਿ ਬਹੁਤਾਤ ਜਿਹੜੀ ਹੈ ਉਹ ਕਿਸੇ ਵੀ ਚੀਜ਼ ਦੀ ਮਾੜੀ ਹੁੰਦੀ ਹੈ। ਕੋਈ ਵੀ ਚੀਜ਼ ਇੱਕ ਲਿਮਿਟ ਤੱਕ ਜਿਹੜਾ ਹੈਗਾ ਉਹ ਬਹੁਤ ਵਧੀਆ ਲੱਗਦੀ ਹੈ। ਹਰ ਚੀਜ਼ ਜੇ ਆਪਾਂ ਕਹੀਏ ਕਿ ਵਿਚਾਰ ਗੋਸ਼ਟੀਆਂ ਜਾਂ ਜਿਹੜੇ ਸੈਮੀਨਾਰ ਨੇ ਉਹ ਪਰਸਨਲੀ ਹੋਣੇ ਚਾਹੀਦੇ ਆ, ਮੀਟਿੰਗਸ ਵੀ ਹੋਣੀਆਂ ਚਾਹੀਦੀਆਂ, ਤਾਂ ਸ਼ਾਇਦ ਉਹਦੇ 'ਚ ਵੀ ਬਹੁਤ ਸਾਰੇ ਲੋਕ ਕਤਰਾ ਜਾਂਦੇ ਆ, ਕਿਉਂਕਿ ਬਹੁਤ ਸਾਰੇ ਲੋਕ ਆਪਦੇ ਪਰਿਵਾਰ 'ਚੋਂ ਜਾਂ ਨੌਕਰੀਆਂ ਦੇ ਵਿੱਚੋਂ ਇੰਨਾ ਸਮਾਂ ਨਹੀਂ ਕੱਢ ਸਕਦੇ ਕਿ ਉਹ ਹਰ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਣ। ਫਿਰ ਜੇ ਆਪਾਂ ਕਹੀਏ ਕਿ ਹਰ ਪਰਸਨ ਨੂੰ ਆਪਾਂ ਔਨਲਾਈਨ ਲਈਏ, ਤਾਂ ਜਿਵੇਂ ਇਹਨਾਂ ਪ੍ਰੋਗਰਾਮਾਂ ਦੇ ਵਾਸਤੇ ਹੀ ਬਹੁਤ ਸਾਰੇ ਰਾਈਟਰਸ ਨਾਲ ਜਿਹੜਾ ਅਸੀਂ
ਸੰਪਰਕ ਕੀਤਾ ਤੇ ਉਹਨਾਂ ਨੇ ਆਪਦੀ ਜਿਹੜੀ ਹੈਗੀ ਹੈ ਇਹ ਮਜਬੂਰੀ ਦਰਸਾਈ ਕਿ ਉਹ ਟੈਕਨੋਲੋਜੀ ਦੇ ਇੰਨਾ ਨੇੜੇ ਨਹੀਂ ਹੈਗੇ ਤੇ ਉਹ ਕੋਈ ਜ਼ਿਆਦਾ ਮੈਸੇਜ ਤੋਂ ਜ਼ਿਆਦਾ ਹੋਰ ਇਸਤੇਮਾਲ ਨਹੀਂ ਕਰਦੇ ਫੋਨ ਦਾ। ਤੇ ਉਦੋਂ ਸਾਨੂੰ ਇਹ ਅਹਿਸਾਸ ਹੋਇਆ ਕਿ ਹਰ ਪਰਸਨ ਨੂੰ ਤੁਸੀਂ ਜਿਹੜਾ ਹੈਗਾ ਉਹ ਟੈਕਨੋਲੋਜੀ ਦੇ ਨਾਲ ਨਹੀਂ ਜੋੜ ਸਕਦੇ, ਜਿਵੇਂ ਕਿ ਹਰ ਪਰਸਨ ਨੂੰ ਜਿਹੜਾ ਹੈਗਾ ਤੁਸੀਂ ਪਰਸਨਲ ਪ੍ਰੋਗਰਾਮਸ ਦੇ ਵਿੱਚ ਜਾਂ ਜਿਹੜੇ ਫੰਕਸ਼ਨ ਹੁੰਦੇ ਨੇ, ਸੈਮੀਨਾਰ ਹੁੰਦੇ ਨੇ, ਫਿਜ਼ੀਕਲੀ ਉੱਥੇ ਨਹੀਂ ਬੁਲਾ ਸਕਦੇ ਹਰ ਵਾਰ। ਤੇ ਸਾਡਾ ਅਸੀਂ ਪੰਜਾਬੀ ਸਾਥ ਮੈਲਬਰਨ ਤੇ AU ਪੰਜਾਬੀ ਚੈਨਲ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜੁੜੇ ਲਗਾਤਾਰ 2 ਪ੍ਰੋਗਰਾਮਾਂ ਦੇ ਵਿੱਚ ਤੇ ਸਾਨੂੰ ਬਹੁਤ ਸਾਰੀ ਜਿਹੜੀ ਹੈਗੀ ਹੈ ਜਾਣਕਾਰੀ ਦਿੱਤੀ, ਜਿਹੜੀ ਨਵੇਂ ਰਾਈਟਰਸ ਨੂੰ, ਨਵੀਆਂ ਕਲਮਾਂ ਨੂੰ ਤੇ ਜਿਹੜੇ ਹੈਗੇ ਨਵੇਂ ਕਹਾਣੀਕਾਰ ਜਾਂ ਕੋਈ ਕਿਸੇ ਵੀ ਗਲਪ ਦੇ ਕਿਸੇ ਵੀ ਵਿਸ਼ੇ ਨੂੰ ਛੂੰਹਦੇ ਹੋਏ ਲੇਖਕ ਜਿਹੜੇ ਹੈਗੇ ਨੇ ਉਹਨਾਂ ਲਈ ਬਹੁਤ ਜਿਹੜੀ ਹੈਗੀ ਆ ਬਹੁਮੁੱਲੀਆਂ ਅਣਮੁੱਲੀਆਂ ਸਾਬਤ ਹੋਣਗੀਆਂ। ਜਾਣ ਤੋਂ ਇੱਕ ਗੱਲ ਹੋਰ ਕਰਨੀ ਹੈ ਬਸ ਛੋਟੀ ਜੀ। ਹਾਂਜੀ ਹਾਂਜੀ ਜ਼ਰੂਰ। ਆਪਾਂ ਜਿਹੜੀ ਅੱਜ ਗੱਲਬਾਤ ਕੀਤੀ ਹੈ ਸਵਾਲਾਂ ਜਵਾਬਾਂ ਦੇ ਰੂਪ ਚ ਜੀ, ਲਾਜ਼ਮੀ ਤੌਰ ਦੇ ਉੱਤੇ ਮੈਨੂੰ ਯਕੀਨ ਹੈ ਕਿ ਆਸਟ੍ਰੇਲੀਆ ਦੀ ਪੰਜਾਬੀ ਕਹਾਣੀ ਹੈ ਜਿਹੜੀ ਆਪਣੀ ਗੱਲ ਜਿੱਥੋਂ ਤੁਰੀ ਸੀ ਜੀ, ਕਿ ਇਸ ਗੱਲਬਾਤ ਤੋਂ ਬਾਅਦ ਲਾਜ਼ਮੀ ਤੌਰ ਦੇ ਉੱਤੇ ਜਿਹੜੇ ਲੁਕਵੇਂ ਕਹਾਣੀਕਾਰ ਨੇ, ਜਿਹੜੇ ਛੁਪੇ ਹੋਏ ਨੇ, ਜਿਨ੍ਹਾਂ ਦੀ ਤਲਾਸ਼ ਕਰਨੀ ਹੈ ਆਪਾਂ ਨੇ ਬਾਹਰ ਲੈ ਕੇ ਆਉਣਾ ਜੀ। ਜਿਵੇਂ ਆਪਾਂ ਗੱਲ ਕੀਤੀ ਸੀ ਕਿ ਕਹਾਣੀ ਮੁਕਾਬਲੇ ਕਰਾਏ ਜਾ ਸਕਦੇ ਨੇ, ਕਹਾਣੀ ਪਾਠ ਕਰਾਏ ਜਾ ਸਕਦੇ ਨੇ, ਉਹਨਾਂ ਨੂੰ ਇਨਾਮ ਸਨਮਾਨ ਮੁਕਾਬਲਿਆਂ 'ਚ ਪਹਿਲੇ, ਦੂਜੇ, ਤੀਜੇ, 10ਵੇਂ ਨੰਬਰ ਤੱਕ ਦੇ ਕੇ ਉਤਸ਼ਾਹਿਤ ਕੀਤਾ ਜਾ ਸਕਦਾ ਹੈ ਔਰ ਉਹਨਾਂ ਦੀ ਇੱਕ ਕਿਤਾਬ ਸੰਪਾਦਿਤ ਕੀਤੀ ਜਾ ਸਕਦੀ ਹੈ। ਅਸੀਂ ਜਿਹੜੇ ਉਹ ਤਰੀਕਿਆਂ ਦੀ, ਜੁਗਤਾਂ ਦੀ ਜਾਂ ਮੈਥਡਾਂ ਦੀ ਗੱਲ ਕੀਤੀ, ਮੈਂ ਲਾਜ਼ਮੀ ਤੌਰ ਦੇ ਉੱਤੇ ਅੱਜ ਦੀ ਗੱਲਬਾਤ ਤੋਂ ਇਹ ਪ੍ਰਭਾਵ ਕਬੂਲ ਰਿਹਾ ਕਿ ਆਉਣ ਵਾਲੇ ਸਮੇਂ 'ਚ ਜਦੋਂ ਵੀ ਆਪਾਂ ਗੱਲ ਕਰਾਂਗੇ, ਜਿਵੇਂ ਆਪਣੇ ਕੋਲ ਹੁਣ ਹਰਵਿੰਦਰ ਚਾਹਲ ਤੇ ਜੱਸੀ ਧਾਲੀਵਾਲ 2 ਕਹਾਣੀਕਾਰ ਆਪਣੇ ਗੱਲਬਾਤ ਦੇ ਵਿੱਚ, ਦੋਨੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਨੂੰ ਲੱਭੇ ਨੇ ਜੀ। ਮੈਂ ਉਮੀਦ ਕਰਦਾ ਕਿ ਆਉਣ ਵਾਲਾ ਜਿਹੜਾ ਪ੍ਰੋਗਰਾਮ ਹੋਊਗਾ, ਆਪਣਾ ਸੰਵਾਦ ਹੋਊਗਾ, ਲਾਜ਼ਮੀ ਤੌਰ ਦੇ ਉੱਤੇ ਉਹਦੇ ਵਿੱਚ 4 ਨਹੀਂ 5 ਕਹਾਣੀਕਾਰ ਸ਼ਾਮਿਲ ਹੋਣਗੇ, ਮੈਨੂੰ ਐਂ ਲੱਗਦਾ ਹੈ। ਆਮੀਨ, ਬਿਲਕੁਲ। ਔਰ ਕਾਫਲਾ ਲਾਜ਼ਮੀ ਤੌਰ ਦੇ ਉੱਤੇ ਤੁਰਦਾ ਰਹੂਗਾ। ਮੈਂ ਦੁਆ ਵੀ ਕਰਦਾ ਤੇ ਇਹ ਸਾਰਿਆਂ ਨੂੰ ਇਹ ਸੰਦੇਸ਼ ਵੀ ਦਿੰਦਾ ਕਿ ਮੇਰੇ ਵਾਂਗ ਸਾਰੇ ਇੰਟਰੋਵਰਟ ਨਾ ਬਣੋ, ਲੁਕੋ ਨਾ, ਸਾਹਮਣੇ ਆਵੋ, ਗੱਲ ਕਰੋ। ਤੁਹਾਡੇ ਕੋਲ ਬਹੁਤ ਅੱਛੀ ਗੱਲ ਹੈ, ਬਹੁਤ ਅੱਛੀ ਕਹਾਣੀ ਹੈ, ਆਪਾਂ ਉਹਦਾ ਕਾਫਲਾ ਬਣਾ ਕੇ ਆਸਟ੍ਰੇਲੀਅਨ ਪੰਜਾਬੀ ਕਹਾਣੀ ਨੂੰ ਵੀ ਬਾਕੀ ਮੁਲਕਾਂ ਦੀ ਜਿਹੜੀ ਪੰਜਾਬੀ ਕਹਾਣੀ ਹੈ ਉਸ ਦੇ ਸਮਾਨ ਅੰਤਰ ਲੈ ਕੇ ਮੁੱਖ ਧਾਰਾ ਵੱਲ ਨੂੰ ਵਧੀਏ। ਬਸ ਮੈਂ ਇਹ ਗੱਲ ਕਹਿਣੀ ਸੀ। ਬਹੁਤ ਬਹੁਤ ਧੰਨਵਾਦ ਜਸਵੀਰ ਰਾਣਾ ਜੀ। ਜਾਣ ਤੋਂ ਪਹਿਲਾਂ ਮੈਂ ਸਪੈਸ਼ਲ ਥੈਂਕਸ ਕਰਨਾ ਚਾਹਾਂਗੀ ਆਸਟ੍ਰੇਲੀਅਨ ਪੰਜਾਬੀ ਚੈਨਲ ਤੋਂ ਵਿਕਰਮ ਸਿੰਘ ਸੇਖੋਂ ਜੀ, ਜੋ ਕਿ ਸਾਰਾ ਟੈਕਨੀਕਲ ਇਸ਼ੂਜ਼ ਸੰਭਾਲਦੇ ਨੇ, ਸਾਡੇ ਟੈਕਨੀਕਲ ਟੀਮ ਲੀਡ ਕਰਦੇ ਨੇ। ਰਮਾ ਸੇਖੋਂ ਜੀ, ਜਿਨ੍ਹਾਂ ਦੀਆਂ ਸੂਝਵਾਨ ਸੁਜੈਸ਼ਨਸ ਤੋਂ ਬਿਨਾਂ ਅਸੀਂ ਜਿਹੜਾ ਹੈਗਾ ਇਹ ਪ੍ਰੋਗਰਾਮ ਨੂੰ ਸਫਲ ਨਹੀਂ ਕਰ ਸਕਦੇ। ਪੰਜਾਬੀ ਸਾਥ ਮੈਲਬਰਨ ਤੋਂ ਕੁਲਜੀਤ ਕੌਰ ਗਜ਼ਲ ਜੀ, ਜਿਨ੍ਹਾਂ ਦੇ ਉਚੇਚੇ ਜਿਹੜੇ ਹੈਗੇ ਆ ਯਤਨ ਰਹਿੰਦੇ ਨੇ ਪੰਜਾਬੀ ਸਾਹਿਤ ਨੂੰ ਅੱਗੇ ਪਹੁੰਚਾਉਣ ਲਈ ਤੇ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਸਾਹਿਤ ਦੀ ਜਿਹੜਾ ਹੈਗਾ ਇੱਕ ਨਵੀਂ ਪਿਰਤ ਪਾਉਣ ਲਈ, ਨਵੀਆਂ ਪੈੜਾਂ ਪਾਉਣ ਲਈ। ਤੇ ਇਸ ਤੋਂ ਬਿਨਾਂ ਹਸ਼ਮਤ ਸ਼ਰਮਾ ਨੇ ਸਾਡੇ ਜਿਹੜੇ ਹੈਗੇ ਆ ਪੋਸਟਰਸ ਤਿਆਰ ਕੀਤੇ ਨੇ, ਅਸੀਂ ਉਹਦਾ ਵੀ ਥੈਂਕ ਯੂ ਕਰਦੇ ਹਾਂ। ਤੇ ਬਾਬਾ ਨਜ਼ਮੀ ਜੀ ਦੀਆਂ 2 ਲਾਈਨਾਂ ਨਾਲ ਪ੍ਰੋਗਰਾਮ ਦਾ ਅੰਤ ਕਰਾਂਗੀ। ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਅੰਬਰ ਦਾ ਮੈਂ ਬੂਹਾ ਖੋਲ ਕੇ ਵੇਖਾਂਗਾ, ਰੱਬ ਦੇ ਨਾਲ ਪੰਜਾਬੀ ਬੋਲ ਕੇ ਵੇਖਾਂਗਾ। ਜੀਓ ਪੰਜਾਬੀਓ, ਪੰਜਾਬੀ ਜਿੰਦਾਬਾਦ, ਪੰਜਾਬੀਅਤ ਜਿੰਦਾਬਾਦ। ਖੁਸ਼ ਰਹੋ, ਬੁਲੰਦ ਰਹੋ। ਫਿਰ ਮਿਲਾਂਗੇ ਅਦਬੀ ਰਾਹਾਂ ਦੇ ਅਗਲੇ ਭਾਗ ਦੇ ਵਿੱਚ ਕੁਝ ਨਵਾਂ ਲੈ ਕੇ। ਤਦ ਤੱਕ ਲਈ ਧੰਨਵਾਦ। ਬਹੁਤ ਸ਼ੁਕਰੀਆ। ਸ਼ੁਕਰੀਆ ਜੀ।